ਰੋਜ਼ ਦੀ ਤਰ੍ਹਾਂ ਹਾਜ਼ਰੀਆਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV ਦੇਖ ਰਹੇ ਹੋ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਗੱਲ ਇਹ ਆ ਵੀ ਪਟਾਕੇ ਹੁਣ ਤਾਂ ਐਂ ਪੈਣ ਲੱਗ ਪਏ ਵੀ ਇੱਕ ਹੁੰਦਾ ਨਾ ਵੀ ਪਹਿਲਾਂ ਰੇਤ 'ਚ ਦਾਣੇ ਪਏ ਰਹਿ ਅਤੇ ਫਿਰ ਜਦੋਂ ਫੁੱਲੇ ਬਣਨ ਲੱਗਦੇ ਜਿਵੇਂ ਪੋਪਕੋਰਨ ਕਹਿੰਦੇ ਅੰਗਰੇਜ਼ੀ, ਫਿਰ ਠਾ 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 ਠਾ। ਇਹ ਹੁਣ ਇੱਦਾਂ ਯਾਦ ਆ ਵੀ ਫੁੱਲੇ ਬਣਨੇ ਸ਼ੁਰੂ ਹੋ ਗਏ ਅਤੇ 20 ਤੱਕ ਆਹੀ ਕੁਛ ਚੱਲਣਾ। ਅੱਜ ਵੀ ਕੀ ਕੁਛ ਬਣਿਆ ਆਪਾਂ ਉਹ ਹੌਲੀ ਹੌਲੀ ਰੇਤ 'ਚੋਂ ਫੁੱਲੇ ਛਾਣ ਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਨਾਲ ਵੀਰ ਆਪਣੇ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਨਹੀਂ ਕਿਹਾ ਵੀ ਯਾਰ ਕਿਹੜੀ ਚੀਜ਼ ਯਾਦ ਕਰਾਤੀ? ਪਾਪਕਾਰਨਸ ਨਹੀਂ, ਦੇਖੋ ਦਾਣੇ ਲੈ ਜਾਣੇ ਸਾਫੇ 'ਚ ਬੰਨ੍ਹ ਕੇ ਥੋੜ੍ਹੇ ਲੈ ਜਾਣੇ, ਬਹੁਤੀਆਂ ਖਿੱਲਾਂ ਆਉਣੀਆਂ ਜਿਹਨੂੰ ਤੁਸੀਂ ਫੁੱਲੇ ਕਹਿੰਦੇ ਹੋ। ਅਤੇ ਕਾਹਲੀ ਸਭ ਤੋਂ ਵੱਧ ਇਹ ਹੁੰਦੀ ਕਿ ਆਉਂਦੇ ਆਉਂਦੇ ਰਾਹ 'ਚ ਖਾ ਲਈਏ ਜਿੰਨੇ ਖਾ ਹੁੰਦੇ, ਚਾਹੇ ਤੱਤੇ ਹੀ ਹੋ ਲੱਗਣ। ਅਤੇ ਸਭ ਤੋਂ ਸਮੱਸਿਆ ਵੱਡੀ ਕੀ ਹੁੰਦੀ ਸੀ, ਕਿਉਂਕਿ ਉਦੋਂ ਤਾਂ ਘਰ ਦੀ ਦੇਸੀ ਮੱਕੀ ਹੁੰਦੀ ਸੀ ਨਾ, ਉਹ ਸਾਰਿਆਂ ਦੇ ਤੁਹਾਡੇ ਵਾਲੇ ਪੋਪਕੋਰਨ ਨਹੀਂ ਸੀ ਬਣਦੇ, ਸਾਰਿਆਂ ਦੇ ਫੁੱਲੇ ਨਹੀਂ ਸੀ ਬਣਦੇ, ਵਿੱਚ ਵਿਚਾਲੇ ਦਾਣੇ ਰਹਿ ਜਾਂਦੇ ਸੀ ਕਈ। ਉਹ ਜਦੋਂ ਤਾਲੂ ਜਿਹਾ ਨੂੰ ਲੱਗ ਜਾਂਦਾ ਸੀ ਨਾ ਕੋਈ, ਉਹ ਚੀਕ ਵੱਖਰੀ ਨਿਕਲਦੀ ਸੀ। ਉਹ ਸੀ ਚੀਕ ਬੁਲਬੁਲੀ। ਆ ਨਹੀਂ, ਇਹ ਤਾਂ ਗੱਲ ਹੈਗੀ ਆ। ਵੈਸੇ ਦਾਣੇ ਇੱਕ ਘੁੰਗਣੀਆਂ ਵੀ ਖਾਧੀਆਂ ਕਦੀ? ਆਹਾ, ਕਿਹੜੀਆਂ ਚੀਜ਼ਾਂ ਯਾਦ ਕਰ ਰਹੇ ਬਾਠ ਸਾਹਿਬ। ਘੰਟਾ ਕੁ ਹੁਣ ਪ੍ਰੋਗਰਾਮ ਕਰ ਲਈ, ਉਦੋਂ ਬਾਅਦ ਹੀ ਬਾਕੀ ਚੀਜ਼ਾਂ ਹੋਣੀਆਂ। ਚਲੋ ਜੀ, ਅਸੀਂ ਤਾਂ ਆਪਣੇ ਤੌਰ 'ਤੇ ਆ ਜਾਂਦੇ ਰੋਜ਼, ਪਰ ਗੱਲ ਆਪਾਂ ਜਿੱਦਾਂ ਇਹ ਜ਼ਿਕਰ ਕੀਤਾ ਵਟਸਐਪ ਕਿ ਵੀ ਉੱਪਰੋਂ ਹੁਣ ਰੇਤ 'ਚੋਂ ਰੋਲ ਕੇ ਫੁੱਲੇ ਖਬਰਾਂ ਵਾਲੇ ਜੀ ਉਹ ਅੱਗੇ ਰੱਖ ਲਈਏ। ਅਤੇ ਇੱਕ ਹੁੰਦਾ ਨਾ ਵੀ ਚਲੋ ਫੁੱਲੇ ਰੋਲਦਿਆਂ ਇੱਕ ਜਮਾਂ ਹੀ ਨਿਗਾਹ ਪੈਣੀ ਯਾਰ ਉਹ ਆਹ ਕੀ ਬਣ ਗਈ। ਇੱਦਾਂ ਦੀ ਖਬਰ ਜਿਹੜੀ ਬਣੀ ਹੈ ਹਨੇਰੇ ਜਿਹੀ ਸ਼ਾਮੀ ਜੀ ਤਕਾਲੀ ਜੀ ਆਬੂ ਕੱਢੀਏ, ਉਹਦੀ ਗੱਲ ਕਰ ਲਈਏ। ਨਹੀਂ, ਬਹੁਤ ਜ਼ਰੂਰੀ ਆ, ਕਿਉਂਕਿ ਦੇਖੋ ਐਵੇਂ ਲੋਕ ਕਹੀ ਜਾਂਦੇ ਸੀ ਯਾਰ ਐਤਕੀ ਸਵਾਦ ਜਿਹਾ ਨਹੀਂ ਆਉਂਦਾ। ਹੁਣ ਬਹੁਤ ਸਾਰੇ ਲੋਕ ਜਿਹੜੇ ਸਿਆਸੀ ਸਵਾਦ ਲੈਣ ਦੇ ਚਾਹਵਾਨ ਕਹਿ ਰਹੇ ਹੁੰਦਾ ਨਾ ਕਿ ਢਿੱਡ ਤਾਂ ਭਰ ਗਿਆ, ਪਰ ਆ ਅੱਧੀ ਕੜਛੀ ਦਾਲ ਦੀ ਫਿਰ ਹੋਰ ਪਾ ਦਿਓ ਮਾੜੀ ਜੀ ਨਾ, ਕਿ ਦਾਲ ਸਵਾਦ ਬੜੀ ਅੱਜ ਮੂੰਹੋਂ ਨਹੀਂ ਲੈਂਦੀ। ਐਨ ਉੱਦਾਂ ਦੀ ਖਬਰ ਆ, ਕਹਿੰਦੇ ਜੀ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਸੀ ਕਿ ਮੈਂ ਉੱਪਰਲੀ ਕੁਰਸੀ ਦੇ ਇੱਕ ਡੰਡੇ ਜਿਹਾ ਨੂੰ ਹੱਥ ਪਾ ਲਿਆ ਅਤੇ ਮੈਂ ਬਹਿ ਜਾਣੇ। ਉਹ ਕਹਿੰਦੇ ਜੀ ਬੈਠੋਗੇ ਤਾਂ ਜੇ ਆਪਣਾ ਹੱਥ ਉੱਥੇ ਪਾ ਕੇ ਰੱਖੋਗੇ। ਅਤੇ ਹੁਣ ਫਿਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿੱਦਾਂ ਐਨ ਤਿਆਰ ਕਰਕੇ ਭੇਜਿਆ ਨਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਜਿਹੜਾ ਵੱਡਾ ਹੁਣ ਮੁਕਾਬਲਾ ਹੋਣ ਲੱਗਾ ਸੰਧਾਲੀਆ ਸਾਹਿਬ। ਸਵਾਦ ਤਾਂ ਸਿਆਸੀ ਤੌਰ 'ਤੇ ਆਉਣਾ ਹੀ ਆਉਣਾ, ਕਿਉਂਕਿ ਦਬ ਕੇ ਪੱਟਾਂ 'ਤੇ ਥਾਪੀਆਂ, ਪੱਟਾਂ 'ਤੇ ਪਿਆ ਨੀਲ ਨਹੀਂ ਦਿਸਣਾ, ਥਾਪੀ ਦਾ ਖੜਾਕ ਸੁਣਨਾ ਹੀ ਨਹੀਂ। ਪੂਰਾ ਮੇਨ ਗੱਲ ਜਿਹੜੀ ਨੋਟ ਕਰਨ ਵਾਲੀ ਸੀ ਨਾ, ਜਿੱਦਾਂ ਹੁਣ ਅੰਮ੍ਰਿਤਸਰ ਜਾ ਕੇ ਬਾਦਲ ਸਾਹਿਬ ਨੇ ਸੀਟ ਅਨਾਊਂਸ ਕੀਤੀ ਜੀ, ਆਖਰੀ ਸੀ ਗੱਲ ਕਰਦੇ ਕਹਿੰਦੇ ਹੁਣ ਆ ਜਿਹੜੀਆਂ ਰਹਿ ਗਈਆਂ VIP ਸੀਟਾਂ ਪਰਿਵਾਰ ਦੀਆਂ ਉਹਨਾਂ ਦੀ ਗੱਲ ਕਰ ਲਈਏ। ਉਹਦੇ 'ਚ ਜਦੋਂ ਉਹਨਾਂ ਨੇ ਮਤਲਬ ਗੱਲ ਕੀਤੀ, ਜਿੱਦਾਂ ਸ਼ਬਦ ਵਰਤਿਆ ਵੀ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਕਹਿੰਦੇ ਵੀ ਭੱਜ ਲਾ, ਹੁਣ ਹੋਇਆ ਤਿਆਰ ਹੋਇਆ, ਆ ਗਈ ਉਹ ਅਕਾਲੀ ਦਲ ਦੀ ਫੌਜ। ਅਤੇ ਉਦੋਂ ਬਾਅਦ ਜਿਹੜੇ ਜਕਾਰੇ ਸ਼ੁਰੂ ਹੋਏ ਉੱਥੇ, ਅਤੇ ਜਿਹੜੀ ਜਿੰਦਾਬਾਦ ਹੋਈ, ਅਤੇ ਜਿਹੜੇ ਆਸੇ ਪਾਸੇ ਚਿਹਰੇ ਸੀਗੇ ਜੋ ਉਹਨਾਂ ਦੇ ਚਿਹਰੇ 'ਤੇ ਖੇੜਾ ਸੀ, ਜਲੌ ਹੈ ਨਾ, ਜਲੌ, ਉਹ ਐਂ ਜਾਪਦਾ ਸੀ ਵੀ ਮਤਲਬ ਬੜੇ ਦੇਰ ਤੋਂ ਯਾਰ ਪ੍ਰਧਾਨ ਜੀ ਨੂੰ ਕਹਿਣ ਹੈ ਮੰਨਦੇ ਨਹੀਂ, ਅੱਜ ਰੱਖੇ ਰੇਸ 'ਤੇ ਪੈਰ। ਅਤੇ ਮੈਨੂੰ ਪਤਾ ਕੀ ਲੱਗਿਆ, ਉਹ ਜਿਹੜਾ ਚਿਹਰਿਆਂ ਦੇ ਉੱਤੇ ਜਲੌ ਸੀ। ਦੇਖੋ ਇਹ ਲੋਕਤੰਤਰ ਦੇ ਵਿੱਚ ਅਧਿਕਾਰ ਹੈ, ਜਿਹੜਾ ਬੰਦਾ ਮਰਜ਼ੀ ਜਿੱਥੇ ਮਰਜ਼ੀ ਇਲੈਕਸ਼ਨ ਲੜੇ, ਪ੍ਰਧਾਨ ਸਾਹਿਬ ਦੇ ਅਖਤਿਆਰੀ ਕੋਟੇ ਦੇ ਵਿੱਚ ਉਹ ਆਪਣੀ ਪਾਰਟੀ ਵੱਲੋਂ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਟਿਕਟ ਦੇ ਦੇਣ। ਪਰ ਉਹ ਜਲੌ ਮੈਨੂੰ ਪਤਾ ਕਿੱਦਾਂ ਦਾ ਲੱਗਾ, ਯਾਨੀ ਇੰਨੀ ਖੁਸ਼ੀ ਮੈਨੂੰ ਐਂ ਲੱਗਾ ਕਿ ਜਿੱਦਾਂ ਕੇਂਦਰ ਸਰਕਾਰ ਨੇ BSF ਦਾ ਫੈਸਲਾ ਵਾਪਸ ਲੈ ਲਿਆ ਹੁੰਦਾ ਕਿ ਅਸੀਂ ਫਿਰ 50 ਕਿਲੋਮੀਟਰ ਤੋਂ ਮੁੜ ਕੇ BSF 15 ਕਿਲੋਮੀਟਰ 'ਤੇ ਲੈ ਗਏ। ਮੈਨੂੰ ਐਂ ਲੱਗਾ ਕਿ ਅਚਾਨਕ ਕੁਦਰਤ ਵੱਲੋਂ ਆਕਾਸ਼ਵਾਣੀ ਹੋਈ ਕਿ ਪੰਜਾਬੀਓ ਮੁੜ ਕੇ ਨਾ ਗਲਤੀ ਕਰਿਓ, ਤੁਹਾਡਾ ਧਰਤੀ ਹੇਠਲਾ ਪਾਣੀ ਜਿਹੜਾ ਬਹੁਤ ਥੱਲੇ ਚਲੇ ਗਿਆ ਉਹ ਤਾਂ ਲੈ ਆਂਦਾ ਅਸੀਂ। ਮੈਨੂੰ ਐਂ ਲੱਗਿਆ ਕਿ ਜਿੱਦਾਂ ਮਾਲਵਾ ਪੱਟੀ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਕੈਂਸਰ ਹੋਇਆ ਤਰ੍ਹਾਂ ਦੀਆਂ ਸਾਡੀਆਂ ਮਨੁੱਖੀ ਹਰਕਤਾਂ ਦੇ ਕਰਕੇ, ਕਿ ਭਾਈ ਅਚਾਨਕ ਐਂ ਲੱਗੇ ਕਿ ਭਾਈ ਉਹ ਸਾਰੇ ਬੰਦੇ ਠੀਕ ਹੋ ਗਏ ਜਿਹੜੇ ਦਰਦ ਦੇ ਨਾਲ ਉੱਥੇ ਕਰਾਉਂਦੇ ਫਿਰਦੇ ਸੀ ਬੈੱਡ ਦੇ ਉੱਤੇ, ਉਹ ਚੁੱਪ ਕਰਕੇ ਆਟੋ ਫੜਿਆ ਅਤੇ ਘਰ ਨੂੰ ਆ ਗਏ। ਇੰਨਾ ਜਲਾਓ, ਐਂ ਲੱਗਾ ਕਿ ਸਕੂਲਾਂ ਦੇ ਵਿੱਚ ਜਿੱਥੇ ਮਾਸਟਰਾਂ ਦੀ ਗਿਣਤੀ ਥੋੜ੍ਹੀ ਸੀ, ਅਚਾਨਕ ਸਾਰੀਆਂ ਭਰਤੀਆਂ ਮੁਕੰਮਲ ਹੋ ਗਈਆਂ। ਹੁਣ ਨਿਆਣੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਪੜ੍ਹਨ ਲੱਗ ਪਏ। ਹੁਣ ਜਿਹੜਾ ਵੀ ਬੰਦਾ ਆਟੋ ਕਰਕੇ ਪ੍ਰਾਈਵੇਟ ਹਸਪਤਾਲ ਨੂੰ ਤੁਰਿਆ ਜਾਂਦਾ, ਉਹ ਕਹਿੰਦਾ ਲੈ ਸਰਕਾਰੀ ਹਸਪਤਾਲ ਦੇ ਵਿੱਚ ਐਕਸਰੇ, ਸਕੈਨਿੰਗ, ਆਪਰੇਸ਼ਨ, ਦਵਾਈਆਂ, ਜੜੀ ਬੂਟੀ, ਸਾਰਾ ਕੁਛ। ਅਤੇ ਗੱਲ ਕਿਹੜੀ ਹੈ, ਮੋੜ ਸਰਕਾਰੀ ਹਸਪਤਾਲ ਨੂੰ। ਜਾਣੀ ਆਮ ਪੰਜਾਬ ਦੇ ਲੋਕ ਖੁਸ਼ਹਾਲ, ਜਿਹਨੇ ਖੁਦਕੁਸ਼ੀ ਕਰਨ ਲਈ ਰੱਸਾ ਗਲ 'ਚ ਪਾਇਆ,
ਮੈਨੂੰ ਐਂ ਲੱਗਾ ਜਿਹੜੇ ਉਹਨਾਂ ਦੇ ਚਿਹਰਿਆਂ ਤੇ ਜਲਾਅ ਵੇਖ ਕੇ ਕਿ ਉਹ ਸਾਰਿਆਂ ਰੱਸੇ ਬਾਹਰ ਕੱਢਤੇ, ਕਹਿੰਦੇ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਕਿਉਂਕਿ ਟਿਟਕ ਦਾ ਐਲਾਨ ਹੋ ਗਿਆ। ਜਿੱਦਾਂ ਕਿਸੇ ਵੇਲੇ ਐਂਡ ਵਾਲਾ ਸਵਾਲ ਦਾ ਜਵਾਬ ਦੇ ਕੇ ਲੀਡਰ ਨਹੀਂ ਉੱਠ ਕੇ ਨਿਕਲ ਜਾਂਦਾ ਜੀ, ਜਿੰਨਾ ਚਿਰ ਤੁਸੀਂ ਬੋਲਦੇ ਨੇ ਜਿਹਨੂੰ ਨਿਕਲ ਕੇ ਬੰਦੇ ਉਹ ਕਹਿੰਦਾ ਦਫਾ ਕਰ ਯਾਰ, ਇਹ ਬੰਦੇ ਨੇ ਹੋਰ ਪਾਸੇ ਲੈ ਕੇ ਗੱਲ। ਸਾਡੀ ਖੁਸ਼ੀ ਹੋ ਰਿਹਾ ਇਹ ਬੰਦਾ ਬੰਨਿਆਂ ਦਾ ਪੰਜਾਬ ਨੂੰ ਅਸੀਂ ਪੰਜਾਬ ਦਾ ਠੇਕਾ ਥੋੜ੍ਹਾ ਕੀਤਾ, ਅਸੀਂ ਫਿਰ ਉਧਰੋਂ ਬੰਦੇ ਦਾ ਐਲਾਨ ਕਰਤਾ। ਉਹ ਦੇਖੋ ਉਹ ਗੇਮ ਇਸ ਵਕਤ ਜਿਸ ਹਿਸਾਬ ਨਾਲ ਚੱਲਣ ਡਈ ਉਹ ਵੱਖਰੀ ਹੈ, ਕਿਉਂਕਿ ਉਹ ਬੜਾ ਕਲੀਅਰ ਹੋ ਗਿਆ ਵੀ ਉੱਥੇ ਜਿਹੜਾ ਪੇਚਾ ਖਾਸ ਕਰਕੇ ਮਾਝੇ ਦੇ ਉਨੇ ਕੁ ਏਰੀਏ ਦੇ ਵਿੱਚ ਆਪਾਂ ਲਾ ਲਈਏ, ਪਰ ਆਪਾਂ ਬਾਰਡਰ ਤੱਕ ਵੀ ਚੱਲਦੇ ਹਾਂ ਕਿਉਂਕਿ ਉਪ ਮੁੱਖ ਮੰਤਰੀ ਰੰਧਾਵਾ ਸਾਹਿਬ ਦਾ ਹਲਕਾ ਵੀ ਉੱਧਰ ਨੂੰ ਆਉਂਦਾ। ਉੱਥੇ ਵੀ ਇਹ ਜੋ ਗੇੜ ਚੱਲਦਾ ਪਿਆ ਨਾ ਉਹਦੇ ਤੋਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਲੈਣਾ ਦੇਣਾ ਹੈਗਾ ਕੋਈ ਪੰਜਾਬ ਨਾਲ ਤੇ ਵੀ ਕੀ ਆ ਤੇ ਕੀ ਨਹੀਂ ਆ। ਉੱਥੇ ਲਾਲਾ ਹੋਰ ਤਰ੍ਹਾਂ ਦੀ ਹੈ। ਉਹ ਕਹਿੰਦੇ ਵੀ ਬਸ ਉਹ ਕਹਿੰਦਾ ਫਲਾਨਾ ਕਹਿੰਦਾ ਵੀ ਵੇਖ ਲਾਂਗੇ, ਉਹ ਕਹਿੰਦਾ ਵੀ ਆ ਜਾ ਫਿਰ ਵੇਖ ਲਾਂਗੇ ਕਿੱਥੇ, ਕਹਿੰਦਾ ਫਿਰ ਮੈਂ ਉੱਥੇ ਤੂੰ ਕਿੱਦਾਂ ਆਉਣਾ ਮੈਂ ਆਉਣਾ, ਬਸ ਉਹ ਕੰਮ ਚੱਲਣ ਡਿਆ ਇਸ ਵਕਤ। ਮੈਨੂੰ ਲੱਗਦਾ ਹੋ ਸਕਦਾ ਜਿਹੜੇ ਵੋਟਰ ਸਾਹਿਬਾਨ ਹੁਣ ਉਹ ਵੀ ਸੋਚਦੇ ਹੋਣ ਵੀ ਯਾਰ ਹੁਣ ਕਰਾਂਗੇ ਕੀ। ਨਹੀਂ ਮੈਨੂੰ ਦੇਖੋ ਤੁਸੀਂ ਮਾਫ਼ ਕਰਨਾ, ਤੁਹਾਨੂੰ ਇਤਰਾਜ਼ ਹੋਊਗਾ 100 ਵਾਰੀ ਹੋਊਗਾ, ਪਰ ਖੁਸ਼ੀ ਬੜੀ ਸੀ ਉੱਥੇ, ਖੁਸ਼ੀ ਬੜੀ ਸੀ, ਇੰਨੀ ਖੁਸ਼ੀ ਸੀ। ਮੈਨੂੰ ਕਾਹਦਾ ਇਤਰਾਜ਼? ਨਹੀਂ ਮੈਂ ਅਗਲੀ ਗੱਲ ਤੇ ਹੋਣਾ ਨਾ, ਮੈਂ ਤਾਂ ਅਗਲੀ ਗੱਲ ਤੇ ਲੈ ਕੇ ਆਉਣ ਲੱਗਾ। ਅੱਛਾ ਵੇ ਕਹਿੰਦੇ ਹੁੰਦੇ ਨਾ ਕਿ ਆਇਆ ਮੁੰਡਾ ਤੁਹਾਡਾ ਬਹੁਤ ਸੋਹਣਾ, ਅੱਖ ਥੋੜੀ ਹੋਰ ਤਰ੍ਹਾਂ ਲੱਗਦੀ ਆ, ਕਹਿੰਦੇ ਹੁੰਦੇ ਨੇ ਕਿ ਸਾਰੇ ਗੱਲ ਕਹਿੰਦਾ ਯਾਰ ਉਹ ਪਜਾਮੇ ਹੁਣੇ ਸਾਗ ਰਹਿ ਗਿਆ ਸੀ, ਕਹਿੰਦਾ ਉਹ ਵੇਖਣ ਵਾਲੇ ਆਏ ਤੇ ਵੀ ਸ਼ਰੀਕ ਵੀ ਵੇਖਣ ਆਇਆ, ਕਹਿੰਦਾ ਹਾਂ ਅੱਛਾ ਕਰ ਦੇਣ ਲੱਗੇ ਰਿਸ਼ਤਾ, ਚਲੋ ਵਧੀਆ, ਫਿਰ ਜਦੋਂ ਨਿਬੜ ਗਿਆ ਕਹਾਂ ਫਿਰ ਪਜਾਮਾ ਮੋੜ ਜੀ। ਦੇਖੋ ਸੰਧਾਲੀਆ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਅਨਾਉਂਸ ਕੀਤਾ, ਜਿੰਨਾ ਖੇੜਾ ਦੇਖਿਆ ਨਾ, ਜਿੰਨੀਆਂ ਖੁਸ਼ੀਆਂ ਦੇਖੀਆਂ ਨਾ, ਉਹਨੂੰ ਦੇਖ ਕੇ ਐਂ ਲੱਗਦਾ ਸੀ ਸ਼ਾਇਦ ਪੰਜਾਬੀ ਬੋਲਦੇ ਇਲਾਕੇ ਖਰੇ ਪੰਜਾਬ ਨੂੰ ਮਿਲ ਗਏ। ਮੈਨੂੰ ਐਂ ਲੱਗਦਾ ਸੀ ਕਿ ਟੋਚਨ ਪਾ ਕੇ ਚੰਡੀਗੜ੍ਹ ਘੜੀਸ ਕੇ ਪੰਜਾਬ 'ਚ ਲੈ ਆਏ। ਮੈਨੂੰ ਐਂ ਲੱਗਾ ਖੌਰੇ ਭਾਈ ਪੰਜਾਬ ਦੇ ਪਾਣੀ ਵਾਲਾ ਮਸਲਾ ਹੱਲ ਹੋ ਗਿਆ। ਉਹ ਜਿੰਨਾ ਜਲਾਅ ਸੀ ਨਾ ਭਾਊ, ਮੈਨੂੰ ਐਂ ਲੱਗਾ ਭਾਊ ਕਿ ਜਿੱਦਾਂ ਕੇਂਦਰ ਸਰਕਾਰ ਨੇ ਪੰਜਾਬ ਦਾ ਕਰਜ਼ਾ ਮਾਫ ਕਰ ਦਿੱਤਾ ਹੁੰਦਾ, ਜਾਣੀ ਇੰਨਾ ਜਲਾਓ। ਪਰ ਬਾਅਦ 'ਚ ਫਿਰ ਇੱਕ ਵਾਰੀ ਧਿਆਨ ਨਾਲ ਸੁਣਿਆ ਤੇ ਕਹਿੰਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਖਿਲਾਫ ਚੋਣ ਲੜਨਗੇ, ਜ਼ਮਾਨਤ ਜ਼ਬਤ ਕਰਾ ਦੇਣਗੇ, ਸਿੱਧੂ ਭਾਈਲਾ ਇੱਧਰ ਨੂੰ ਭੱਜਣਾ। ਨਹੀਂ ਉਹ ਤਾਂ ਕਹਿਤਾ ਉਹਨਾਂ ਨੇ, ਉਹ ਕਹਿੰਦੇ ਵੀ ਦੇਖੋ ਜੀ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਮੈਨੂੰ ਉਹ ਬੜਾ ਪਿਆਰ ਕਰਦੇ, ਕਹਿੰਦੇ ਸਾਰਾ ਪਤਾ ਲੱਗ ਜਾਣਾ ਵੀ ਕਿੰਨੇ ਲੋਕ ਪਿਆਰ ਕਰਦੇ। ਦੂਜੀ ਗੱਲ ਇਹ ਵੀ ਉਹਨਾਂ ਨੇ ਆਪਣੇ ਵੱਲੋਂ ਐਲਾਨ ਕਰਤਾ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਕੈਰੀਅਰ ਦੀ ਆਖਰੀ ਚੋਣ ਹੈ, ਬਸ ਠੀਕ ਹੈ, ਇਹ ਤੋਂ ਬਾਅਦ ਬੰਦੇ ਨੇ ਚੋਣ ਨਹੀਂ ਲੜਨੀ, ਉਹਦੀ ਹਿੰਮਤ ਨਹੀਂ ਰਹਿਣੀ। ਮਤਲਬ ਇਹ ਜਿਸ ਹਿਸਾਬ ਦਾ ਮਾਹੌਲ ਚਾਲ ਬਣਾ ਕੇ ਉੱਥੇ ਐਲਾਨ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਜੀਠੀਆ ਸਾਹਿਬ ਵੱਲੋਂ ਟਵੀਟ ਆਇਆ ਵੀ ਮੈਂ ਬੜਾ ਧੰਨਵਾਦੀ ਹਾਂ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਚਿੰਤਾ ਨਹੀਂ ਕਰਨੀ, ਬੜਾ ਇਤਿਹਾਸ ਰਿਹਾ ਅਕਾਲੀ ਦਲ ਦਾ। ਤੇ ਉੱਥੇ ਉਹਨਾਂ ਨੇ ਸ਼ਬਦ ਵਰਤਿਆ ਵੀ ਐਂਟੀ ਪੰਜਾਬ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੂੰ ਹਰਾਇਆ ਜਾਊਗਾ। ਨਹੀਂ ਇਹ ਐਂਟੀ ਪੰਜਾਬ ਸ਼ਬਦ ਕਿਉਂਕਿ ਆਉਣ ਵਾਲੇ ਸਮੇਂ 'ਚ ਉਹ ਵਿਆਖਿਆ ਕਰਨਗੇ। ਦੇਖੋ ਹੁਣ ਦੋਨੇ ਹੀ ਧਿਰਾਂ ਤਕੜੀਆਂ ਨੇ, ਕਸਰ ਕੋਈ ਨਹੀਂ। ਇੱਕ ਪਾਸੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਤੇਜ਼ਤਰਾਰ ਨੇਤਾ ਜਿਨ੍ਹਾਂ ਨੂੰ ਮਾਝੇ ਦਾ ਜਰਨੈਲ ਕਹਿੰਦੇ ਆ। ਹੁਣ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਆਰਾਮ ਦੇ ਨਾਲ ਸੀ ਕਿ ਠੀਕ ਹੈ, ਉਹਨਾਂ ਦੀ ਧੀ ਉੱਥੇ ਪ੍ਰਚਾਰ ਕਰਦੀ ਸੀ, ਡਾਕਟਰ ਨਵਜੋਤ ਕੌਰ ਸਿੱਧੂ ਪ੍ਰਚਾਰ ਕਰਦੇ ਸੀ, ਸਿੱਧੂ ਸਾਹਿਬ ਤੋਂ ਤਾਂ ਘੱਟ ਹੀ ਆ ਹੁੰਦਾ ਸੀ ਕਿਉਂਕਿ ਸੂਬਾ ਪ੍ਰਧਾਨ ਨੇ, ਸੁਖਨਾ ਮੁੱਖ ਮੰਤਰੀ ਬਣਨ ਦਾ ਸੁਪਨਾ ਹੈ ਉਹਨਾਂ ਦਾ। ਪਰ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਮੁਕਾਬਲੇ ਤੇ ਆ ਗਿਆ, ਕਿਉਂਕਿ ਮਜੀਠੀਆ ਸਾਹਿਬ ਦੇ ਬਾਰੇ ਇੱਕ ਗੱਲ ਤਾਂ ਕਲੀਅਰ ਹੈ ਨਾ, ਉਹ ਜਿੱਥੇ ਜਾਂਦੇ ਆ ਅਕਾਲੀ ਦਲ ਦਾ ਯੂਥ ਵਿੰਗ ਸਾਰਾ ਨਾਲ ਜਾਂਦਾ ਹੈ। ਉਹ ਜਿੱਥੇ ਜਾਂਦੇ ਆ ਤੇ ਜਿੱਦਾਂ ਦਾ ਉਹਨਾਂ ਦਾ ਭਾਸ਼ਣ ਕਰਨ ਦਾ ਸਟਾਈਲ ਹੈ, ਉਹਦੇ ਨਾਲ ਜਿਹੜਾ ਅਕਾਲੀ ਦਲ ਦਾ ਬੰਦਾ ਚੁੱਪ ਕਰਕੇ ਘਰੇ ਵੀ ਬੈਠਾ ਹੁੰਦਾ ਉਹ ਵੀ ਉੱਠ ਕੇ 4 ਘਰਾਂ 'ਚ ਕਹਿ ਕੇ ਆਉਂਦਾ ਵੋਟ ਫਿਰ ਸਾਡੇ ਵਾਲੇ ਬੰਦੇ ਨੂੰ ਐਤਕੀ ਪਾਇਓ। ਇਹ ਵੀ ਗੱਲ ਆਪਣੇ ਆਪ 'ਚ ਬੜੀ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੇ ਪਹਿਲਾਂ ਆਪੋ ਆਪਣੇ ਹਲਕਿਆਂ ਦੇ ਵਿੱਚ ਮਾਝੇ 'ਚ ਸੀਮਤ ਰਹਿਣਾ ਸੀ, ਉਹਨਾਂ ਨੇ 2-2 4-4 ਦਿਨ ਹੁਣ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਲਾ ਕੇ ਆਉਣੇ ਆ। ਮੈਨੂੰ ਇੱਕ ਗੱਲ ਜਿਹੜੀ ਉਹ ਲੱਗਦੀ ਹੈ ਕਿ ਇਹ ਸਾਰੀ ਸਟਰੈਂਥ ਹੈ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ, ਕਿਉਂਕਿ ਉਹਨਾਂ ਨੂੰ ਚੋਣ ਲੜਨੀ ਆਉਂਦੀ ਹੈ। ਪਰ ਦੂਸਰੀ ਗੱਲ ਇਹ ਵੀ ਹੈ ਕਿ ਥੋੜ੍ਹੇ ਚਿਰ ਦੇ ਵਿੱਚ ਉਹਨਾਂ ਦਾ 3 ਦਿਨ ਵਾਲਾ ਮਸਲਾ ਜਿਹੜਾ ਉਹ ਮੁੱਕ ਜਾਣਾ ਹੈ। ਜੇ ਤਾਂ ਮਾਣਯੋਗ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਫਿਰ ਰਾਹਤ ਮਿਲ ਜਾਂਦੀ ਹੈ ਕੇਸ ਦੇ ਵਿੱਚ ਕਿ ਕੋਈ ਗੱਲ ਨਹੀਂ ਕਰੋ ਪ੍ਰਚਾਰ, ਫਿਰ ਤਾਂ ਉਹ ਮਜੀਠਾ ਵੀ ਸਾਂਭ ਲੈਣਗੇ, ਫਿਰ ਅੰਮ੍ਰਿਤਸਰ ਪੂਰਬੀ ਦੇ ਵਿੱਚ ਵੀ ਲੋਕਾਂ ਨੂੰ ਮਿਲ ਲੈਣਗੇ। ਪਰ ਜੇ ਕਿਤੇ ਅਦਾਲਤ ਦੇ ਵਿੱਚੋਂ ਕੋਈ ਇੱਦਾਂ ਦਾ ਹੁਕਮ ਆ ਗਿਆ ਕਿ 2-4-5 ਦਿਨ ਉਹਨਾਂ ਨੂੰ ਲਾਂਭੇ ਰਹਿਣਾ ਪਿਆ, ਦਿਨ ਤਾਂ ਥੋੜ੍ਹੇ ਬੜੇ ਰਹਿੰਦੇ ਆ ਕਿਉਂਕਿ ਬਹੁਤੇ ਜ਼ਿਆਦਾ ਤਾਂ ਹੈ ਨਹੀਂ, 20 ਦਿਨ ਉਹ ਤਾਂ 3 ਦਿਨ ਆ। ਹੁਣ 23 ਦਿਨਾਂ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਲੱਖਾਂ ਲੋਕਾਂ ਨਾਲ ਸੰਪਰਕ ਵੀ ਕਰਨਾ ਹੈ, ਉਹਨਾਂ ਨੂੰ ਵੋਟ ਦੇ ਲਈ ਪ੍ਰੇਰਿਤ ਵੀ ਕਰਨਾ ਹੈ,
ਉਹਦੇ ਵਿੱਚੋਂ ਵੀ ਜੇ 4-5 ਦਿਨ ਕਿਤੇ ਇੱਧਰ ਉੱਧਰ ਹੋ ਗਏ, ਇਹ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਲਈ ਥੋੜ੍ਹੀ ਜਿਹੀ ਮੁਸ਼ਕਲ ਖੜੀ ਜ਼ਰੂਰ ਹੋਊਗੀ। ਦੇਖੋ ਗੱਲ ਇਹ ਆ WhatsApp ਉਹੀ ਮੈਂ ਬੜੇ ਚਿਰ ਬਾਅਦ ਕਹਿਣ ਲੱਗਾ ਵੀ ਭੋਲੀਆਂ ਗੱਲਾਂ ਕਰਦੇ ਤੁਸੀਂ। ਜਿਹੜੇ ਬੰਦੇ ਉੱਥੇ ਲਾਲਾ ਕਰਦੇ ਪਏ ਤੇ ਜਿੱਥੇ ਸੁਖਬੀਰ ਬਾਦਲ ਸਾਹਿਬ ਨੇ ਕਿਹਾ ਵੀ ਆ ਸਾਰਾ ਹੀ ਅਕਾਲੀ ਦਲ ਆਣ ਕੇ ਖਲੋ ਗਿਆ ਨਾਲ ਸਾਡੇ, ਉਹ ਬੰਦਿਆਂ ਦੀ ਡਿਊਟੀ ਉਦੋਂ ਹੀ ਲਾ ਦੇਣਾ ਵੀ ਭਾਈ ਸਾਹਿਬ ਉਹਨਾਂ ਦਾ ਪਤਾ ਕੋਈ ਨਹੀਂ, ਕਿਉਂਕਿ ਉਹਨਾਂ ਕੋਲ ਸਾਰੇ ਪੰਜਾਬ 'ਚ ਕੰਮ ਲੈਣਾ, ਇਹ ਵੀ ਫਲਾਨਾ ਹੈ, ਹੁਣ ਤੁਸੀਂ ਦੇਖਣਾ ਕੰਮ। ਤੇ ਜਿਸ ਹਿਸਾਬ ਦੀ ਲੀਡਰਸ਼ਿਪ ਅਗਲਿਆਂ ਦੀ ਤੇ ਜਿਸ ਹਿਸਾਬ ਦੀ ਉੱਥੇ ਕੈਂਪੇਨ ਚੱਲਣੀ, ਉੱਥੇ ਤੇ ਇਕੱਲੇ ਨੂੰ ਇਹ ਯਾਦ ਆਣਾ ਵੀ ਆਹ 20 ਘਰ ਤੇਰੇ ਆ, ਅਗਲੇ 15 ਤੇਰੇ ਆ, ਫਲਾਨੀ ਗਲੀ ਦਾ ਸੱਜਾ ਪਾਸਾ ਤੇਰੇ ਕੋਲੇ, ਖੱਬਾ ਪਾਸਾ ਕਿਸੇ ਕੋਲੇ, ਇਹ ਨੋਟ ਕਰਾ ਦਿਓ, ਆਪੋ ਆਪਣਾ ਵੋਟਾਂ ਅਸੀਂ ਗਿਣਨੀਆਂ ਤੇ ਐਂਡ ਤੇ ਜਾ ਕੇ ਆਪਾਂ ਨਤੀਜਾ ਕੱਢ ਲੈਣਾ ਵੀ ਕਿੱਥੋਂ ਜਿੱਤੇ, ਕਿੱਥੋਂ ਹਾਰੇ। ਫਿਰ ਉਹਦੇ ਹਿਸਾਬ ਨਾਲ ਜਿਹੜੇ ਬਾਅਦ 'ਚ ਗੱਫੇ ਮਿਲਦੇ ਹੁੰਦੇ, ਜਿਹਨੂੰ ਕੋਈ ਚੇਅਰਮੈਨੀ ਕਹਿ ਦਿੰਦਾ, ਜਿਹਨੂੰ ਕੋਈ ਹੋਰ ਸੁੱਖ ਸਹੂਲਤ ਕਹਿ ਦਿੰਦਾ, ਕੋਈ ਨਿੱਕੀਆਂ ਟਿਟਕਾਂ ਕਹਿ ਦਿੰਦਾ, ਉਹਦੀ ਕੈਲਕੂਲੇਸ਼ਨ ਆਲਰੇਡੀ ਕਈਆਂ ਕਰ ਲਈ ਹੋਣੀ ਉੱਥੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਬਹੁਤ ਸਾਰੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਮਰਥਕ ਕਹਿੰਦੇ ਕਿ ਸਿੱਧੂ ਸਾਹਿਬ ਨੂੰ ਕੋਈ ਹਰਾ ਨਹੀਂ ਸਕਦਾ। ਮਜੀਠੀਆ ਸਾਹਿਬ ਦੇ ਸਮਰਥਕ ਕਹਿੰਦੇ ਸਾਡਾ ਬੰਦਾ ਤਾਂ ਜਿੱਥੇ ਜਾਂਦਾ ਜਿੱਤ ਕੇ ਆਉਂਦਾ। ਬਿਲਕੁਲ ਠੀਕ ਹੈ, ਪਰ ਕੋਈ ਵੀ ਬੰਦਾ ਭਰਮ ਭੁਲੇਖੇ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਕੋਈ ਵੀ ਬੰਦਾ ਇਹਨਾਂ ਦੋਨਾਂ ਵੱਡੇ ਲੀਡਰਾਂ ਦੇ ਵਿੱਚੋਂ, ਕਿਉਂਕਿ ਉੱਥੋਂ ਜੀਵਨਜੋਤ ਕੌਰ ਬੀਬੀ ਜੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਉਹ ਕਹਿੰਦੇ ਵੋਟਾਂ ਸਾਰੀਆਂ ਸਾਨੂੰ ਪੈਣੀਆਂ। ਇਹ ਪੰਜਾਬ ਦਾ ਇਤਿਹਾਸ ਰਿਹਾ। ਇੱਥੇ ਸਾਬਕਾ ਮੁੱਖ ਮੰਤਰੀ ਹੁੰਦੇ ਸੀ ਹਰਚਰਨ ਸਿੰਘ ਬਰਾੜ, ਉਹ ਵੀ ਹਰ ਗਏ। ਇੱਕ ਚੋਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਹਾਰੀ ਹੈ। ਇੱਥੇ ਜਗਮੀਤ ਸਿੰਘ ਬਰਾੜ ਵੀ ਹਾਰਦੇ ਰਹੇ, ਇੱਥੇ ਚੰਦੂ ਮਾਜਰਾ ਸਾਹਿਬ ਵੀ ਹਾਰਦੇ ਰਹੇ, ਇੱਥੇ ਢੀਂਡਸਾ ਸਾਹਿਬ ਵੀ ਹਾਰਦੇ ਰਹੇ, ਇੱਥੇ ਭੂੰਦੜ ਸਾਹਿਬ ਵੀ ਹਾਰਦੇ ਰਹੇ। ਕਿਹੜਾ ਲੀਡਰ ਹੈ ਵੱਡਾ ਛੋਟਾ ਜਿਹਦੀ ਪਿੱਠ ਨਹੀਂ ਲੱਗੀ ਹੋਏਗੀ? ਕੈਪਟਨ ਅਮਰਿੰਦਰ ਸਿੰਘ ਖੁਦ ਮੇਰਾ ਖਿਆਲ ਹੈ ਚੰਦੂ ਮਾਜਰਾ ਸਾਹਿਬ ਤੋਂ ਹਾਰ ਗਏ ਸੀ। ਜਾਣੀ ਹਰ ਇੱਕ ਪਾਰਟੀ ਦਾ ਲੀਡਰ, ਅਸ਼ਵਨੀ ਸ਼ਰਮਾ ਸਾਹਿਬ ਭਾਜਪਾ ਦੇ ਪ੍ਰਧਾਨ ਨੇ, ਉਹ ਕਹਿੰਦੇ ਸਰਕਾਰ ਸਾਡੀ ਬਣਨੀ ਹੈ, ਉਹ ਖੁਦ ਪਿਛਲੀ ਚੋਣ ਹਾਰ ਗਿਆ ਸੀ। ਇੰਦਰ ਕੁਮਾਰ ਗੁਜਰਾਲ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਉਹਦਾ ਬੇਟਾ ਨਰੇਸ਼ ਗੁਜਰਾਲ ਜਲੰਧਰ ਤੋਂ ਹਾਰ ਗਿਆ ਸੀ। ਇੱਕ ਬੰਦਾ ਪੰਜਾਬ ਦੇ ਵਿੱਚ ਇੱਕ ਲੀਡਰ ਹੈ ਰਾਣਾ ਗੁਰਜੀਤ ਸਿੰਘ, ਉਹਨਾਂ ਦੇ ਬਾਬਤ ਇਹ ਕਿਹਾ ਜਾਂਦਾ ਜੀ ਉਹਨਾਂ ਦੀ ਮੈਨੇਜਮੈਂਟ ਬੜੀ ਤਕੜੀ ਆ, ਪੈਸੇ ਟੱਕੇ ਪੱਖੋਂ ਬੜੇ ਤਕੜੇ ਆ, ਉਹ ਨਹੀਂ ਹਾਰਦੇ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਰਾਣਾ ਗੁਰਜੀਤ ਸਿੰਘ ਵੀ ਹਾਰ ਗਿਆ ਸੀ। ਇਸ ਕਰਕੇ ਕੋਈ ਵੀ ਬੰਦਾ ਇਸ ਪੱਖੋਂ ਭੁਲੇਖੇ ਦੇ ਵਿੱਚ ਨਾ ਰਹੇ ਕਿ ਭਾਈ ਕੰਮ ਕੀ ਹੋਣਾ। ਧੂਮਲ ਸਾਹਿਬ ਹੁੰਦੇ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਹੈਗੇ ਨੇ ਅਜੇ ਵੀ, ਐਨ ਮੁੱਖ ਮੰਤਰੀ ਬਣਨ ਦੀ ਤਿਆਰੀ, ਟਿਕਟਾਂ ਖੁਦ ਵੰਡਾਈਆਂ, ਸਾਰੀ ਪਾਰਟੀ ਜਿੱਤ ਗਈ, ਹਿਮਾਚਲ ਦੇ ਵਿੱਚ ਆਪ ਹਾਰ ਗਏ। ਇਸ ਕਰਕੇ ਭਾਵੇਂ ਮਜੀਠੀਆ ਸਾਹਿਬ ਨੇ ਭਾਵੇਂ ਸਿੱਧੂ ਸਾਹਿਬ ਨੇ, ਦੋਵਾਂ ਬੰਦਿਆਂ ਨੂੰ ਇਸ ਗੱਲ ਦਾ ਮਾਣਤਾ ਹੋਊਗਾ ਕਿ ਭਾਈ ਹਲਕੇ ਨੇ ਸਾਨੂੰ ਜਿਤਾ ਦੇਣਾ, ਪਰ ਇੱਕ ਤਾਂ ਹਰਨਾ ਆ। ਇੱਕ ਹਰਨਾ, ਇਹੀ ਦੇ ਚੱਕਰ ਹੈ ਵੀ ਇੱਕ ਹਰਨਾ। ਹੁਣ ਇੱਕ ਗੱਲ ਆਪਾਂ ਇਹਦੇ 'ਚ ਇਹ ਜ਼ਿਕਰ ਕਰੀਏ ਕਿ ਵੀ ਇਹ ਜਦੋਂ ਸਾਰਾ ਕੁਝ ਹੋਇਆ ਜਾਂ ਗੱਲਾਂ ਬਾਤਾਂ ਚੱਲੀਆਂ, ਉਦੋਂ ਬਿਆਨ ਕੀ ਆਉਣ ਲੱਗੇ। ਇੱਕ ਬਿਆਨ ਮੈਂ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦਾ ਸੁਣ ਰਿਹਾ। ਸਿੱਧੂ ਸਾਹਿਬ ਤਾਂ ਜੇ ਬੋਲੇ ਨਹੀਂ, ਮੈਡਮ ਸਿੱਧੂ ਬੋਲੇ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਜੇ ਉਹ ਆਖਣ ਵੀ ਚੁਣੌਤੀ ਆ, ਸਾਡੇ ਲਈ ਕਾਹਦੀ ਚੁਣੌਤੀ ਆ? ਕਹਿੰਦੇ ਵੀ ਇਹ ਤਾਂ ਇਸ ਵਕਤ ਵੋਟਰਾਂ ਨੇ ਵੇਖਣਾ ਜੋ ਉਹਨਾਂ ਨੇ ਸ਼ਬਦ ਵਰਤੇ। ਉਹ ਕਹਿੰਦੇ ਵੀ ਦੇਖੋ ਇੱਕ ਪਾਸੇ ਤੇ ਸਿੱਧੂ ਸਾਹਿਬ ਨੇ ਜਿਹੜੇ ਉਹਨਾਂ ਦੇ ਕੰਮ ਕਰਦੇ ਤੇ ਜਿਹੜੇ ਪੂਰੇ ਪੰਜਾਬ ਦੇ ਲਈ ਤੁਰੇ ਫਿਰਦੇ, ਦੂਜੇ ਪਾਸੇ ਉਹਨਾਂ ਨੇ ਸ਼ਬਦ ਵਰਤਿਆ ਮਾਫੀਆ, ਵੀ ਜੇ ਹੁਣ ਉਹਨਾਂ ਨੂੰ ਇੱਕ ਵੋਟਾਂ ਪਾਉਣੀਆਂ ਤੇ ਲੋਕ ਉਹਨਾਂ ਨੂੰ ਪਾ ਲੈਣ। ਫਿਰ ਉਹਨਾਂ ਨੇ ਇਹ ਵੀ ਗੱਲ ਕੀਤੀ, ਉਹ ਕਹਿੰਦੇ ਵੀ ਇਲੈਕਸ਼ਨ ਦੇ ਤਾਂ ਲੜਨੀ ਬੰਦੇ ਨੇ ਪਹਿਲਾਂ ਜਜ਼ਬਾਤ ਤੇ ਕਰਾ ਲਵੇ ਆਪਣੀ। ਠੀਕ, ਮਤਲਬ ਹੁਣ ਪਹਿਲਾ ਰਿਐਕਸ਼ਨ ਉਹਨਾਂ ਦਾ ਇਹ ਹੈ, ਆਉਣ ਵਾਲੇ ਦਿਨਾਂ 'ਚ ਰਿਐਕਸ਼ਨ ਬਦਲ ਜੇ ਮੈਂ ਕੁਝ ਕਹਿ ਨਹੀਂ ਸਕਦਾ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਸੰਧਾਲੀਆ ਸਾਹਿਬ, ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆਪਾਂ ਸਟਰੈਂਥ ਦੀ ਵੀ ਗੱਲ ਕਰ ਲਈ, ਥੋੜ੍ਹੀ ਜੀ ਮਜੀਠੀਆ ਸਾਹਿਬ ਦੀ ਸਟਰੈਂਥ ਦੀ ਗੱਲ ਕਰ ਲਈ। ਤੁਸੀਂ ਦੇਖੋ ਕਿ ਜੇ 2017 ਦੇ ਅੰਕੜੇ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਧਿਆਨ ਮਾਰੀਏ ਤਾਂ 99,000 ਕੁਛ ਵੋਟਾਂ ਪੋਲ ਹੋਈਆਂ ਸੀ ਇਸ ਅੰਮ੍ਰਿਤਸਰ ਪੂਰਬੀ ਹਲਕੇ 'ਚੋਂ। 99,000 ਦੇ ਵਿੱਚੋਂ ਭਾਜਪਾ ਦੇ ਕੈਂਡੀਡੇਟ ਸੀ ਰਜੇਸ਼ ਸ਼ਨੀ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵੱਡੇ ਲੀਡਰ, ਉਹ 17,000 ਵੋਟ ਲੈ ਗਏ ਸੀ। ਦੂਸਰਾ ਉਹਨਾਂ ਤੋਂ ਪਿੱਛੇ ਨੰਬਰ ਆਇਆ ਸੀ, ਉਹ ਆਏ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ 14,000 ਵੋਟ ਪੈ ਗਈ ਸੀ। ਜਾਣੀ ਕਿ 99,000 ਦੇ ਵਿੱਚੋਂ ਭਾਜਪਾ ਦੇ ਕੈਂਡੀਡੇਟ ਉਸ ਵੇਲੇ 17,000 ਵੋਟ ਲੈ ਕੇ ਗਏ, ਜਦੋਂ ਅਕਾਲੀ ਦਲ ਉਹਨਾਂ ਦੇ ਨਾਲ ਗੱਠਜੋੜ ਦੇ ਵਿੱਚ ਸੀ। ਆਮ ਆਦਮੀ ਪਾਰਟੀ ਨੂੰ 14,000 ਮਿਲੀ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕੱਲਿਆਂ ਦੀ 60,000 ਵੋਟ ਸੀ 99,000 ਚੋਂ। ਹੁਣ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਵੋਟ ਕਾਇਮ ਹੈ, ਕਿਉਂਕਿ ਉਹਦੇ ਤੋਂ ਬਾਅਦ 5 ਸਾਲ ਸਰਕਾਰ ਰਹੀ ਹੈ, 2 ਸਾਲ ਸੁਖਨਾ ਸਿੱਧੂ ਸਾਹਿਬ ਖੁਦ ਕੈਬਨਿਟ ਮਿਨਿਸਟਰ ਰਹੇ ਨੇ। ਹੁਣ ਉਹ ਸੱਤਾਧਾਰੀ ਧਿਰ ਦੇ ਉਹ ਸੂਬਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ, ਜਿਨ੍ਹਾਂ ਨੂੰ 5 ਸਾਲ ਪੰਜਾਬ ਦਾ ਖਜ਼ਾਨਾ ਮਿਲਿਆ। ਹੁਣ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰੇ ਹੋਣਗੇ ਕਿ ਨਹੀਂ ਉਤਰੇ ਹੋਣਗੇ। ਮੈਂ ਵੀ ਕੈਲਕੂਲੇਟ ਕਰਦਾ ਸੀ ਕਿ ਸ਼ਾਇਦ ਪਿਛਲੇ 40, 45, 50 ਸਾਲਾਂ ਦੇ ਵਿੱਚ ਤਾਂ ਅਕਾਲੀ ਦਲ ਦਾ ਕੋਈ ਕੈਂਡੀਡੇਟ ਉੱਥੋਂ ਖੜਾ ਹੀ ਨਹੀਂ ਹੋਇਆ, ਭਾਵੇਂ ਉਦੋਂ ਹਲਕੇ ਦਾ ਨਾਮ ਅੰਮ੍ਰਿਤਸਰ ਪੂਰਬੀ ਸੀ, ਭਾਵੇਂ ਕੁਛ ਸੀ, ਕਿਉਂਕਿ ਅਕਾਲੀ ਦਲ ਹਮੇਸ਼ਾ ਗੱਠਜੋੜ 'ਚ ਰਿਹਾ, ਤੇ ਜਦੋਂ ਗੱਠਜੋੜ ਦੇ ਵਿੱਚ ਰਿਹਾ ਤਾਂ ਸੀਟ ਭਾਜਪਾ ਨੂੰ ਛੱਡਣੀ ਪੈਂਦੀ ਸੀ। ਬਹੁਤ ਲੰਬੇ ਸਮੇਂ ਬਾਅਦ ਕੋਈ ਅਕਾਲੀ ਦਲ ਦਾ ਉਮੀਦਵਾਰ ਇਸ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਖੜਾ ਹੋਣ ਜਾ ਰਿਹਾ, ਤੇ ਹੁਣ ਭਾਜਪਾ ਵੀ ਨਾਲ ਨਹੀਂ, ਤੇ ਬਸਪਾ ਦਾ ਉੱਥੇ ਵੋਟ ਬੈਂਕ ਬਹੁਤ ਘੱਟ ਹੈ। ਇਸ ਕਰਕੇ ਨਵਜੋਤ ਸਿੰਘ ਸਿੱਧੂ ਜੇ ਪਿਛਲੀ ਵਾਰੀ ਵੋਟਾਂ ਬਹੁਤ ਲੈ ਗਏ ਸੀ,
ਐਤਕੀ ਕਿਉਂਕਿ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਇਸ ਕਰਕੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਉੱਤੇ ਅਸਰ ਹੋਏਗਾ। ਅਕਾਲੀ ਦਲ ਦੇ ਲਈ ਇਹ ਚੁਣੌਤੀ ਜ਼ਰੂਰ ਰਹੇਗੀ ਕਿ ਭਾਈ ਪਿਛਲੀ ਵਾਰ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਸੀ, ਵੋਟਾਂ 17,000 ਤੋਂ ਨਹੀਂ ਵਧੀਆਂ, ਐਤਕੀ ਭਾਜਪਾ ਵੀ ਨਾਲ ਨਹੀਂ ਹੈ ਤੇ ਅਕਾਲੀ ਦਲ ਕਿੰਨੀਆਂ ਕੁ ਵੋਟਾਂ ਥੋੜੇ ਦਿਨਾਂ ਦੇ ਵਿੱਚ ਆਪਣੇ ਝੋਲੇ ਦੇ ਵਿੱਚ ਪਾਉਣ 'ਚ ਕਾਮਯਾਬ ਹੋਊਗਾ। ਇਹ ਲੌਜਿਕ ਤੁਹਾਡਾ ਕਿਸੇ ਹੱਦ ਤੱਕ ਜਾਇਜ਼ ਜਾਪਦਾ, ਕਿਉਂਕਿ ਸੇਮ ਲੌਜਿਕ ਡੱਲਾ ਸਾਹਿਬ ਉਹਨਾਂ ਦੇ ਮੇਰੇ ਖਿਆਲ ਮੀਡੀਆ ਐਡਵਾਈਜ਼ਰ ਨੇ, ਉਹ ਵੀ ਦੇ ਰਹੇ ਸੀ। ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਮੋਟੀ ਲੱਖ ਕੁ ਵੋਟ ਲਾ ਲਓ, ਲੱਖ ਵੋਟ ਚੋਂ 60,000 ਤੇ ਸਿੱਧੂ ਸਾਹਿਬ ਦੀ ਹੋ ਗਈ, ਬਾਕੀ 40,000 ਜਿਹੜੀ ਉਹ ਚੌਂ ਥਾਂ ਵੰਡੀ ਗਈ, ਵੀ ਇਹਦੇ ਚੋਂ ਕਿਸੇ ਨੂੰ 17-18,000 ਹੋ ਗਈ, 12-14,000 ਕਿਸੇ ਨੂੰ 2-4-5,000 ਆਜ਼ਾਦ ਵਜੂਦ ਪਾ ਕੇ ਇੱਦਾਂ ਹੋ ਗਿਆ ਕੰਮ। ਹੁਣ ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਕਿ ਲੌਜਿਕ ਇਹ ਕਿ ਜੇ ਉਹ 17-18,000 ਵੋਟ ਪਈ ਤੇ ਉਹ ਉਦੋਂ ਪਈ ਜਦੋਂ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਸੀ, ਯਾਨੀ ਕਿ ਉਹ ਗੱਠਜੋੜ ਦੀ ਵੋਟ ਵੀ ਜੇ 17-18,000 ਸੀ ਤਾਂ ਮਤਲਬ ਵੀ 8-8 8,500 ਵੋਟ ਉਹਨਾਂ ਦੀ, ਤੇ ਹੁਣ ਤੇ ਹੈ ਹੀ ਅਕਾਲੀ ਦਲ ਇਕੱਲਾ, ਇਸ ਕਰਕੇ ਸਾਨੂੰ ਡਰ ਕੋਈ ਨਹੀਂ। ਇਹ ਉਹਨਾਂ ਦਾ ਲੌਜਿਕ ਸੀ। ਹੋ ਸਕਦਾ ਵੀ ਇਹਦੇ 'ਚ ਕੋਈ ਹੋਵੇ ਗੱਲਬਾਤ, ਪਰ ਜਦੋਂ ਇਸ ਚੀਜ਼ ਨੂੰ ਮੈਂ ਕਿਸੇ ਹੋਰ ਤਰ੍ਹਾਂ ਦੇਖਦਾ ਤਾਂ ਗੱਲ ਇਹ ਆ ਵੀ ਜਦੋਂ 60,000 ਵੋਟ ਪਈ ਉਦੋਂ ਜਦੋਂ ਕੈਂਡੀਡੇਟ ਸੀਗੇ ਸਿੱਧੂ ਸਾਹਿਬ ਤੇ ਉਹ ਕਾਂਗਰਸ ਪਾਰਟੀ ਦੇ ਸੀਗੇ ਤੇ ਚੋਣ ਲੜੀ ਜਾ ਰਹੀ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਜੀ, ਤੇ ਜਿੱਦਣ ਇਹ ਰੌਲਾ ਰੱਪਾ ਪਿਆ ਤੇ ਕੈਪਟਨ ਸਾਹਿਬ ਸਭ ਤੋਂ ਪਹਿਲਾਂ ਲਾਂਭੇ ਹੋਏ ਤੇ ਉਹਨਾਂ ਦੀ ਪਹਿਲੀ ਸਟੇਟਮੈਂਟ ਇਹ ਸੀ, ਇਹਨੂੰ ਨਹੀਂ ਮੈਂ ਜਿੱਤਣ ਦੇਣਾ ਹੈ ਨਾ। ਇਹ ਇੱਕ ਬਹੁਤ ਵੱਡੀ ਗੱਲ ਹੈ। ਮੈਂ ਕੁਦਰਤ ਮੈਂ ਚਲੋ ਚੇਤੇ ਕਰਾ ਦਈਏ ਵੀ ਹੁਣ ਇਸ ਵਕਤ ਕੈਪਟਨ ਸਾਹਿਬ ਬੋਲੇ ਨਹੀਂ, ਅੱਜ ਕੱਲ੍ਹ ਬੋਲ ਪੈਣ ਤੇ ਵੱਖਰੀ ਗੱਲ ਆ। ਹੁਣ ਕੈਪਟਨ ਸਾਹਿਬ ਦਾ ਉਦੋਂ ਇਹ ਬਿਆਨ ਆਉਣਾ ਵੀ ਇਸ ਬੰਦੇ ਨੂੰ ਮੈਂ ਜਿੱਤਣ ਨਹੀਂ ਦੇਣਾ, ਅਸੀਂ ਮਜ਼ਬੂਤ ਕੈਂਡੀਡੇਟ ਦੇਵਾਂਗੇ। ਉਦੋਂ ਤਾਂ ਉਹਨਾਂ ਨੇ ਕੋਈ ਮਜ਼ਬੂਤ ਕੈਂਡੀਡੇਟ ਦਿੱਤਾ ਨਹੀਂ ਦਿੱਤਾ, ਗੱਲ ਵੱਖਰੀ ਆ, ਪਰ ਇਹ ਤੇ ਗੱਲ ਕਲੀਅਰ ਹੋ ਗਈ ਨਾ ਵੀ ਇਹ ਤੋਂ ਮਜ਼ਬੂਤ ਕੈਂਡੀਡੇਟ ਹੋਰ ਕੋਈ ਹੋ ਨਹੀਂ ਸਕਦਾ, ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ। ਸੰਧਾਲੀ ਸਾਹਿਬ ਇਹਨੂੰ ਪਤਾ ਕੀ ਕਹਿੰਦੇ ਆ, ਇਹਨੂੰ ਕਹਿੰਦੇ ਫਸਾਉਣ ਵਾਲੀਆਂ ਗੱਲਾਂ। ਨਹੀਂ ਮੈਂ ਸਾਫ਼ ਕਹਿਣਾ, ਆਪਾਂ ਲੋਕਾਂ ਦੀ ਕਚਹਿਰੀ 'ਚ ਬੈਠੇ ਆ, ਸੁੱਕੀ ਜਗਾੜ ਤੇ ਹੱਥ ਰੱਖਿਆ ਕਹਿੰਦੇ ਹੁੰਦੇ ਨਾ, ਰਿਜਕ ਤੇ। ਦੇਖੋ ਗੱਲ ਇਹ ਕਲੀਅਰ ਹੈ। ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਸਟੈਂਡ ਲਿਆ ਸੀ, ਉਹ ਕਹਿੰਦੇ ਕਿ ਬਾਕੀ ਘਿਓ ਦਾ ਘੜਾ ਰੁੜ ਜਾਏ ਕੋਈ ਪਰਵਾਹ ਨਹੀਂ, ਸਿੱਧੂ ਨਹੀਂ ਜਿੱਤਦਾ। ਲੋਕਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਤੁਸੀਂ ਖੜਨਾ, ਕਹਿੰਦੇ ਨਾ ਮੈਂ ਤਾਂ ਖੜਨਾ ਪਟਿਆਲਿਓਂ, ਪਰ ਮੈਂ ਉੱਥੋਂ ਬਹੁਤ ਮਜ਼ਬੂਤ ਉਮੀਦਵਾਰ ਦਿਆਂਗਾ। ਹੁਣ ਬਿਕਰਮ ਸਿੰਘ ਮਜੀਠੀਆ ਮਜ਼ਬੂਤ ਉਮੀਦਵਾਰ ਨੇ, ਪਰ ਉਹ ਅਕਾਲੀਆਂ ਦੇ ਨੇ ਤੇ ਅਕਾਲੀਆਂ ਦੇ ਨਾਲ ਕੈਪਟਨ ਸਾਹਿਬ ਕਹਿੰਦੇ ਮੇਰਾ ਅੱਜ ਤੱਕ ਕਦੇ ਸਮਝੌਤਾ ਰਿਹਾ ਹੀ ਨਹੀਂ, ਇਦਾਂ ਦੀ ਕੋਈ ਗੱਲ ਹੀ ਨਹੀਂ, ਦੋਸ਼ ਲੱਗਦੇ ਆ ਮੇਰਾ ਭਾਜਪਾ ਦੇ ਨਾਲ ਤੇ ਢੀਂਡਸਿਆਂ ਨਾਲ ਗੱਠਜੋੜ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉਮੀਦਵਾਰ ਤੇ ਨਜ਼ਰਾਂ ਟਿਕਣੀਆਂ ਕਿ ਕੈਪਟਨ ਸਾਹਿਬ ਕਿਹੜਾ ਬੰਦਾ, ਕਿੰਨਾ ਕੁ ਮਜ਼ਬੂਤ ਬੰਦਾ ਤੁਸੀਂ ਦਿੰਦੇ ਹੋ ਤੇ ਕਿੰਨਾ ਕੁ ਉਹਦੇ ਹੱਕ 'ਚ ਪ੍ਰਚਾਰ ਕਰਦੇ ਹੋ। ਕਿਉਂਕਿ ਜੇ ਬੰਦਾ ਕਮਜ਼ੋਰ ਦਿੱਤਾ ਲੋਕਾਂ ਦੇ ਕਿਆਫੇ ਲੱਗਣੇ ਆ, ਜੇ ਬੰਦਾ ਮਜ਼ਬੂਤ ਦਿਓਗੇ ਤਾਂ ਤੁਹਾਡੀ ਸਟੇਟਮੈਂਟ ਜਿਹੜੀ ਉਹ ਕਾਇਮ ਰਹੂਗੀ। ਹੁਣ ਤੁਸੀਂ ਦੇਖੋ ਕਿ ਇੱਥੇ ਸਿਆਸੀ ਤੌਰ ਤੇ ਯੁੱਧ ਤਾਂ ਹੋਣਾ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦਾ, ਨਜ਼ਰਾਂ ਲੋਕਾਂ ਨੇ ਕੈਪਟਨ ਸਾਹਿਬ ਦੇ ਕੈਂਡੀਡੇਟ ਤੇ ਟਿਕਾ ਕੇ। ਇੱਕ ਉਹ ਉਦਾਹਰਨ ਜੀ ਦਿੰਦੇ, ਮੈਂ ਤੁਹਾਨੂੰ ਸਾਹਿਬ ਵੀ ਦੱਸਦੇ ਸੀ, ਉਹ ਕਹਿੰਦਾ ਵੀ ਬੰਦੇ ਇੱਦਾਂ ਉਹ ਅਗਲੇ ਪਾਸੇ ਪ੍ਰਚਾਰ ਕਰਨ ਜਾਵੇ, ਜਿਹੜੇ 10-15 ਬੰਦੇ ਉਹਦੇ ਮਗਰ ਤੇ ਉਹ ਉਹਨਾਂ ਦੇ ਨਾਅਰੇ ਲਾਉਣ 'ਚ ਫਰਕ, ਜਿਹੜੀ ਵੀ ਗਲੀ 'ਚ ਜਾਣ ਤੇ ਉਹ ਆ ਕੇ ਹੁਣ ਜਿੰਦਾਬਾਦ ਤੇ ਉਹ ਮੁੱਠ ਬੰਦ ਕਰਨ ਦੀ ਐਂ ਕਰਕੇ ਕਰਨ ਜਿੰਦਾਬਾਦ। ਉਹ ਆਖੇ ਵੀ ਯਾਰ ਇੱਦਾਂ ਕਿਉਂ ਮੁੱਠ ਬੰਦ ਕਰਕੇ ਜਿੰਦਾਬਾਦ ਕਿਉਂ ਕਹਿੰਦੇ, ਉਹ ਵੈਸੇ ਹੀ ਚੋਣ ਨਿਸ਼ਾਨ ਵੀ ਦੱਸੀ ਜਾਂਦਾ ਕਿਸੇ ਵੇਲੇ, ਇਸ਼ਾਰਾ ਹੀ ਹੁੰਦਾ ਕਿਸੇ ਵੇਲੇ। ਹੁਣ ਜੇ ਉਦੋਂ ਇਹ ਕੰਮ ਚੱਲਦਾ ਰਿਹਾ ਤੇ ਹੁਣ ਇਹ ਤੇ ਦੇਖੋ ਵੀ ਕੈਪਟਨ ਸਾਹਿਬ ਨੂੰ ਟਿਕਟ ਆ ਜੇ ਜਾਂ ਬੀਜੇਪੀ ਆਪਣਾ ਕੈਂਡੀਡੇਟ ਖੜਾ ਕਰ ਦੇਵੇ, ਵੀ ਨਾਲ ਜਿਹੜੇ ਬੰਦੇ ਉਦੋਂ ਉਸ ਕੈਂਡੀਡੇਟ ਦੇ ਤੁਰੇ ਫਿਰਨ ਉਹ ਵੀ ਹੌਲੀ ਹੌਲੀ ਕੀ ਪਤਾ ਉੱਥੇ ਇੱਧਰ ਉੱਧਰ ਕੰਧਾਂ ਦੇ ਪੋਸਟਰ ਤੇ ਲੱਗੇ ਹੋਣ ਤੇ ਜਦੋਂ ਆਖਣ ਵੀ ਜਿੰਦਾਬਾਦ ਤੇ ਉਹ ਵੀ ਕੰਧ ਤੇ ਇਸ਼ਾਰਾ ਕਰਨ ਜਿੰਦਾਬਾਦ ਜਿੰਦਾਬਾਦ। ਦੇਖੋ ਇੱਕ ਗੱਲ ਸੰਧਾਲੀਆ ਸਾਹਿਬ ਇੱਥੇ ਹੋਰ ਬਹੁਤ ਹੈ, ਅਕਾਲੀ ਦਲ ਮਾਝੇ 'ਚ ਇੱਕ ਮੁੱਠ ਹੈ, ਉਸ ਖੇਤਰ 'ਚ ਥੋੜਾ ਹੈ ਬਹੁਤ ਹੈ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰੀ ਜੇ ਅੰਕੜਿਆਂ ਦੇ ਗਿਆਨ ਦੇ ਵਿੱਚ ਰਹਿਣਗੇ ਕਿ ਆ ਦੇਖੋ ਇੰਨੀਆਂ ਵੋਟਾਂ ਪਈਆਂ ਸੀ ਤੇ ਇੰਨੀਆਂ ਨਹੀਂ ਸੀ ਪਈਆਂ, ਉਹਦੇ ਵਿੱਚੋਂ ਪਤਾ ਨਹੀਂ ਕੁਛ ਲੱਭਣਾ ਕਿ ਨਹੀਂ ਲੱਭਣਾ, ਕਿਉਂਕਿ ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਦੀ ਮਾਝੇ ਦੇ ਵਿੱਚ ਬਹੁਤੇ ਕਾਂਗਰਸੀਆਂ ਨਾਲ ਸੁਰ ਨਹੀਂ ਰਲਦੀ। ਹੁਣ ਮਾਝੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਵੀ ਨੇ, ਉਹ ਕਈ ਵਾਰ ਕਹਿ ਚੁੱਕੇ ਆ ਨਵਜੋਤ ਸਿੰਘ ਸਿੱਧੂ ਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ। ਉਹ ਸਾਰੇ ਉਹ ਬੰਦੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਬਹੁਤੀ ਚੜ੍ਹਾਈ ਸ਼ਾਇਦ ਪਸੰਦ ਨਹੀਂ ਕਰਦੇ। ਹੁਣ ਤਾਂ ਸੁਖਨਾ ਫਤਿਹਗੜ੍ਹ ਚੂੜੀਆਂ ਵਾਲੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਸਾਹਿਬ ਵੀ ਮੈਂ ਕਦੇ ਸਿੱਧੂ ਸਾਹਿਬ ਦੇ ਹੱਕ 'ਚ ਬੋਲਦੇ ਨਹੀਂ ਦੇਖੇ। ਸੁਖ ਸਰਕਾਰੀਆ ਸਾਹਿਬ ਬਹੁਤੇ ਬੋਲਦੇ ਹੀ ਨਹੀਂ ਹੁੰਦੇ। ਓਪੀ ਸੋਨੀ ਸਾਹਿਬ ਜਦੋਂ ਕੈਪਟਨ ਤੇ ਸਿੱਧੂ ਦਾ ਪੰਗਾ ਸੀ ਉਦੋਂ ਕੈਪਟਨ ਸਾਹਿਬ ਦੇ ਨਾਲ ਸੀ। ਇਧਰਲੇ ਪਾਸੇ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਸਾਹਿਬ ਅੱਜ ਕੱਲ੍ਹ ਮੈਨੀਫੈਸਟੋ ਦੀਆਂ ਵਿਚਾਰਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕਰਦੇ ਆ ਤੇ ਪ੍ਰੈਸ ਕਾਨਫਰੰਸ ਵੀ, ਪਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਯਾਦਦਾਸ਼ਤ ਬੜੀ ਹੈ ਤੇ ਉਹਨਾਂ ਨੂੰ ਚੇਤਾ ਹੀ ਹੋਣਾ ਉਸ ਰੈਲੀ ਦਾ ਜਿਹੜੀ ਫਤਿਹ ਬਾਜਵਾ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਦੇ ਆਪਣੇ ਹਲਕੇ ਕਾਦੀਆਂ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ। ਸੋ ਜਿੰਨਾ ਖਤਰਾ ਨਵਜੋਤ ਸਿੰਘ ਸਿੱਧੂ ਨੂੰ ਘਰ ਦੀ ਚਾਰਦੀਵਾਰੀ ਦੇ ਬਾਹਰਲੇ ਪਾਸੇ ਖੜੇ ਅਕਾਲੀ ਦਲ ਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਤੋਂ ਹੋਣਾ ਹੈ,
ਸ਼ਾਇਦ ਉਹਨਾਂ ਹੀ ਆਪਣੇ ਕਾਂਗਰਸੀ ਘਰ ਦੇ ਵਿੱਚ ਜਿਹੜੇ ਨੇੜੇ ਤੇੜੇ ਬੰਦੇ ਬੈਠੇ ਉਹਨਾਂ ਤੋਂ ਵੀ ਹੋ ਸਕਦਾ। ਨਹੀਂ ਹੋ ਸਕਦਾ ਕਿ ਉਹ ਤਾਂ ਦੇਸੀ ਰਿਹਾ ਹੈ। ਹੁਣ ਇਹ ਜਿਹੜੀ ਚੀਜ਼ ਇਸ ਵਕਤ ਹੋ ਗਈ, ਹੋ ਸਕਦਾ ਵੀ ਇਹਦੇ 'ਤੇ ਸਲਾਹ ਮਸ਼ਵਰਾ ਕਿੰਨੇ ਕਦੋਂ ਕੀ ਕੀਤਾ ਕਿੰਨੇ ਨਹੀਂ ਕੀਤਾ ਆਪਾਂ ਉਹਦੇ 'ਚ ਪੈਂਦੇ ਨਹੀਂ, ਇਹ ਤਾਂ ਆਉਣ ਵਾਲੇ ਦਿਨਾਂ 'ਚ ਗੱਲ ਕਲੀਅਰ ਹੋ ਜੂਗੀ। ਪਰ ਗੱਲ ਇਹ ਆ ਵੀ ਜਿਹੜੀ ਇਸ ਵਕਤ ਸਿਚੁਏਸ਼ਨ ਬਣ ਗਈ ਆ ਇਹਦੇ ਵਿੱਚ ਜੇ ਕੋਈ ਪਹਿਲੀ ਨਜ਼ਰੇ ਆਖੇ ਤਾਂ ਉਹ ਕਹਿੰਦਾ ਓਏ ਹੋਏ 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 ਆ ਗੁਰੂਆ ਕੰਮ ਫਸ ਗਿਆ ਜੀ। ਅਜੇ ਕੋਈ ਇਹ ਨਹੀਂ ਕਹਿੰਦਾ ਕੌਣ ਜਿੱਤੂ ਹਾਰੂ, ਉਹ ਤਾਂ ਚਲੋ ਫੈਸਲਾ ਲੋਕਾਂ ਨੇ ਕਰਨਾ, ਪਰ ਆਹ ਕੰਮ ਫਸ ਗਿਆ ਜੀ। ਅਤੇ ਉਸ ਫਸ ਗਏ ਕੰਮ ਦੇ ਵਿੱਚ ਦੋ ਚੀਜ਼ਾਂ ਦਾ ਬਰਾਬਰ ਖੜ੍ਹ ਜਾਣਾ, ਇੱਕ ਪਾਸੇ ਇੰਨੀ ਲੰਮੀ ਚੌੜੀ ਵੋਟ ਦਾ ਹੋਣਾ ਜਾਂ ਇੰਨੇ ਲੰਮੇ ਚੌੜੇ ਕਹਿ ਲਓ ਕਿ ਵੀ ਇਤਿਹਾਸ ਦਾ ਹੋਣਾ ਜਾਂ ਸਿੱਧੂ ਸਾਹਿਬ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਕਹਿਣਾ ਵੀ ਇਹ ਤਾਂ ਸਾਡੇ ਪਰਿਵਾਰ ਦੇ ਲੋਕ ਨੇ ਜੀ, ਸਾਡੇ ਵੋਟਰ ਥੋੜ੍ਹਾ ਨੇ, ਯਾਨੀ ਕਿ ਉਹਨਾਂ ਦੀ ਮਜ਼ਬੂਤ ਸਪੋਰਟ ਦਾ ਹੋਣਾ। ਅਤੇ ਦੂਜੇ ਪਾਸੇ ਉਹ ਵਾਲਾ ਗਰੁੱਪ ਹੋਣਾ ਜਿਨ੍ਹਾਂ ਨੂੰ ਪਾਰਟੀ ਨਾਲ ਜਾਂ ਪਾਰਟੀ ਬਾਜ਼ੀ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨੂੰ ਸਿਰਫ ਬੰਦੇ ਨਾਲ ਫਰਕ ਪੈਂਦਾ। ਅੱਛਾ ਫਲਾਨਾ ਚਲੋ ਫਿਰ ਪਾਰਟੀ ਭਾਵੇਂ ਵੱਖਰੀ ਹੈ ਪਰ ਆਪਾਂ ਤੁਹਾਡੇ ਨਾਲ ਖੜੇ ਆ। ਉਹ ਜਿਹੜਾ ਇਸ ਵਕਤ ਲੜਾਈ ਵਾਲਾ ਦੌਰ ਬਣ ਗਿਆ ਨਾ, ਉਹ ਜੀਵਿਆ। ਇਹਦੇ 'ਚ ਪਰ ਇੱਕ ਗੱਲ ਹੈ, ਚੰਨੀ ਸਾਹਿਬ ਦਾ ਬਿਆਨ ਤਾਜ਼ਾ ਆ ਜਾਓ, ਉਹ ਕਹਿੰਦੇ ਬੜੀ ਗੱਲ ਕਲੀਅਰ ਆ, ਦੇਖ ਲਓ ਤੁਹਾਡੇ ਸਾਹਮਣੇ ਕੰਮ ਕਲੀਅਰ ਹੋ ਗਿਆ ਵੀ ਅੰਦਰ ਖਾਤੇ ਬੀਜੇਪੀ ਅਕਾਲੀ ਦਲ ਨਾਲ ਰਲੀ ਆ ਅਤੇ ਇਹ ਦਿੰਦੇ ਪਏ ਬਸਪਾ ਵਾਲਿਆਂ ਨੂੰ ਧੋਖਾ। ਮੈਂ ਤੈਨੂੰ ਹੁਣੇ ਦੱਸ ਦਿੰਦਾ। ਹੁਣ ਉਹਨਾਂ ਨੇ ਜਿਸ ਹਿਸਾਬ ਨਾਲ ਕੜੀਕੀ ਪਾਈ ਏ, ਹੋ ਸਕਦਾ ਜਸਵੀਰ ਸਿੰਘ ਗੜੀ ਸਾਹਿਬ ਸੋਚਣ ਵੀ ਗੱਲ ਤੇ ਭਾਜੀ ਹੋਣਾ ਠੀਕ ਕਹੀ ਨਹੀਂ, ਸੋਚ ਕੇ ਫਿਰ ਦੱਸਣ ਜਾਣਗੇ। ਨਹੀਂ ਦੱਸਣ ਉਹਨਾਂ ਕਿਹਨੂੰ ਜਾਣਾ। ਨਹੀਂ ਮੈਂ ਉਹੀ ਗੱਲ ਕਰਦਾ, ਸੋਚ ਕੇ ਫਿਰ ਸੋਚ ਲੈਣਗੇ। ਆਹੋ ਨਹੀਂ ਉਹ ਕਹਿੰਦੇ ਵੀ ਮਤਲਬ ਵਿਚਾਰ ਜਿਹਾ ਤੇ ਆਉਂਦਾ ਚੰਨੀ ਸਾਹਿਬ, ਪਰ ਹੁਣ ਕਰ ਕੀ ਸਕਦੇ। ਨਹੀਂ ਉਹ ਕਹਿੰਦੇ ਹੁਣ ਫਗਵਾੜਾ ਠੀਕ ਹੈ, ਕਰਤਾਰਪੁਰ ਵਾਲੀ ਸੀਟ ਠੀਕ ਹੈ, ਫਲੋਰ ਠੀਕ ਚੱਲਦਾ ਹੈ, ਨਵਾਂ ਸ਼ਹਿਰ ਤੋਂ ਠੀਕ ਨੇ ਆਪਣੇ ਬੰਦੇ, ਥੋੜ੍ਹਾ ਜਿਹਾ ਸ਼ਾਮ 84 ਤੋਂ ਕੰਮ ਚੱਲਦਾ ਹੈ। ਉਹ ਇੰਨੀਆਂ ਗੱਲਾਂ ਕਰਕੇ ਕਹਿਣਾ ਉੜਮੁੜ ਟਾਂਡੇ ਵਾਲੀ ਸੀਟ 5-7 ਠੀਕ ਨੇ, ਜੇ ਠੀਕ ਨੇ ਤਾਂ ਖਿੱਚੋ ਕੰਮ ਨੂੰ ਯਾਰ, ਕੋਈ ਗੱਲ ਨਹੀਂ, ਦੱਬ ਕੇ ਮੋਹਰਾਂ ਲਵਾਓ, ਦੱਬ ਕੇ ਤੁਸੀਂ EVM ਦੇ ਬਟਨ ਦਬਾਓ। ਮੇਰੇ ਇੱਕ ਗੱਲ ਚੇਤੇ 'ਚ ਆ ਗਈ, ਕਿਤੇ ਵਿਸਰ ਨਾ ਜਾਏ। ਨਹੀਂ ਦੱਸੋ। ਉਹ ਇਹ ਹੈ ਕਿ ਇੱਕ ਚਰਚਾ ਜਿਹੜੀ ਚੱਲੀ ਜਾਂਦੀ ਹੈ ਕਿ ਜੇ ਅਕਾਲੀ ਦਲ ਇਹ ਫੈਸਲਾ ਕਰ ਸਕਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਮਜੀਠਾ ਹਲਕੇ ਤੋਂ ਵੀ ਚੋਣ ਲੜਨਗੇ, ਚੇਚਾ ਗਿਆ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਕਹਿੰਦੇ ਮਜੀਠੇ ਤੋਂ ਵੀ ਅੰਮ੍ਰਿਤਸਰ ਪੂਰਬੀ ਤੋਂ ਵੀ ਦੋਵਾਂ ਹਲਕਿਆਂ ਤੋਂ ਬਿਕਰਮ ਸਿੰਘ ਮਜੀਠੀਆ ਕੈਂਡੀਡੇਟ ਹੈ। ਹੋ ਸਕਦਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਆਖੇ, ਕਿਉਂਕਿ ਜੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜੇਤਲੀ ਸਾਹਿਬ ਦੇ ਮੁਕਾਬਲੇ ਅੰਮ੍ਰਿਤਸਰ ਲਿਆ ਸਕਦੇ ਆ ਤਾਂ ਉਹ ਵੀ ਕਹਿਣ ਕਿ ਸਿੱਧੂ ਸਾਹਿਬ ਪ੍ਰਧਾਨ ਹੀ ਹੋ ਤੁਸੀਂ, ਗੱਲ ਕਿਹੜੀ ਹੈ, ਤੁਸੀਂ ਦੱਸੋ, ਅੰਮ੍ਰਿਤਸਰ ਪੂਰਬੀ ਤੋਂ ਤਾਂ ਲੜਨਾ ਹੀ ਆ। ਜੇ ਉਹਨਾਂ ਨੇ ਇਦਾਂ ਕੀਤਾ ਤਾਂ ਫਿਰ ਤੁਹਾਨੂੰ ਜਲਾਲਾਬਾਦ ਵੀ ਭੇਜ ਦਈਏ, ਕਿਉਂਕਿ ਸੀਟ ਕਾਂਗਰਸੀਆਂ ਨੇ ਉਹ ਵੀ ਖਾਲੀ ਰੱਖੀ ਆ। ਨਹੀਂ ਇਹ ਭੇਜ ਦਈਏ ਨਹੀਂ, ਚਰਚਾ ਚੱਲ ਪਈ ਹੈ, ਇਹ ਚਰਚਾ ਵਿੱਚੇ ਵਿੱਚ ਧੋਖ ਪਈ ਏ। ਉੱਦਾਂ ਹੁੰਦਾ ਨਾ ਜਿੱਦਾਂ ਆ ਧੁੰਦਾਂ ਜਾਂ ਦੇ ਦਿਨਾਂ ਦੇ ਵਿੱਚ ਰੱਖ ਯਾਰ 4 ਕੱਖ ਧੂਣੀ ਤੇ ਸੇਕੀਏ। ਉਹ ਧੂਣੀ ਸੇਕਣ ਦੇ ਜਿਹੜਾ ਪਹਿਲਾ ਪਰਾਲੀ ਦੇ ਥੱਲੇ ਧੂੰਆਂ ਨਿਕਲਦਾ ਨਾ ਕੱਚਾ ਜਿਹਾ, ਜਾਂ ਜਿੱਦਾਂ ਜੇ ਸਵੇਰੇ ਕਿਤੇ ਕੋਈ ਚੀਜ਼ ਸਟਾਰਟ ਕਰੀਏ ਤੇ ਕੱਚਾ ਜਿਹਾ ਧੂੰਆਂ ਮਾਰਦੀ, ਉੱਦਾਂ ਵਾਲਾ ਕੱਚਾ ਧੂੰਆਂ ਜੇ ਇਸ ਗੱਲ ਦਾ ਨਿਕਲਣ ਲੱਗ ਪਿਆ ਵੀ ਸ਼ੈਂਤ ਦਾ ਮਾਮਲਾ ਜੀ, ਵੀ ਸਿੱਧੂ ਸਾਹਿਬ ਆਪਣੇ ਹਲਕੇ ਤੋਂ ਉੱਤੇ ਲੜਨ, ਦੂਜੀ ਟੱਕਰ ਉਹ ਸੁਖਬੀਰ ਬਾਦਲ ਸਾਹਿਬ ਨੂੰ ਜਾ ਕੇ ਦੇ ਦੇਣ ਜਲਾਲਾਬਾਦ ਤੋਂ, ਕਿਉਂਕਿ ਉੱਥੋਂ ਆਂਵਲਾ ਸਾਹਿਬ ਤਾਂ ਲੜਨਾ ਨਹੀਂ ਚਾਹੁੰਦੇ, ਹੋਰ ਕੋਈ ਬੰਦਾ ਉੱਥੇ ਜਾਣਾ ਨਹੀਂ ਚਾਹੁੰਦਾ। ਮੋਹਰਿਓਂ ਸੁਖਬੀਰ ਸਿੰਘ ਬਾਦਲ ਸਾਹਿਬ ਕੈਂਡੀਡੇਟ ਨੇ, ਇੱਧਰਲੇ ਪਾਸੇ ਉਹਨਾਂ ਨੂੰ ਘੇਰ ਦੇ ਦੋ, ਕਹਿੰਦੇ ਕੋਈ ਗੱਲ ਨਹੀਂ ਫਿਰ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਘੇਰ ਕੇ ਰੱਖਦੇ ਹਾਂ, ਕੁਛ ਵੀ ਹੋ ਸਕਦਾ। ਪਰ ਇੱਥੇ ਸੰਧਾਲੀਆ ਸਾਹਿਬ ਇੱਕ ਵੈਸੇ ਹੀ ਸਵਾਲ ਉੱਠਦਾ, ਜੇ ਸਿੱਧੂ ਸਾਹਿਬ ਇਹ ਫੈਸਲਾ ਕਰ ਲੈਂਦੇ ਆ, ਹੁਣ ਜੇ ਮਜੀਠੀਆ ਸਾਹਿਬ ਵੀ ਦੋਨਾਂ ਹਲਕਿਆਂ ਤੋਂ ਲੜਨਗੇ, ਜੇ ਸਿੱਧੂ ਸਾਹਿਬ ਵੀ ਮੰਨ ਲਓ ਜੇ ਲੜਦੇ ਆ, ਕਿਉਂਕਿ ਆਪਾਂ ਇਕੱਲੇ ਕਿਸੇ ਬੰਦੇ ਨੂੰ ਕਾਹਨੂੰ ਕਹਿਣਾ ਹੈ, ਸਵਾਲ ਇਹ ਹੈ ਕਿ ਇਸ ਵੱਡੇ ਮੁਕਾਬਲੇ ਦਾ ਜਾਂ ਇਹਨਾਂ ਦੋ ਵੱਡੇ ਮੁਕਾਬਲਿਆਂ ਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ। ਜੇ ਤਾਂ ਹਾਂ ਬਿਆਨ ਤੱਤੇ ਆਉਣਗੇ, ਸਵਾਦ ਲੱਗਣਗੇ, ਭਾਸ਼ਣ ਸੁਣੇ ਜਾਣਗੇ, ਉਹਦੀਆਂ ਕਲਿੱਪਾਂ ਕੱਟੀਆਂ ਜਾਣਗੀਆਂ, ਇੱਕ ਦੂਜੇ ਨੂੰ ਭੇਜੀਆਂ ਜਾਣਗੀਆਂ, ਵਰਕਰਾਂ ਦੇ ਵਿੱਚ ਉਤਸ਼ਾਹ ਆਊਗਾ, 4 ਦਿਨ ਅਸੀਂ ਖਬਰਾਂ ਪੜ੍ਹਾਂਗੇ, ਪਰ ਉਹਦਾ ਪੰਜਾਬ ਦੀ ਸਿੱਖਿਆ ਨਾਲ, ਸਿਹਤ ਨਾਲ, ਰੁਜ਼ਗਾਰ ਨਾਲ, ਬੁੱਢੇ ਨਾਲੇ ਦੀ ਸਫਾਈ ਨਾਲ ਬਹੁਤ ਘੱਟ ਉਹਦਾ ਸੰਬੰਧ ਹੈ, ਜਾਂ ਇੱਦਾਂ ਕਹਿ ਲਓ ਹੈ ਹੀ ਨਹੀਂ। ਹਾਂ, ਇੱਕ ਨੁਕਸਾਨ ਪੰਜਾਬ ਨੂੰ ਬਹੁਤ ਵੱਡਾ ਹੋਊਗਾ ਜੇ ਦੋਨੋਂ ਲੀਡਰ 2-2 ਹਲਕਿਆਂ ਤੋਂ ਲੜਦੇ ਆ। ਮੰਨ ਲਓ ਜੇ ਦੋਨਾਂ ਹਲਕਿਆਂ ਤੋਂ ਜਿੱਤ ਜਾਂਦੇ ਆ, ਜਾਂ ਮਜੀਠੀਆ ਸਾਹਿਬ ਦੋਨਾਂ ਤੋਂ ਜਿੱਤ ਜਾਂਦੇ ਆ, ਫਿਰ ਇਹਦਾ ਮਤਲਬ ਹੈ ਕਿ ਇੱਕ ਸੀਟ ਉਹ ਖਾਲੀ ਕਰਨਗੇ, ਕਿਉਂਕਿ ਸੰਵਿਧਾਨਕ ਤੌਰ ਤੇ ਉਹ ਲਿਖ ਸਕਦੇ ਆ, ਦੋਨਾਂ ਪਾਸਿਆਂ ਤੋਂ ਜਾ ਸਕਦੇ ਆ, ਦੋਨਾਂ ਪਾਸਿਆਂ ਤੋਂ ਫਿਰ ਅਸਤੀਫਾ ਇੱਕ ਤੋਂ ਦੇ ਸਕਦੇ ਆ। ਕੋਈ ਉਹਨਾਂ ਨੂੰ ਉਂਗਲੀ ਕਰਨ ਵਾਲਾ ਨਹੀਂ ਕਿ ਐਂ ਕਿਉਂ ਕੀਤਾ, ਕਿਉਂਕਿ ਉਹ ਸਾਨੂੰ ਆਗਿਆ ਮਿਲੀ ਹੋਈ ਹੈ। ਪਰ ਇਹ ਗੱਲ ਅਕਾਲੀ ਦਲ ਦੀ ਲੀਡਰਸ਼ਿਪ ਵੀ ਜਾਣਦੀ ਆ ਕਿ ਪੰਜਾਬ ਕਰਜ਼ਾਈ ਹੈ, ਇਹ ਗੱਲ ਕਾਂਗਰਸੀ ਵੀ ਜਾਣਦੇ ਆ, ਇਹ ਸਾਰੀਆਂ ਪਾਰਟੀਆਂ ਵਾਲੇ ਜਾਣਦੇ ਆ। ਤੇ ਫਿਰ ਇਹ ਨਹੀਂ ਕਿ ਉੱਥੇ ਜ਼ਿਮਨੀ ਚੋਣ ਹੋਣੀ ਹੈ, ਉਹ ਪੰਜਾਬ ਦੇ ਲੋਕਾਂ ਦੇ ਸਿਰ ਕਰੋੜਾਂ ਰੁਪਈਏ ਦਾ ਬੋਝ ਪੈਣਾ ਹੈ। ਤੇ ਇਹ ਗੱਲਾਂ ਪੰਜਾਬ ਦੇ ਲੋਕਾਂ ਨਾਲ ਹੁੰਦੀਆਂ ਰਹੀਆਂ। ਤੁਹਾਨੂੰ ਯਾਦ ਹੋਣਾ ਹੈ, ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੇ ਵਿਧਾਇਕ ਹੁੰਦੇ ਸੀ, ਉਹਨਾਂ ਨੂੰ ਚੱਕ ਕੇ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਲੜਨ ਲਈ ਭੇਜ ਦਿੱਤਾ, ਉਹ ਜਿੱਤ ਗਏ, ਪਟਿਆਲਾ ਸ਼ਹਿਰੀ ਤੋਂ ਅਸਤੀਫਾ ਦੇ ਦਿੱਤਾ, ਪੰਜਾਬ ਦੇ ਲੋਕਾਂ ਸਿਰ ਬੋਝ ਪਾ ਦਿੱਤਾ। ਉਸ ਤੋਂ ਬਾਅਦ 2017 ਦੀਆਂ ਚੋਣਾਂ ਆ ਗਈਆਂ, ਅੰਮ੍ਰਿਤਸਰ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ,
ਪਟਿਆਲੇ ਸ਼ਹਿਰੀ ਤੋਂ ਫਿਰ ਪੁਰਾਣੇ ਹਲਕੇ ਤੋਂ ਚੋਣ ਲੜ ਲਈ, ਅੰਮ੍ਰਿਤਸਰ ਫਿਰ ਜ਼ਿਮਨੀ ਚੋਣ ਹੋਈ, ਫਿਰ ਕਰੋੜਾਂ ਰੁਪਈਏ ਦਾ ਬੋਝ ਪੰਜਾਬ ਦੇ ਲੋਕਾਂ ਤੇ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਲੰਬੀ ਤੋਂ ਤਾਂ ਕਿਲ੍ਹਾ ਰਾਏਪੁਰ ਤੋਂ ਇਕੱਠੀ ਲੜ ਲਈ, ਦੋਨਾਂ ਤੋਂ ਜਿੱਤ ਗਿਆ, ਕਿਲ੍ਹਾ ਰਾਏਪੁਰ ਛੱਡ ਦਿੱਤਾ, ਉੱਥੇ ਜ਼ਿਮਨੀ ਚੋਣ ਹੋ ਗਈ। ਪਿਛਲੀ ਵਾਰ ਤੁਸੀਂ ਦੇਖੋ ਇੱਕੋ ਹੀ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਸਾਹਿਬ ਚੋਣ ਲੜਦੇ ਆ, ਉੱਥੇ ਹੀ ਭਗਵੰਤ ਮਾਨ ਸਾਹਿਬ ਸੰਗਰੂਰ ਦੇ ਐਮਪੀ ਹੁੰਦੇ ਆ, ਚੋਣ ਲੜਦੇ ਆ, ਉੱਥੋਂ ਹੀ ਲੁਧਿਆਣੇ ਦੇ ਐਮਪੀ ਹੁੰਦੇ ਆ, ਰਵਨੀਤ ਬਿੱਟੂ ਚੋਣ ਲੜਦੇ ਆ। ਜਾਣੀ ਕਿ ਪੰਜਾਬ ਦੇ ਲੋਕਾਂ ਦੇ ਬੋਝ ਕਿੱਦਾਂ ਪੈਣਾ ਸੀ? ਜੇ ਭਗਵੰਤ ਮਾਨ ਜਿੱਤਦੇ ਫਿਰ ਆਪਣੀ ਐਮਪੀਸ਼ਿਪ ਛੱਡਦੇ, ਫਿਰ ਉੱਥੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਲਾ ਕੇ ਜ਼ਿਮਨੀ ਚੋਣ ਹੁੰਦੀ। ਜੇ ਬਿੱਟੂ ਸਾਹਿਬ ਜਿੱਤ ਜਾਂਦੇ ਫਿਰ ਆਪਣੀ ਐਮਪੀਸ਼ਿਪ ਛੱਡਦੇ, ਫਿਰ ਲੁਧਿਆਣੇ ਜ਼ਿਮਨੀ ਚੋਣ ਹੁੰਦੀ, ਫਿਰ ਪੰਜਾਬ ਦੇ ਲੋਕਾਂ ਤੇ ਬੋਝ ਪੈਂਦਾ। ਜਿਹੜੇ ਸਭ ਤੋਂ ਵੱਧ ਖਜ਼ਾਨਾ ਖਾਲੀ ਹੈ, ਸਾਨੂੰ ਥੋੜੇ ਪੈਸੇ ਖਰਚਣੇ ਚਾਹੀਦੇ ਆ, ਉਹ ਕਹਿੰਦੇ ਹੁੰਦੇ ਮਨਪ੍ਰੀਤ ਬਾਦਲ। ਉਹਨਾਂ ਨੇ 2012 ਦੇ ਵਿੱਚ ਮੌੜ ਤੋਂ ਤੇ ਗਿੱਦੜਬਾਹਾ ਤੋਂ 2 ਹਲਕੇ ਤੋਂ ਚੋਣ ਲੜੀ ਸੀ। ਚਲੋ ਦੋਨਾਂ ਤੋਂ ਹੀ ਹਰ ਗਏ, ਦੋਨਾਂ ਤੋਂ ਹੀ ਤੀਸਰੇ ਨੰਬਰ ਤੇ ਆਏ, ਪਰ ਜੇ ਦੋਨਾਂ ਤੋਂ ਜਿੱਤ ਜਾਂਦੇ ਫਿਰ ਪੰਜਾਬ ਦੇ ਲੋਕਾਂ ਦੇ ਸਿਰ ਫਿਰ ਇੱਕ ਸੀਟ ਛੱਡ ਕੇ ਜ਼ਿਮਨੀ ਚੋਣ ਦਾ ਬੋਝ ਤਾਂ ਫਿਰ ਉਹਨਾਂ ਨੇ ਵੀ ਪਾ ਦੇਣਾ ਸੀ ਨਾ। ਨਹੀਂ ਗੱਲਾਂ ਤੁਹਾਡੀਆਂ ਬਿਲਕੁਲ ਠੀਕ ਹੈ ਬਾਟ ਸਾਹਿਬ, ਪਰ ਕਾਰਨ ਪਤਾ ਕੀ ਹੈ? ਇੱਥੇ ਫਿਰ ਉਹ ਗੱਲ ਆ ਜਾਂਦੀ, ਉਹ ਕਹਿੰਦੇ ਭਾਈ ਦਿਨ ਵਾਹਣ ਇੱਕੋ ਜੇ। ਹੁਣ ਕਾਰਨ ਹੈ ਨਾ ਵੀ ਜੇ ਮੰਨ ਲਓ ਵੀ ਕਾਂਗਰਸ ਪਾਰਟੀ ਆਖੂਗੀ ਵੀ ਅਸੀਂ ਫਲਾਣੇ ਥਾਂ ਨਹੀਂ ਜਾਂਦੇ ਜੀ, ਉਹ ਵੀ 5-4 ਸਪੋਰਟਰ ਨਹੀਂ ਥੱਲੇ ਜਾਂਦੇ ਕਿੱਦਾਂ ਨਹੀਂ ਯਾਰ, ਅਸੀਂ ਵੀ ਜਾਵਾਂਗੇ, ਉਹ ਨਹੀਂ ਆਏ, ਜੇ ਉਹ ਆਏ ਤਾਂ ਫਿਰ ਅਸੀਂ ਵੀ ਜਾਵਾਂਗੇ। ਅਗਲਾ ਹੋਵੇ ਜਿਮਨੀ ਚੁਣ ਲੈ, ਜਿੱਥੇ ਇੱਕ ਹੋਣੀ ਉੱਥੇ 2 ਜਾਣਗੇ, ਕੀ ਫਰਕ ਪੈਂਦਾ? ਕਿਉਂਕਿ ਵੈਸੇ ਵੀ ਇਸ ਵਕਤ ਪੰਜਾਬ ਦੇ ਵਿੱਚ ਮੌਜੂਦਾ ਸਿਨੈਰੀਓ ਦੇ ਹਿਸਾਬ ਨਾਲ ਇੱਕ ਜਿਹੜੀ ਐਮਪੀ ਦੀ ਜ਼ਿਮਨੀ ਚੋਣ ਉਹ ਤੇ ਹੋਣੀ ਹੈ, ਕਿਉਂਕਿ ਜੇ ਸੁਖਬੀਰ ਬਾਦਲ ਸਾਹਿਬ ਜਿੱਤ ਜਾਂਦੇ ਆ, ਉਧਰੋਂ ਉਹਨਾਂ ਦੀ ਸਰਕਾਰ ਬਣ ਜਾਂਦੀ, ਉਹ ਮੁੱਖ ਮੰਤਰੀ ਬਣਦੇ ਆ, ਤੇ ਫਿਰ ਉਹਨਾਂ ਦੀ ਐਮਪੀ ਵਾਲੀ ਸੀਟ ਖਾਲੀ ਹੋਣੀ ਹੈ, ਉੱਥੇ ਜ਼ਿਮਨੀ ਚੋਣ ਹੋਊਗੀ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ, ਭਗਵੰਤ ਮਾਨ ਹੋਣੀ ਜਿੱਤ ਜਾਂਦੇ, ਮੁੱਖ ਮੰਤਰੀ ਉਹ ਬਣਦੇ, ਤੇ ਫਿਰ ਉਹਨਾਂ ਦੀ ਐਮਪੀ ਵਾਲੀ ਸੀਟ ਖਾਲੀ ਹੋਊਗੀ। ਸੋ ਦੋਵਾਂ 'ਚੋਂ ਇੱਕ ਐਮਪੀ ਵਾਲੀ ਸੀਟ ਤਾਂ ਆਲਰੇਡੀ ਖਾਲੀ ਹੋਣੀ ਹੈ, ਤੇ ਜਿੱਥੇ ਐਮਪੀ ਵਾਲੀ ਸੀਟ ਖਾਲੀ ਹੋਣੀ ਉੱਥੇ 1-2 ਫਿਰ ਵਿਧਾਨ ਸਭਾ ਦੀਆਂ ਵੀ ਕਰਾ ਲਾਂਗੇ, ਫਿਰ ਵਿਹਲੇ ਹੀ ਆ। ਫਿਰ ਮਤਲਬ ਵੀ ਲੰਮੇ ਸਾਹਿਬ ਕਾਹਤੋਂ ਫਿਰ ਯਾਰ? ਸੰਧਾਲੀਆ ਸਾਹਿਬ ਗੱਲ ਤਾਂ ਤੁਹਾਡੀ ਠੀਕ ਹੈ, ਇਹ ਬੰਦੇ ਬਣਦੇ ਨਹੀਂ ਕਾਨੂੰਨੀ ਤੌਰ ਤੇ, ਪਰ ਕਿਉਂਕਿ ਪੰਜਾਬ ਦੇ ਪ੍ਰਤੀ ਵਚਨਬੱਧ ਬਹੁਤ ਨੇ, ਪੰਜਾਬ ਦੇ ਪ੍ਰਤੀ ਫਿਕਰਮੰਦ ਬਹੁਤ ਨੇ। ਪੰਜਾਬ ਦੇ ਬੱਚਿਆਂ ਨੂੰ ਦਵਾਈ ਨਹੀਂ ਮਿਲਦੀ, ਪੰਜਾਬ ਦੇ ਬੱਚਿਆਂ ਨੂੰ ਕਾਪੀ ਨਹੀਂ ਮਿਲਦੀ, ਪੰਜਾਬ ਦੇ ਬੱਚਿਆਂ ਨੂੰ ਜਰਾਬਾਂ ਨਹੀਂ ਮਿਲਦੀਆਂ, ਪੰਜਾਬ ਦੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਨਹੀਂ ਮਿਲਦਾ, ਉਹਦੇ ਲਈ ਇੰਨੇ ਚਿੰਤਤ ਆ, ਕਹਿੰਦੇ ਖਰਚੇ ਘਟਾਉਣੇ ਆ। ਠੀਕ ਹੈ, ਤੁਸੀਂ ਮੁੱਖ ਮੰਤਰੀ ਬਣੋ, ਤੁਹਾਨੂੰ ਜੀ ਆਇਆਂ ਨੂੰ, ਤੁਹਾਨੂੰ ਸ਼ੁਭ ਸ਼ਾਮਾਂ, ਪਰ ਜ਼ਿਮਨੀ ਚੋਣ ਦਾ ਜਿੰਨਾ ਖਰਚ ਹੋਊਗਾ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਫਿਰ ਤੁਸੀਂ ਕੋਲੋਂ ਜਮ੍ਹਾਂ ਕਰਾ ਦਿਓ, ਕਿਉਂਕਿ ਲੋਕਾਂ ਨੇ ਬਿਲਕੁਲ ਤੁਹਾਨੂੰ ਚਿੱਠੀਆਂ ਨਹੀਂ ਸੀ ਪਾਈਆਂ ਕਿ ਪਹਿਲਾਂ ਐਮਪੀ ਬਣੋ। ਜੇ ਤੁਹਾਡੇ ਮਨ ਦੇ ਵਿੱਚ ਸੀਗਾ ਤਾਂ ਤੁਸੀਂ ਫਿਰ ਐਮਪੀ ਨਾ ਬਣਦੇ, ਤੁਸੀਂ ਫਿਰ ਸਿੱਧੀ ਮੁੱਖ ਮੰਤਰੀ ਦੀ ਲੜਾਈ ਲੜ ਲੈਂਦੇ। ਪਰ ਇੱਥੇ ਇੱਕ ਗੱਲ ਹੋਰ ਹੈ, ਅਜੇ ਨਵਜੋਤ ਸਿੰਘ ਸਿੱਧੂ ਨੇ ਅਨਾਉਂਸ ਨਹੀਂ ਕੀਤਾ, ਹੋ ਸਕਦਾ ਕਰ ਦੇਣ। ਮੈਂ ਕਹਿੰਦਾ ਕਿ ਪੰਜਾਬ ਦੇ ਲੋਕ ਇਸ ਗੱਲ ਦੇ ਲਈ ਦਬਾਅ ਪਾਉਣ, ਪ੍ਰੈਸ਼ਰ ਪਾਉਣ, ਇਸ ਕਰਕੇ ਨਹੀਂ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਖਿਲਾਫ ਚੱਲਣਾ ਚਾਹੁੰਦੇ ਆ, ਆਪਣੇ ਸੂਬੇ ਦੇ ਕਰਜ਼ੇ ਨੂੰ ਦੇਖਦੇ ਆ, ਖਾਲੀ ਖਜ਼ਾਨੇ ਨੂੰ ਦੇਖਦੇ ਆ, ਕਿਉਂਕਿ ਸਾਡੇ ਬੱਚੇ ਤਾਂ ਥੋੜੀਆਂ ਤਨਖਾਹਾਂ ਤੇ ਲੱਗੇ ਹੋ ਆ, ਆਊਟਸੋਰਸ ਕੀਤੇ ਹੋ ਆ, ਉਹ ਕੱਚੇ ਮੁਲਾਜ਼ਮ ਰੱਖੇ ਹੋ ਆ, ਘਰ ਨਹੀਂ ਚੱਲਦੇ। ਅਸੀਂ ਪੰਜਾਬ ਦੇ ਭਾਰਤ ਦੇ ਖਜ਼ਾਨੇ ਤੇ ਬੋਝ ਸਹਿਣ ਦੇ ਲਈ ਇਸ ਲਈ ਯੋਗ ਨਹੀਂ। ਠੀਕ ਹੈ, ਮਜੀਠੀਆ ਸਾਹਿਬ ਨੇ ਲੜਨੀ ਹੈ, ਜਦ ਪਾਰਟੀ ਦੇ ਪ੍ਰਧਾਨ ਕਹਿ ਗਏ ਕਿ ਸਿੱਧੂ ਦੀ ਜ਼ਮਾਨਤ ਜ਼ਬਤ ਕਰ ਦੇਣੀ ਹੈ, ਫਿਰ ਮਜੀਠੀਆ ਨੂੰ ਟਿਕਟ ਕਿਸੇ ਹੋਰ ਨੂੰ ਦੇ ਦਿਓ, ਟੱਬਰ 'ਚੋਂ ਦੇ ਦਿਓ, ਕੋਈ ਗੱਲ ਨਹੀਂ। ਇੱਦਾਂ ਹੀ ਜੇ ਸਿੱਧੂ ਸਾਹਿਬ ਨੇ 2 ਜਗ੍ਹਾ ਤੋਂ ਲੜਨੀ ਹੋਏਗੀ, ਉਹਨਾਂ ਨੂੰ ਜੇ ਪਤਾ ਹੋਏਗਾ ਕਿ ਉਹਨਾਂ ਨੇ ਜਲਾਲਾਬਾਦ ਜਾ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹਰਾ ਦੇਣਾ ਹੈ, ਫਿਰ ਉੱਥੋਂ ਹੀ ਲੜ ਲੈਣ, ਪਿੱਛੋਂ ਕਿਸੇ ਹੋਰ ਨੂੰ ਟਿਕਟ ਦੇ ਦੇਣ। ਅਸੀਂ 2 ਵਾਰੀ ਦਾ, ਕਿਉਂਕਿ ਯਕੀਨ ਤਾਂ ਪੂਰਾ ਨਾ ਕਿ ਜਿੱਤ ਜਾਣਾ, ਫਿਰ 2 ਹਲਕਿਆਂ ਤੋਂ ਲੜਨਾ ਕਾਹਤੋਂ? ਇੱਕ ਯਾਰ ਤੀਜਾ ਪਾਓ ਵਿੱਚ, ਹੁਣ ਤੁਸੀਂ ਸ਼ੁਰੂ ਤੇ ਹੋਏ ਆ, ਪਟਿਆਲਾ ਵੀ ਪਾਓ ਪਾਤਾ, ਕਿਉਂਕਿ ਕਾਂਗਰਸ ਪਾਰਟੀ ਨੇ ਉੱਥੋਂ ਦਾ ਕੈਂਡੀਡੇਟ ਨਹੀਂ ਦਿੱਤਾ, ਤੇ ਕੈਪਟਨ ਸਾਹਿਬ ਉੱਥੋਂ ਉਮੀਦਵਾਰ ਹੈ। ਪਟਿਆਲੇ ਨਾਲ ਲਿੰਕ ਵੀ ਹੈਗਾ, ਉਹ ਚੰਨੀ ਸਾਹਿਬ ਲੜਾ ਦਈਏ ਫੇ? ਨਹੀਂ, ਸਿੱਧੂ ਸਾਹਿਬ ਦਾ ਲਿੰਕ ਆ, ਕਿਸੇ ਨੂੰ ਲੜਾ ਦਿਓ, ਤੇ ਤਿੰਨਾਂ ਤੋਂ ਲੜਾ ਦਈਏ ਸਿੱਧੂ ਸਾਹਿਬ ਨੂੰ ਫਿਰ ਯਾਰ। ਫਿਰ ਹੁਣ ਤੁਸੀਂ ਜਿਮਨੀ ਚੋਣ ਤੇ ਕਰਾਉਣੀ ਹੈ, ਕਦੀ ਹੋਰ ਕਰਾ ਲਿਓ ਨਾਲ ਲੱਗਦੇ ਹੱਥ। ਨਹੀਂ, ਦੇਖੋ ਗੱਲ ਇਹ ਹੈ ਕਿ ਪਟਿਆਲਿਓਂ ਤਾਂ ਚੰਨੀ ਸਾਹਿਬ ਦਾ ਬੰਦਾ ਹੈ। ਆਹ ਬੰਦੇ ਤੋਂ ਗੱਲ ਆ ਗਈ ਯਾਦ ਮੈਨੂੰ, ਰਾਘਵ ਚੱਡਾ ਹੋਰਾਂ ਦਾ ਟਵੀਟ ਆ ਜਾਓ, ਉਹ ਕਹਿੰਦੇ ਵੀ ਬੱਲੇ ਬੱਲੇ ਬੱਲੇ, ਕਹਿੰਦੇ ਉਹਨਾਂ ਦੇ ਭਾਜੀ ਨੂੰ ਦਵਾ ਦੀ ਟਿਕਟ ਨਹੀਂ ਤਾਂ ਉੱਥੋਂ। ਉਹ ਗੱਲ ਉਹੀ ਤੇ ਦੱਸਣ ਲੱਗੇ, ਉਹ ਕਹਿੰਦੇ ਵੀ ਆਹ ਲੱਗ ਗਈ ਹੈ ਸਕੀਮ, ਵੀ ਚੰਨੀ ਸਾਹਿਬ ਸਕੀਮ ਲਾ ਗਏ, ਇਹ ਦੋਸ਼ ਚੰਨੀ ਸਾਹਿਬ ਦਾ ਲਾਇਆ ਉਹਨਾਂ ਨੇ। ਉਹ ਕਹਿੰਦੇ ਵੀ ਉਹਨਾਂ ਨੇ ਬੜੇ ਆਰਾਮ ਦੇ ਨਾਲ ਸਿੱਧੂ ਨੂੰ ਘੇਰਨ ਦੇ ਲਈ ਮਜੀਠੀਆ ਵਰਗਾ ਉਮੀਦਵਾਰ ਦੇ ਦਿੱਤਾ ਜੀ, ਚੰਨੀ ਸਾਹਿਬ ਨੇ। ਹਾਂ, ਮਤਲਬ ਉਹ ਕਿੱਧਰ ਨੂੰ ਜਾ ਕੇ ਲਿੰਕ ਉਹਨਾਂ ਨੇ ਜੋੜਿਆ, ਇਹ ਮੈਨੂੰ ਸਮਝੋਂ ਬਾਹਰ ਆ। ਪਰ ਰਾਘਵ ਚੱਡਾ ਸਾਹਿਬ ਦੇ ਹਿਸਾਬ ਨਾਲ ਚੰਨੀ ਸਾਹਿਬ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੀ ਕਿਤੇ ਨਾ ਕਿਤੇ ਅੰਦਰੋਂ ਸਾਂਝ ਦਾ ਕਰਕੇ ਮਜੀਠੀਆ ਸਾਹਿਬ ਹੁਣ ਸਿੱਧੂ ਸਾਹਿਬ ਨੂੰ ਹਰਾਉਣਗੇ, ਤਾਂ ਜੋ ਜਦੋਂ ਸਿੱਧੂ ਸਾਹਿਬ ਜਿੱਤਣਗੇ ਹੀ ਨਹੀਂ ਤੇ ਫਿਰ ਦੇਖੋ ਨਾ, 3 ਚਿਹਰੇ ਸੀ ਕਾਂਗਰਸ ਕੋਲੇ। ਜਾਖੜ ਸਾਹਿਬ ਕਹਿੰਦੇ ਮੈਂ ਇਲੈਕਸ਼ਨ ਲੜਨੀ ਨਹੀਂ, 2 ਰਹਿ ਗਏ, ਦੋਵਾਂ 'ਚੋਂ 2 ਬੰਦੇ ਨੇ, ਦੋਵਾਂ 'ਚ ਜਿਹੜਾ ਜਿੱਤ ਗਿਆ ਉਹਨੇ ਮੁੱਖ ਮੰਤਰੀ ਬਣਨਾ। ਚੰਨੀ ਸਾਹਿਬ ਤਾਂ ਆਪਣੇ ਜੱਦੀ ਹਲਕੇ 'ਚ ਉੱਥੇ ਕਹਿੰਦੇ ਕੋਈ ਖਤਰਾ ਹੈ ਹੀ ਨਹੀਂ। ਇੱਧਰ ਰਹਿ ਗਏ ਸਿੱਧੂ ਸਾਹਿਬ, ਸਿੱਧੂ ਸਾਹਿਬ ਨੂੰ ਹਰਾਉਣ ਲਈ ਬੰਦਾ ਚਾਹੀਦਾ ਸੀ। ਇਹ ਹੁਣ ਪਤਾ ਨਹੀਂ ਰਾਘਵ ਚੱਡਾ ਸਾਹਿਬ ਨਹੀਂ, ਇਹ ਗੱਲ ਦੀ ਤੁਹਾਨੂੰ ਗਰੰਟੀ ਹੈ ਕਿ ਆਪਦੇ ਹਲਕੇ 'ਚ ਉਹਨਾਂ ਨੂੰ ਖਤਰਾ ਨਹੀਂ? ਦੇਖੋ ਜੀ, ਇਹ ਤਾਂ ਹੁਣ ਉਹ ਜਾਣਨ,
ਜੇ ਉੱਥੋਂ ਹੀ ਹਾਰ ਰਿਹਾ ਵੀ ਇੱਕ ਸੀ ਵੀ ਨਹੀਂ, ਹੁਣ ਉੱਥੋਂ ਕਰਾ ਦਾਂਗੇ ਯਾਰ, ਵਿਹਲੇ ਹੀ ਆਪਾਂ। ਭਾਈ ਸੰਧਾਲੀਆ ਸਾਹਿਬ, ਮੈਂ ਇਸ ਗੱਲੋਂ ਹੈਰਾਨ ਆ, ਤੁਸੀਂ ਦੱਸਿਓ ਕਿਉਂਕਿ ਲੀਡਰ ਬੰਦੇ ਹੋ। ਅੱਛਾ, ਸਾਨੂੰ ਮੈਂ ਆਮ leader ਲੋਕ, ਹਾਂ ਆਮ ਲੋਕਾਂ ਨੂੰ ਸੰਬੋਧਿਤ ਹੋ ਕੇ ਦੱਸਿਓ ਜੀ। ਸਾਨੂੰ ਆਪ ਦੇ ਘਰੇ ਸਾਡੇ ਕੋਲੇ 10 20 50 100 ਰੁਪਈਏ ਦਾ ਨੋਟ ਹੁੰਦਾ ਹੀ, ਇੱਕ ਜਾਂ ਦੋ ਹੀ ਹੁੰਦੇ ਆ। ਉਹ ਕਿੱਥੇ ਰੱਖ ਲਿਆ? ਉਹ ਬੈੱਡ ਥੱਲੇ ਰੱਖ ਲਿਆ, ਉਹ ਅੰਗੀਠੀ ਦੇ ਵਿੱਚ ਜਿਹੜਾ ਕੱਪੜਾ ਵਿਛਾਇਆ ਉਹਦੇ ਥੱਲੇ ਰੱਖ ਲਿਆ, ਫਰਿੱਜ ਵਾਲੇ ਕੱਪੜੇ ਥੱਲੇ ਰੱਖ ਲਿਆ, ਉਹ ਬੀਬੀਆਂ ਨੇ ਪੱਤੀ ਵਾਲੇ ਡੱਬੇ 'ਚ ਰੱਖ ਲਿਆ, ਉਹੀ ਨਹੀਂ ਮੁੜ ਕੇ ਲੱਭਦਾ ਹੁੰਦਾ। ਜਿਹੜੀ ਪਾਰਟੀ ਕਹਿੰਦੀ ਹੈ ਸਾਨੂੰ ਪਤਾ ਹੈ ਇੱਦਾਂ ਦੀਆਂ ਸਲਾਹਾਂ ਕਰਦੇ ਸੀ, ਫਲਾਨੇ ਕਰਦੇ, ਫਲਾਨੇ ਕਮਰੇ 'ਚ ਬੈਠ ਕੇ ਕਰਦੇ ਸੀ, ਸੋਫੇ ਦੇ ਉਸ ਪਾਸੇ ਆ ਬੈਠਾ ਸੀ, ਇਸ ਪਾਸੇ ਆ ਬੈਠਾ ਸੀ, ਇਸ ਪਾਸੇ ਆ। ਅਕਾਲੀ ਦਲ ਨੂੰ ਸਾਰੀ ਖਬਰ ਹੈ ਕਿ ਕਿਹੜਾ ਬੰਦਾ ਕਿੱਥੇ ਬੈਠ ਕੇ ਸਲਾਹ ਕਰਦਾ। ਰਾਘਵ ਚੱਡਾ ਸਾਹਿਬ ਨੇ ਦੱਸਤਾ ਕਿ ਚੰਨੀ ਸਾਹਿਬ ਨੇ ਹੁਣ ਮੋਟਰ ਜਿੱਥੇ ਖੇਤ ਹੁੰਦੇ ਆ ਨਾ, ਉੱਥੇ ਵੀ ਅੰਡਰਗਰਾਊਂਡ ਪਾਈਪ ਪਾਏ, ਹੁਣ ਤਾਂ ਇੱਕ ਸਾਹ ਜਿਹਾ ਲੈਣ ਨੂੰ ਪਾਈਪ ਬਾਹਰ ਨੂੰ ਰੱਖਿਆ ਹੁੰਦਾ, ਕੁਛ ਨਾ ਕੁਛ ਨਜ਼ਰ ਆਉਂਦਾ ਹੁੰਦਾ। ਇਹਨਾਂ ਕੋਲ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੀਆਂ ਸਰਵਿਸਿਜ਼ ਨੇ ਸਾਰੀਆਂ ਪਾਰਟੀਆਂ ਦੇ ਕੋਲੇ, ਕਿ ਦੂਜੇ ਦੇ ਘਰ ਦੀ ਸਾਰੀ ਖਬਰ ਹੁੰਦੀ, ਆਪਦੇ ਘਰ ਦੀ ਭਾਵੇਂ ਹੋਵੇ ਨਾ ਹੋਵੇ। ਦੇਖੋ ਇਸੇ ਕਰਕੇ ਅਗਲੀ ਸਿਆਸਤ 'ਚ ਨਹੀਂ ਨਾ, ਮਾਤੜ ਬੰਦਾ ਜਿਹੜਾ ਤੁਹਾਡੇ ਨੂੰ, ਉਹੀ ਤੁਸੀਂ 20 ਦਾ ਨੋਟ ਪੱਤੀ ਵਾਲੇ ਡੱਬੇ 'ਚ ਰੱਖਣਾ। ਠੀਕ ਹੈ, ਉਹ ਫਿਰ ਉਸੇ 20 ਵਾਲੇ ਨੋਟ ਦੀ ਪੱਤੀ ਉਦੋਂ ਲੈ ਕੇ ਆਉਣਾ ਜਦੋਂ ਉਸੇ ਡੱਬੇ 'ਚੋਂ 20 ਵਾਲਾ ਨੋਟ ਲੱਭੇ। ਉਹ ਤੇਰਾ ਲੈ ਅੱਜ ਦੀ ਪੱਤੀ ਜੋ ਕਿਤੇ ਲੱਭ ਗਈ, ਮੁੜ ਕੇ ਡੱਬੇ 'ਚ ਹੀ ਝਾੜਨਾ, ਪੱਤੀ ਦਾ ਦਾਣਾ ਕਿਤੇ ਬਾਹਰ ਨੜੇ। ਨਹੀਂ, ਡੱਬੇ 'ਚ ਨਹੀਂ ਝਾੜਨਾ ਵਾਟਸਐਪ, ਉਹ ਪਹਿਲਾਂ ਡੱਬਾ ਝਾੜਨਾ, ਠੀਕ ਹੈ, ਪਤੀਲੇ 'ਚ, ਫਿਰ ਪਤੀਲੇ 'ਚ ਨੋਟ ਝਾੜਨਾ, ਫਿਰ ਕਲੀਅਰ ਹੋ ਜਾਣਾ ਵੀ ਹੁਣ ਪੱਤੀ ਲਿਆਉਣ ਵਾਲੀ ਹੋ ਗਈ। ਕੀ ਬਾਤ ਹੈ ਨਾ। ਇਸ ਕਰਕੇ ਤੁਸੀਂ ਕੱਲ ਹੀ ਸੋਚਾਂ ਸੋਚਦੇ ਨੇ, ਫਿਰ ਪੱਤੀ ਲੈਣ ਜਾਂਦੇ ਜਾਂਦੇ ਸੁੰਘਦੇ ਜਾਣਾ, ਪੱਤੀ ਬੜੀ ਕਮਾਲ ਦੀ ਵੈ ਗੱਲ ਹੀ ਆ। ਸੋ ਇਹ ਤਾਂ ਇਸ ਵਕਤ ਬਣ ਗਿਆ ਪੇਚ, ਕਸੂਤਾ ਫਸ ਗਿਆ ਕਿ ਵੀ ਕੌਣ ਕਿੱਥੋਂ ਕਿੱਥੋਂ ਲੜੂਗਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸ਼ਾਇਦ ਪੇਚ ਫਸ ਜਵੇ। ਅੱਜ ਬੀਜੇਪੀ ਵਾਲਿਆਂ ਦੀ ਲਿਸਟ ਆ ਜਾਣੀ ਹੈ, ਉਹ ਵੀ ਕੋਈ ਨਾ ਕੋਈ ਨਵਾਂ ਮਤਲਬ ਆਪਣੇ ਲੋਕ ਕੱਢ ਦੇਣਗੇ ਵੀ ਆਹ ਲਓ ਜੀ ਫਲਾਣੇ ਫਲਾਣੇ ਥਾਂ ਦੇ ਵੱਡੇ ਨਾਂ ਦੇ ਦਿੱਤੇ ਨੇ। ਨਹੀਂ ਦੇਖੋ, ਉਹਨਾਂ ਦੇ ਕੋਲੇ ਅਜੇ ਬੰਦੇ ਬਹੁਤ ਪਏ ਨੇ, ਉਡੀਕਦੇ ਸੀ ਵੀ ਕਿਤੇ ਹੋਰ ਜੇ ਕਹਿ ਰਹੀ ਹੁੰਦਾ ਨਾ ਕਿ 2:30 ਤੇ ਬੱਸ ਤੁਰਨੀ ਆ, 31 ਹੋ ਗਿਆ 32 ਹੋ ਗਿਆ, ਉਹ ਨਾਲ ਦੀ ਬੱਸ ਵਾਲਾ ਆ ਕੇ ਡੰਡੇ ਮਾਰਦਾ, ਤੋਰ ਬਈ, ਉਹ ਤੋਰ ਵੀ ਤੋਰ, ਉਹ ਮਾੜੇ ਸ਼ਾਇਦ ਇੱਕ ਅੱਧੀ ਸਵਾਰੀ ਕੋਈ ਉਧਰਲੇ ਪਾਸਿਓਂ ਮਰੂੰਡਾ ਲੈਂਦੀ ਬੀਬੀ ਜਿਹੜੀ ਆ ਨਿਆਣਿਆਂ ਲਈ, ਉਹ ਆ ਜਾਵੇ ਕਿ ਭਾਈ ਰੋਕੀ ਮਾੜਾ ਜਿਹਾ। ਉਹ ਸਵਾਰੀਆਂ ਸਵੂਰੀਆਂ ਭਾਲਦੇ ਆ। ਪਰ ਅੱਜ ਸ਼ਾਮ ਤੱਕ ਉਮੀਦ ਹੈ ਕਿ ਘੱਟੋ ਘੱਟ 10 ਤੋਂ ਲੈ ਕੇ 12 ਉਮੀਦਵਾਰਾਂ ਦੀ ਸੂਚੀ ਉਹ ਜਾਰੀ ਹੋ ਜਾਣੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ। ਤਾਂ ਉਹਦੇ ਪਿੱਛੇ ਇੱਕ ਖਾਸ ਕਾਰਨ ਹੈ। ਉਹ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਨੇ ਜਿਹੜੇ 23 ਮੈਂਬਰੀ ਸੂਚੀ ਦੂਸਰੀ ਜਾਰੀ ਕੀਤੀ ਸੀ, ਉਹਦੇ ਤੋਂ ਬਾਅਦ ਸਾਹਨੇਵਾਲ ਤੋਂ ਬੀਬੀ ਸਤਵਿੰਦਰ ਬਿੱਟੀ ਉਹ ਕਹਿੰਦੇ ਜੀ ਚੋਣ ਅਸੀਂ ਬਾਗੀ ਹੋ ਕੇ ਲੜਨੀ ਹੈ, ਸਾਡਾ ਹੱਕ ਬਣਦਾ ਹੈ। ਉਧਰਲੇ ਪਾਸਿਓਂ ਸਮਰਾਲਿਓਂ ਕਈ ਵਾਰ ਦੇ ਐਮਐਲਏ ਅਮਰੀਕ ਸਿੰਘ ਢਿੱਲੋਂ ਹੋਰੀ ਕਹਿੰਦੇ ਕਿ ਬਹੁਤੇ ਸਰਪੰਚ ਮੇਰੇ ਨਾਲ ਆ, ਮੈਂ ਹੁਣ ਪਾਰਟੀ ਨੂੰ ਦੱਸੂਗਾ ਕਹਾਣੀ ਕਿੱਦਾਂ ਚੱਲਦੀ ਹੈ। ਉਧਰਲੇ ਪਾਸਿਓਂ ਦਾਮਨ ਬਾਜਵਾ ਥਿੰਦ ਹੋਰੀ ਸੁਨਾਮ ਤੋਂ ਕਹਿੰਦੇ ਕਿ ਇਹ ਤਾਂ ਰਲ ਮਿਲ ਕੇ ਸਿੱਧੂ ਸਾਹਿਬ ਤੇ ਦੋਸ਼ ਲਾਇਆ, ਟਿਕਟ ਇਹਨਾਂ ਨੇ ਸੱਜੇ ਖੱਬੇ ਕੀਤੀ ਹੈ, ਚੋਣ ਤਾਂ ਹੁਣ ਵਰਕਰ ਦੱਸਣਗੇ, ਇਕੱਠ ਕੀਤਾ ਵੱਡਾ ਉਹਨਾਂ ਨੇ, ਮੈਂ ਲੜਨੀ ਹੈ। ਬੀਬੀ ਸਤਕਾਰ ਕੌਰ ਫਿਰੋਜ਼ਪੁਰ ਦਿਹਾਤੀ ਤੋਂ ਐਮਐਲਏ ਹੈ, ਉਹਨਾਂ ਨੇ ਵੀ ਕਿਹਾ ਕਿ ਚੋਣ ਤਾਂ ਆਪਾਂ ਲੜਾਂਗੇ। ਇਧਰਲੇ ਪਾਸੇ ਜਗਮੋਹਨ ਸਿੰਘ ਕੰਗ ਹੋਰੀ ਕਹਿੰਦੇ ਖਰੜ ਤੋਂ ਟਿਕਟ ਗਲਤ ਤਰੀਕੇ ਨਾਲ ਕਿਸੇ ਹੋਰ ਨੂੰ ਦਿੱਤੀ ਹੈ। ਚੰਨੀ ਸਾਹਿਬ ਦੇ ਉੱਤੇ ਈਡੀ ਦੀ ਰੇਡ ਹੋਈ ਸੀ ਰਿਸ਼ਤੇਦਾਰਾਂ ਦੇ ਉੱਤੇ, ਉਹਦੇ ਨਾਲ ਸੰਬੰਧ ਜੁੜਦਾ ਹੈ। ਸਿੱਧੂ ਸਾਹਿਬ ਨੇ ਤਾਂ ਸਪੋਰਟ ਬੜੀ ਕੀਤੀ ਸੀ ਮੇਰੀ, ਪਰ ਟਿਕਟ ਚੰਨੀ ਸਾਹਿਬ ਦੇ ਕਹਿਣ ਤੇ ਕੱਟੀ ਗਈ ਹੈ। ਅਸੀਂ ਕਹਿੰਦੇ ਲੜਾਂਗੇ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਗੱਲ ਇੱਥੇ ਨਹੀਂ ਰੁਕਦੀ, ਭੋਰਾ ਕ ਅਗਲੇ ਪਾਸੇ ਨੂੰ ਵੱਧ ਜਾਈਏ ਤਾਂ ਹੁਣ ਥੋੜੀ ਜਿਹੀ ਲੜਾਈ ਅਮਰਗੜ੍ਹ ਤੋਂ ਸ਼ੁਰੂ ਹੋ ਗਈ, ਥੋੜੀ ਜਿਹੀ ਲੁਧਿਆਣੇ ਤੋਂ ਸ਼ੁਰੂ ਹੋ ਗਈ। ਮਹਿੰਦਰ ਸਿੰਘ ਕੇਪੀ ਅਜੇ ਤੱਕ ਵੀ ਨਾਰਾਜ਼ ਹੀ ਨੇ। ਤਾਂ ਮੈਂ ਸੋਚ ਰਿਹਾ ਸੀ ਕਿ ਪਿਛਲੀ ਵਾਰੀ 77 ਜਿੱਤੀਆਂ ਸੀ, ਐਤਕੀ 28 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦਾ ਰੌਲਾ ਹੈ। ਜੇ ਪਿਛਲੀ ਵਾਰ ਜਿੰਨਾ ਵੋਟ ਬੈਂਕ ਬਰਕਰਾਰ ਵੀ ਰੱਖਦੇ ਆ ਤੇ ਜੇ ਆਪਣੇ ਖਿਲਾਫ ਖੜੇ ਹੋ ਗਏ ਫਿਰ ਤਾਂ ਸ਼ਾਇਦ 50 ਤੋਂ ਨਹੀਂ ਆਪਣੇ ਖਿਲਾਫ ਖੜੇ ਹੋਣੇ ਨਹੀਂ। ਕੀ ਕਰਦੇ ਹੋ WhatsApp, ਉਹੀ ਭੋਲੀਆਂ ਗੱਲਾਂ ਕਰਦੇ ਆ ਵੀਰ ਜੀ ਤੁਸੀਂ ਵੀ। ਬੱਸ ਜਿਹੜੀ ਨਵੀਂ ਨਕੋਰ ਲੱਗੀ ਹੈ ਨਾ, ਦੇਖੋ ਆਮ ਤੌਰ ਤੇ 52 ਸੀਟਰ ਬੱਸ ਹੁੰਦੀ ਹੈ ਜੀ, ਉਹਨਾਂ ਨੇ 65 ਵਾਲੀ ਪਾਈ ਹੈ। ਉਹ ਕਹਿੰਦੇ ਵੀ ਸਵਾਰੀਆਂ ਸਹੀ ਇੱਧਰ ਉੱਧਰ ਕੋਈ ਇੰਜਣ ਦੇ ਭਾਅ, ਕੋਈ ਦੂਜੀ ਲੰਮੀ ਸੀਟ ਤੇ ਬਿਠਾ, ਇੱਕ ਅੱਧਾ ਵਿੱਚ ਸਟੂਲ ਬਿਠਾ ਕੇ ਰੱਖ ਕੇ ਉੱਤੇ ਬਿਠਾ ਲਾ। ਉਹ ਕਹਿੰਦੇ ਵੀ 17 ਨੂੰ ਲਾ ਦੇਣੀ ਆਪਾਂ। ਉਹਨਾਂ ਨੇ ਜੇ 34 ਦਿੱਤੀਆਂ ਸੀਟਾਂ, 10 12 14 ਤੁਸੀਂ ਹੁਣ ਕਹਿੰਦੇ। ਉਹ ਜਦੋਂ 10 12 ਦਾ ਲਾਟ ਉਹਨਾਂ ਨੇ ਵਿੱਚ ਭਰਤੀ ਕਰਨਾ ਨਾ, ਉਹਦੇ 'ਚ ਬਹੁਤ ਸਾਰੇ ਬੰਦੇ ਐਡਜਸਟ ਹੋ ਜਾਣੇ। ਫਿਰ ਉਹ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਕਾਂਗਰਸ ਪਾਰਟੀ ਦੇ ਵਿਰੋਧੀ ਨੇ। ਉਹ ਕਹਿੰਦੇ ਵਿਰੋਧੀ ਕਿਉਂ, ਸਾਡੀ ਪਾਰਟੀ ਬੀਜੇਪੀ। ਮੈਂ ਜੇ ਕੱਲ੍ਹ ਹੀ ਸੁਣਦਾ ਪਿਆ ਸੀ ਕਾਦੀਆਂ ਤੋਂ ਜਿਹੜੇ ਹੁਣ ਉਮੀਦਵਾਰ ਬਣਨ ਦੇ ਚਾਹਵਾਨ ਨੇ, ਬਾਜਵਾ ਭਰਾਵਾਂ ਦੇ ਛੋਟੇ ਬਾਜਵਾ ਸਾਹਿਬ, ਉਹ ਕਹਿੰਦੇ ਬੜੀ ਅਨੁਸ਼ਾਸਿਤ ਪਾਰਟੀ ਹੈ, ਕੋਈ ਐਵੇਂ ਵਿਰੋਧ ਵਾਲੀ ਗੱਲ ਨਹੀਂ ਹੈਗੀ ਜੀ। ਉਹਨਾਂ ਨੇ ਬੜਾ ਸੋਚ ਸਮਝ ਕੇ ਟਿਕਟਾਂ ਦੇਣੀਆਂ ਨੇ। ਆਪਣੇ ਭਾਈਚਾਰੇ ਵਾਲਿਆਂ ਨੂੰ ਸਵਾਲ ਚਲੇ ਗਿਆ। ਬਾਜਵਾ ਸਾਹਿਬ ਗੱਲ ਕਰਦੇ ਆ ਵੀ ਯਾਰ ਵੀ ਉਹ ਜਿਹੜੇ ਉਹਨਾਂ ਦੇ ਆਪਣੇ ਬੰਦੇ ਆ ਪੁਰਾਣੇ, ਪਹਿਲਾਂ ਉਹ ਤਾਂ ਐਡਜਸਟ ਕਰਨੇ ਆ, ਤੁਸੀਂ ਨਵੇਂ ਆ ਗਏ ਉਹਨਾਂ ਦਾ ਹੱਕ ਮਾਰਦੇ। ਦੇਖੋ ਵੀਰ ਜੀ ਇੱਦਾਂ ਨਹੀਂ ਗੱਲ ਕਰਨੀ। ਉਹ ਕਹਿੰਦੇ ਉਹਨਾਂ ਨੂੰ ਸਭ ਨੂੰ ਪਤਾ ਵੀ ਕਿਹੜਾ ਕੈਂਡੀਡੇਟ ਜਿੱਤਣ ਵਾਲਾ, ਉਹਨਾਂ ਨੇ ਉਹਦੇ ਹਿਸਾਬ ਨਾਲ ਉਹ ਚੀਜ਼ ਕਰਨੀ ਆ। ਬਾਕੀ ਬੜਾ ਅਨੁਸ਼ਾਸਨ ਹੈ ਪਾਰਟੀ ਦੇ ਵਿੱਚ, ਕੋਈ ਬੰਦਾ ਇੱਧਰ ਉੱਧਰ ਨਹੀਂ ਜਾਂਦਾ।
ਮੈਂ ਉਹਨਾਂ ਦੀ ਗੱਲ ਤੋਂ ਅੰਦਾਜ਼ਾ ਲਾਵਾਂ ਵੀ ਇਹਦਾ ਮਤਲਬ ਜਿਹੜੀ ਪਾਰਟੀ 'ਚ ਤੁਸੀਂ ਆਏ ਉਹਦੇ 'ਚ ਅਨੁਸ਼ਾਸਨ ਹੈ ਨਹੀਂ ਵੀ ਜਿਹੜਾ ਬੰਦਾ ਮਰਜ਼ੀ ਜਿੱਥੇ ਮਰਜ਼ੀ ਚਲੇ ਜਾਂਦਾ। ਦੇਖੋ ਉੱਥੇ ਇੱਕ ਸਟੇਟਮੈਂਟ ਹੈਗੀ ਨਾ, ਇਹ ਗਲਤ ਪਾਰਟੀ 'ਚ ਸਹੀ ਬੰਦੇ ਸੀ, ਹੁਣ ਇਹ ਸਹੀ ਬੰਦੇ ਸਹੀ ਪਾਰਟੀ 'ਚ ਆ ਗਏ, ਇਹ ਇੱਕ ਪੱਕਾ ਹੀ ਹੁੰਦਾ। ਹਾਂ ਮਤਲਬ ਥੋੜੇ ਦਿਨਾਂ ਤੱਕ ਜੇ ਫਿਰ ਕੁਝ ਹੋ ਗਿਆ, ਅੱਛਾ ਨਹੀਂ ਜੇ ਇਦਾਂ ਸੀ ਤੇ ਫਿਰ ਆਪਣੇ ਬਲਵਿੰਦਰ ਲਾਡੀ ਹੋਣੀ ਕੀ ਕਹਿੰਦੇ ਹੋਣਗੇ? ਨਹੀਂ ਉਹ ਕਹਿੰਦੇ ਜੀ ਮੈਂ ਸਹੀ ਬੰਦਾ ਪਹਿਲਾਂ ਸਹੀ ਪਾਰਟੀ 'ਚ ਸੀ, ਫਿਰ ਮੈਨੂੰ ਲੱਗਾ ਮੈਂ ਸ਼ਾਇਦ ਸਹੀ ਪਾਰਟੀ 'ਚ ਨਹੀਂ, ਫਿਰ ਜਿਹੜੀ ਪਾਰਟੀ ਮੈਨੂੰ ਸਹੀ ਲੱਗੀ ਮੈਂ ਉਹ 'ਚ ਗਿਆ, ਮੈਂ ਦੇਖਿਆ ਉੱਥੇ ਵੀ ਸਹੀ ਨਹੀਂ, ਫਿਰ ਮੈਨੂੰ ਲੱਗਾ ਕਿ ਉਹ ਪਹਿਲੀ ਸਹੀ ਹੈ ਤੇ ਮੈਂ ਸਹੀ ਬੰਦਾ ਸਹੀ ਪਾਰਟੀ 'ਚ ਆ ਗਿਆ, ਪਰ ਸਹੀ ਪਾਰਟੀ ਨੇ ਸਹੀ ਗੱਲ ਨਹੀਂ ਕੀਤੀ, ਮੈਨੂੰ ਟਿਕਟ ਦਿੱਤੀ, ਮੈਨੂੰ ਲੱਗਾ ਕਿ ਜਿਹੜੀ ਪਾਰਟੀ ਨੂੰ ਮੈਂ ਸਹੀ ਸਮਝਦਾ ਸੀ ਉਹ ਸਹੀ ਨਹੀਂ ਸੀ। ਕਿਉਂਕਿ ਹਾਈ ਕਮਾਂਡ ਨੇ ਸੋਚਿਆ ਹੋਣਾ ਨਾ ਵੀ ਬਾਕੀ ਦੀ ਗੱਲਾਂ ਠੀਕ ਹੈ, ਇਹ ਸ੍ਰੀ ਹਰਗੋਬਿੰਦਪੁਰ ਤੋਂ ਬੰਦਾ ਸਹੀ ਨਹੀਂ ਇਸ ਕਰਕੇ ਟਿਕਟ ਕੱਟ ਦਿਓ। ਹੁਣ ਸ਼ਾਇਦ ਉਹਨਾਂ ਦੀ ਟਿਕਟ ਦੇ ਉੱਤੇ ਕਿੱਥੋਂ ਕਿਹੜੀ ਪਾਰਟੀ ਸਹੀ ਪਾਉਂਦੀ ਆ, ਸਾਨੂੰ ਇਹ ਵੀ ਇੰਤਜ਼ਾਰ ਕਰਨਾ ਪਊਗਾ। ਲੱਗ ਜਾਣਾ ਗੱਲ, ਕੋਈ ਗੱਲ ਨਹੀਂ। ਇਹ ਨਾ ਜਦੋਂ ਅੱਡੇ 'ਚ ਇੰਨੀਆਂ ਬੱਸਾਂ ਹੋਣ ਨਾ, ਸਵਾਰੀਆਂ ਥੋੜ੍ਹੀਆਂ ਹੋਣ, ਹਰੇਕ ਨੂੰ ਮਤਲਬ ਐਂ ਸ਼ੀਸ਼ੇ ਵਾਲੀ ਸੀਟ ਮਿਲਦੀ ਹੈ, ਬਾਰੀ ਵਾਲੀ, ਤਾਕੀ ਵਾਲੀ। ਗੱਲ ਤਾਂ ਤੁਹਾਡੀ ਠੀਕ ਹੈ। ਤੇ ਸੰਧਾਲੀਆ ਸਾਹਿਬ ਨਾਲ ਦੀ ਨਾਲ 10 ਬੰਦੇ ਹੋਰ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ 24 ਪਹਿਲਾਂ ਸੀ, 10 ਟਿਕਟਾਂ ਹੋਰ ਦੇ ਦਿੱਤੀਆਂ। ਹੁਣ ਪੰਜਾਬ ਦੇ ਕੁੱਲ 117 ਹਲਕਿਆਂ ਦੇ ਵਿੱਚੋਂ 34 ਉਮੀਦਵਾਰ ਲੋਕ ਇਨਸਾਫ ਪਾਰਟੀ ਦੇ ਉਹ ਮੁਕਾਬਲੇ 'ਚ ਨੇ। ਜਦੋਂ ਦੀ ਲੋਕ ਇਨਸਾਫ ਪਾਰਟੀ ਬਣੀ ਹੈ, ਸਿਮਰਜੀਤ ਸਿੰਘ ਬੈਂਸ ਪ੍ਰਧਾਨ ਬਣੇ ਨੇ, ਪਹਿਲੀ ਵਾਰ ਉਸ ਪਾਰਟੀ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ ਖੜੇ ਕੀਤੇ ਆ। ਹਾਂ ਘੱਟੋ ਘੱਟ 10 ਸੀਟਾਂ ਤੋਂ ਸੰਧਾਲੀਆ ਸਾਹਿਬ ਕਲੀਅਰ ਹੋ ਗਿਆ ਕਿ ਇਦਾਂ ਲੱਗਦਾ ਜਿੱਥੇ ਜਿੱਤ ਹਾਰ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਨੇ ਨਿਭਾਉਣੀ ਹੈ। ਬਾਕੀ 24 ਤੇ ਕੀ ਬਣਦਾ ਉਹ ਫਿਲਹਾਲ ਨਹੀਂ ਕਿਹਾ ਜਾ ਸਕਦਾ। ਹਾਂਜੀ ਉਹ ਗੱਲ ਠੀਕ ਹੈ, ਪਰ ਚਲੋ ਇਹ ਸਾਰੇ ਕੁਛ ਦੇ ਵਿੱਚ ਮੇਰੇ ਖਿਆਲ ਨਾਲ ਉਹ ਸਤਕਾਰ ਕੌਰ ਗਹਿਰੀ ਹੋਰਾਂ ਦੇ ਘਰੋਂ, ਉਹਨਾਂ ਦੇ ਪਤੀ ਲਾਡੀ ਗਹਿਰੀ, ਸਤਕਾਰ ਕੌਰ ਗਹਿਰੀ ਉਹਨਾਂ ਦੇ ਘਰੋਂ, ਉਹਨਾਂ ਦੇ ਪਤੀ। ਹਾਂਜੀ ਕੀ ਗੱਲ ਹੋ ਗਈ? ਮੈਂ ਵੈਸੇ ਹੀ ਗੱਲ ਕਰਦਾ, ਮੈਂ ਗਲਤ ਕਿਹਾ? ਨਹੀਂ ਤੁਸੀਂ ਬਿਲਕੁਲ ਠੀਕ ਕਿਹਾ। ਆ ਵੀ ਉਹਨਾਂ ਦਾ ਵਿਚਾਰਾ ਹੌਸਲਾ ਵਧਾਓ ਵੀ ਕੋਈ ਗੱਲ ਨਹੀਂ, ਉਹ ਕਹਿੰਦੇ ਪਾਰਟੀ 'ਚ ਕੰਮ ਕੀਤਾ ਸਾਡਾ ਹੱਕ ਬਣਦਾ ਹੈ, ਤੇ ਵੀ ਕੋਈ ਗੱਲ ਨਹੀਂ ਪਾਰਟੀਆਂ ਤਾਂ ਹੋਰ ਵੀ ਆਈਆਂ, ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਕੰਮ ਤੁਸੀਂ ਉੱਧਰ ਵੀ ਕੀਤਾ ਟਿਕਟ ਅਸੀਂ ਇੱਧਰੋਂ ਵੀ ਦੇ ਦਿੰਦੇ ਹਾਂ। ਲੈ ਹੱਦ ਹੋ ਗਈ। ਨਹੀਂ ਗੱਲ ਸੁਣੋ, ਇਹ ਕੰਮ ਤੁਸੀਂ ਕਿੰਨਾ ਕੁ ਲਾਡੀ ਗਹਿਰੀ ਹੋ ਰਹੀ ਤੁਸੀਂ ਕੰਮ ਕਿੰਨਾ ਕੀਤਾ ਹੋਏਗਾ? ਆਸ਼ੂ ਬੰਗੜ ਜਿੰਨਾ ਹੋਰ ਨਹੀਂ ਕਰਤਾ ਹੋਣਾ ਜਿੰਨਾ ਉਹਨੇ ਹਫ਼ਤੇ ਜਾ ਕਰਤਾ। ਆਹੋ ਉਹਨਾਂ ਕੋਲ ਤਾਂ ਟਿਕਟ ਵੀ ਸੀਗੀ ਉੱਧਰ ਦੀ। ਹਾਂ ਇਸ ਕਰਕੇ ਦਿਲ ਨਹੀਂ ਨਿੱਕਾ ਕਰਨਾ। ਮੈਂ ਤਾਂ ਨਾਲ ਵਾਲੇ ਬੰਦਿਆਂ ਦੇ ਹੈਰਾਨ ਸੀ, ਉਹ ਹੌਸਲੇ ਨਹੀਂ ਦੇਣ ਡੇ ਵੀ ਤੁਸੀਂ ਲਾਗੇ ਖਲੋਤੇ, ਅਗਲਾ ਬੰਦਾ ਰੋ ਰੋ ਦੱਸੀ ਜਾਂਦਾ ਪੱਤਰਕਾਰ ਨੂੰ, ਪਹਿਲਾਂ ਉੱਥੋਂ ਹੀ ਬੰਦ ਕਰਾ ਦਿਓ ਕੈਮਰਾ ਵੀ ਭਾਜੀ ਇੱਕ ਮਿੰਟ ਰੁਕੋ ਯਾਰ, ਬੰਦਾ ਪਹਿਲਾਂ ਹੌਸਲੇ 'ਚ ਕਰਨ ਦਿਓ, ਬਾਕੀ ਗੱਲਾਂ ਬਾਅਦ 'ਚ ਕਰਾਂਗੇ। ਕਿੱਡੀ ਗੱਲਾਂ 'ਚੋਂ ਗੱਲ ਹੈ ਯਾਰ। ਵੈਸੇ ਉਹ ਤਾਂ ਦੇਖੋ ਉਹਨਾਂ ਦਾ ਮਨ ਦੁਖਿਆ, ਕਹਿੰਦੇ ਕੰਮ ਬੜਾ ਕੀਤਾ ਸੀ। ਇਹ ਤਾਂ ਹਲਕੇ ਦੇ ਲੋਕਾਂ ਨੇ ਦੱਸਣਾ ਕਿ ਉਹਨਾਂ ਨੇ ਕੰਮ ਕਿੰਨਾ ਕੁ ਹਲਕਾ ਜਾਂ ਕਿੰਨਾ ਕੁ ਭਾਰਾ ਕੀਤਾ ਸੀ। ਵੈਸੇ ਬਹੁਤ ਸਾਰੇ ਬੰਦਿਆਂ ਨੇ ਇਤਰਾਜ਼ ਕੀਤਾ, ਕਹਿੰਦੇ ਧੱਕਾ ਹੋ ਗਿਆ ਹੀ ਸਾਡੇ ਨਾਲ, ਇਦਾਂ ਨਹੀਂ ਸੀ ਹੋਣਾ ਚਾਹੀਦਾ। ਵੈਸੇ ਐਤਕੀ ਬੰਦੇ ਨਾ ਐਡਜਸਟ ਬੜੇ ਕੀਤੇ ਆ। ਤੁਸੀਂ ਇਹ ਦੇਖੋ ਆਸ਼ੂ ਬੰਗੜ ਹੋਰੀ ਕਿੰਨੀ ਛੇਤੀ ਆ ਕੇ ਇੰਨਾ ਲਚਕੀਲਾਪਣ, ਰਾਏਕੋਟ ਵਾਲੇ ਜਿਹੜੇ ਜਗਤਾਰ ਸਿੰਘ ਜੱਗਾ ਹੋਰੀ ਉਹ 2 ਜਗ੍ਹਾ ਤੇ ਐਡਜਸਟ ਹੋ ਗਏ। ਪਹਿਲਾਂ ਇੱਕ ਪਾਰਟੀ ਤੋਂ ਕਾਂਗਰਸ 'ਚ ਗਏ, ਉੱਥੇ ਐਡਜਸਟ ਹੋ ਗਏ, ਫਿਰ ਰਾਏਕੋਟ ਤੋਂ ਜਗਰਾਉਂ ਭੇਜ ਦਿੱਤੇ, ਝੱਟ ਉੱਥੇ ਐਡਜਸਟ ਹੋ ਗਏ। ਇੰਨੀ ਐਡਜਸਟਮੈਂਟ ਜੇ ਤੁਹਾਡੇ 'ਚ ਹੁੰਦੀ ਨਾ, ਆਪਣੀ ਲੜਾਈ ਮੁੱਕ ਜਾਂਦੀ। ਨਹੀਂ ਆਪਣੀ ਲੜਾਈ ਤੇ ਹੈ ਵੀ ਕੋਈ ਨਹੀਂ। ਦੇਖੋ ਹੁਣ ਤੁਸੀਂ ਇਹ ਗੱਲ ਹੈ ਕਿ ਵੀ ਜਗਰਾਉਂ ਵਾਲੇ ਤੇ ਵਿਚਾਰੇ ਤੰਗ ਹੋਣਗੇ ਨਾ ਵੀ ਯਾਰ ਬੰਦੇ ਤੇ ਹੈ ਤੇ ਆਮ ਆਦਮੀ ਪਾਰਟੀ ਵਾਲੇ ਸੀਗੇ, ਹੁਣ ਇੱਧਰ ਭੈਣ ਜੀ ਉਹਨਾਂ ਨੂੰ ਵੋਟ ਪਾਈਏ ਕਿ ਜਾਂ ਮਤਲਬ ਉਧਰਲੇ ਪਾਸੇ ਹੁਣ ਇਹ ਜੱਗੇ ਹੋਣੀ ਉੱਧਰੋਂ ਆ ਗਏ ਉਹਨਾਂ ਨੂੰ ਪਾਈਏ। ਨਹੀਂ ਰੌਲਾ ਤਾਂ ਹੋਊਗਾ ਹੀ ਹੁਣ ਨਾ, ਕਿਉਂਕਿ ਅਚਾਨਕ ਜੇ ਤੇ ਸੋਸ਼ਲ ਮੀਡੀਆ ਦਾ ਦੌਰ ਹੈ, ਫੋਟੋਆਂ ਵੇਖਦਿਆਂ ਜ਼ਰੂਰ ਚੇਤੇ ਆਣਾ ਵੀ ਯਾਰ ਆ ਬੰਦਾ ਤਾਂ ਆਮ ਆਦਮੀ ਪਾਰਟੀ ਲੱਗਦਾ ਵੀ ਝਾੜੂ ਚੋਣ ਨਿਸ਼ਾਨ ਹੈ, ਜਗਤਾਰ ਸਿੰਘ ਜੱਗਾ ਲਿਖ ਕਹਿੰਦੇ ਨਾ ਫੋਟੋਆਂ ਤੇ ਨਾ ਜਾਇਓ, ਇਹ ਪੁਰਾਣੀਆਂ ਜੇ ਹੁਣ ਬੰਦੇ ਕੋਲੇ ਹੋਰ ਚੋਣ ਨਿਸ਼ਾਨ। ਸੰਧਾਲੀਆ ਸਾਹਿਬ ਮੈਨੂੰ ਇੱਕ ਗੱਲ ਲੱਗਦਾ, ਦੇਖੋ ਜੇ ਬਹੁਤੀ ਆਸ ਤਾਂ ਹੈ ਨਹੀਂ, ਹੁਣ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਦਾ ਮੁਕਾਬਲਾ ਹੋਣਾ ਹੈ। ਬੀਬੀ ਜੀਵਨਜੋਤ ਕੌਰ ਹੋਰੀ ਉੱਥੋਂ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਨੇ, ਜਿੰਨੇ ਤੱਤੇ ਬਿਆਨ ਆਉਣੇ ਆ, ਕਿਉਂਕਿ ਜ਼ਮਾਨਤ ਕਿਸੇ ਦੀ ਜ਼ਬਤ ਹੁੰਦੀ ਕਿ ਨਹੀਂ ਹੁੰਦੀ ਇਹਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਹੈ। ਉੱਥੋਂ ਕੌਣ ਜਿੱਤਦਾ ਨਹੀਂ ਜਿੱਤਦਾ, ਸਰਕਾਰ ਇੱਕ ਹਲਕੇ ਨਾਲ ਨਹੀਂ ਬਣਨੀ। ਹਾਂ ਇਦਾਂ ਦੇ ਬਿਆਨ ਜ਼ਰੂਰ ਆਉਣਗੇ ਜਾਂ ਆਪਾਂ ਮੀਡੀਆ ਵਾਲੇ ਨੇ ਸੁਣਾਵਾਂਗੇ ਜਿਹਦੇ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਉਹਨਾਂ ਦੇ ਮੁੱਦੇ ਜ਼ਰੂਰ ਭੁੱਲਣਗੇ। ਫਿਰ ਵੀ ਜੇ ਕਿਸੇ ਨੂੰ ਕੋਈ ਮੁੱਦਾ ਚੇਤਾ ਰਹਿ ਗਿਆ ਪੰਜਾਬ ਦਾ, ਕੋਈ ਸਿਹਤ ਸਿੱਖਿਆ, ਕੋਈ ਪਾਣੀ, ਕੋਈ ਇਲਾਜ ਦਾ, ਰੁਜ਼ਗਾਰ ਦਾ, ਉਹ ਆਉਣ ਵਾਲੇ 3-4 ਦਿਨਾਂ ਦੇ ਵਿੱਚ ਆਪਾਂ ਭੁਲਾ ਦੇਣੇ ਆ। ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਵੀ ਕਹਿੰਦੇ ਗੱਡੀ ਤੇ ਕੱਪੜਾ ਮਾਰ ਲਿਆ ਕਿ ਭਾਈ ਚੱਲੀਏ, ਅੱਜ ਆ ਰਹੇ ਨੇ। ਹਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਵੀ ਤਿਆਰੀ ਹੈ, ਉਹ ਕੱਲ ਆ ਰਹੇ ਨੇ। ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚੋਂ ਕਈ ਮੰਤਰੀ ਹੁਣ ਪੰਜਾਬ ਵਾਲੇ ਪਾਸੇ ਆਉਣਗੇ। ਜੇ ਕੋਈ ਮੁੱਦਾ ਚੇਤੇ ਰਹਿ ਗਿਆ ਲੋਕਾਂ ਦਾ, ਆਪਾਂ ਗਰੰਟੀ ਕਰਦੇ ਹਾਂ ਇਸ ਗੱਲ ਦੀ ਹਾਂ ਕਿ 1 ਫਰਵਰੀ ਤੱਕ ਭੁਲਾ ਕੇ ਹਟਾਂਗੇ। ਬਿਲਕੁਲ ਸਹੀ। ਵੈਸੇ ਰਾਹੁਲ ਗਾਂਧੀ ਸਾਹਿਬ ਨੇ ਆਉਣਾ, 2-3 ਪ੍ਰੋਗਰਾਮ ਉਹਨਾਂ ਨੇ ਦਿੱਤੇ ਆ, ਸ਼ਾਇਦ ਉਹ ਕਹਿੰਦੇ ਵੀ ਉਮੀਦਵਾਰਾਂ ਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਵੀ ਦਰਸ਼ਨ ਕਰਨ ਜਾਣਾ। ਫਿਰ ਇਹ ਵੀ ਹੈ ਕਿ ਵੀ ਦੁਰਗਿਆਣਾ ਮੰਦਿਰ ਵੀ ਜਾਣਾ, ਛੋਟੀ ਰੈਲੀ ਹੋਣੀ ਆ, ਤੇ ਉਸ ਛੋਟੀ ਰੈਲੀ ਦਾ ਜਿਹੜਾ ਪ੍ਰਸਾਰਨ ਹੋਣਾ ਉਹਨਾਂ ਦੇ ਭਾਸ਼ਣ ਦਾ, ਉਹ ਵਰਚੁਅਲ ਰੈਲੀਆਂ ਨਿੱਕੀਆਂ ਕਰਕੇ ਵੱਖ-ਵੱਖ ਥਾਵਾਂ ਦੇ ਉੱਪਰ LEDs ਲਾ ਕੇ ਜਾਂ ਕਹਿ ਲਓ ਪ੍ਰੋਜੈਕਟਰ ਲਾ ਕੇ ਥੋੜ੍ਹੀ ਥਾਵਾਂ ਦੇ ਉੱਪਰ ਲੋਕਾਂ ਨੂੰ ਸੁਣਾਉਣੀਆਂ ਵੀ ਸੁਣੋ ਰਾਹੁਲ ਗਾਂਧੀ ਸਾਹਿਬ ਦੇ ਵਿਚਾਰ, ਸੁਣੋ ਕੀ ਕਹਿਣਾ ਚਾਹੁੰਦੇ ਨੇ ਦੇਸ਼ ਨੂੰ। ਇਹ ਐਵੇਂ ਬਿਆਨ ਕਰ ਰਿਹਾ ਬਈ, ਤੇ ਜਦੋਂ ਉਹਨਾਂ ਨੇ ਐਵੇਂ ਬਿਆਨ ਕਰਨਾ
ਉਧਰਲੇ ਪਾਸੇ ਹੋ ਸਕਦਾ ਕਿ ਕਪੂਰਥਲੇ ਤੋਂ ਕਾਂਗਰਸ ਦੇ ਕੈਂਡੀਡੇਟ ਤੇ ਮੌਜੂਦਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹੋਰੀ ਬੈਠੇ ਹੋਣ ਤੇ ਕਪੂਰਥਲੇ ਦੇ ਉਰਲੇ ਪਾਸੇ ਇੱਧਰ ਟੇਢਾ ਜਿਹਾ ਥੋੜ੍ਹਾ ਜਿਹਾ ਕਰਕੇ ਸੁਲਤਾਨਪੁਰ ਲੋਧੀ ਹੈ, ਉੱਥੋਂ ਕਹਿੰਦੇ ਆਪਣੇ ਨਵਤੇਜ ਸਿੰਘ ਚੀਮਾ ਮੌਜੂਦਾ MLA ਜਿਨ੍ਹਾਂ ਦੇ ਖਿਲਾਫ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਬੋਰਡ ਤੇ ਲਿਖਦੇ ਆ ਸਾਡਾ ਰਾਣਾ, ਉਹਨਾਂ ਦੇ ਖਿਲਾਫ ਨਵਤੇਜ ਸਿੰਘ ਚੀਮਾ ਸਾਹਿਬ ਕਹਿੰਦੇ ਮੈਂ 200 ਸਰਪੰਚ ਲੈ ਕੇ ਇਲਾਕੇ ਦੇ ਰਾਹੁਲ ਗਾਂਧੀ ਸਾਹਿਬ ਨੂੰ ਮਿਲੂੰਗਾ ਕਿ ਆਹ ਦੇਖੋ ਜੀ ਆਪਣੀ ਜਿੱਤੀ ਹੋਈ ਸੀਟ ਹੈ, ਬੰਦੇ ਸਾਰੇ ਮੇਰੇ ਨਾਲ ਹੈ, ਰਾਣਾ ਗੁਰਜੀਤ ਸਿੰਘ ਹੋਰੀ ਆਪਣੇ ਬੇਟੇ ਨੂੰ ਇੱਥੇ ਖੜੇ ਕਰਕੇ ਮੇਰੇ ਲਈ ਨੁਕਸਾਨ ਪੈਦਾ ਕਰ ਰਹੇ ਆ ਤੁਹਾਡੇ ਕੋਲ ਹੀ ਬੈਠੇ ਆ, ਜਾਂ ਤੇ ਇਹਨਾਂ ਨੂੰ ਕੋ ਆਪਣੇ ਬੇਟੇ ਤੇ ਉਮੀਦਵਾਰੀ ਵਾਪਸ ਲੈ ਲੈਣ, ਨਹੀਂ ਤਾਂ ਫਿਰ ਇਹਨਾਂ ਨੂੰ ਆਹੋ ਪਾਰਟੀ ਚੋਂ ਚੱਲੀ ਜਾਣੀਆਂ ਗੱਲਾਂ। ਨਹੀਂ 200 ਸਰਪੰਚਾਂ ਦਾ ਕੋਈ ਮੁੱਲ ਨਹੀਂ। ਨਹੀਂ ਉਹ ਤਾਂ ਹੋ ਹੀ ਜਾਣਾ ਗੱਲਬਾਤ, ਉਹਦੇ 'ਚ ਕਿਹੜੀ ਗੱਲਾਂ 'ਚੋਂ ਗੱਲ ਹੈ, ਕਿਉਂਕਿ ਕਾਰਨ ਪਤਾ ਕੀ ਪਤਾ ਨਹੀਂ ਮੈਨੂੰ ਕਿਉਂ ਜਾਪਦਾ ਵੀ ਹੁਣ ਰਾਣਾ ਗੁਰਜੀਤ ਉਹਨਾਂ ਨੂੰ ਕਿਸੇ ਨੇ ਰੋਕਣਾ ਹੈ ਨਹੀਂ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਟਾਪ ਗੇਅਰ 'ਚ ਗੱਡੀ ਪਾ ਲਈ ਹੈ ਨਾ, ਤੇ ਉਧਰੋਂ ਇੰਨੇ ਦਿਨਾਂ ਦਾ ਕੋਈ ਬਿਆਨ ਨਾ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਦਾ, ਨਾ ਮੁੱਖ ਮੰਤਰੀ ਦਾ, ਨਾ ਇੱਧਰੋਂ ਉਧਰੋਂ ਹੋਰ ਕਿਸੇ ਲੀਡਰ ਸਾਹਿਬ ਦਾ ਆਇਆ, ਉਦੋਂ ਮੈਨੂੰ ਇਹ ਗੱਲ ਕਲੀਅਰ ਲੱਗਦੀ ਉਹ ਕਹਿੰਦੇ ਵੀ ਕੋਈ ਗੱਲ ਯਾਰ ਖਿੱਚ ਲੈਣ ਦੇ ਕਰਾਂ ਗੱਡੀ ਉਹਨਾਂ ਨੂੰ, ਕਿਉਂਕਿ ਜੇ ਉਹਨਾਂ ਦਾ ਕੰਮ ਸਿੱਧਾ ਨਾ ਅਗਲੇ ਕਹਿੰਦੇ ਖਰਚਾ ਵੀਰ ਘਰੋਂ ਕਰਨਾ ਹੀ, ਮੁੰਡਾ ਜਿਤਾਉਣਾ ਹੀ, ਤੇ ਝੋਲੀ ਤੁਹਾਡੀ ਦੇ ਵਿੱਚ ਟਿਕਟ ਪਾਉਣੀ, ਹੋਰ ਦੱਸੋ ਕੀ ਚਾਹੀਦਾ। ਆਪੇ ਗੱਲ ਕਿਹੜੀ ਹੈ ਨਾ, ਅਗਲੇ ਕਹਿੰਦੇ ਵੀ ਯਾਰ ਸਾਡੀ ਚੁਆਨੀ ਨਹੀਂ ਲੱਗਣੀ, टिकट सानू मिल रही, सीट सानू मिल रही, होर की चाहिए। हो सकता है राहुल गांधी उठे और कौन कौन है चुनाव में वहाँ सुल्तानपुर लोधी कौन कौन है, वो कहने जी नवतेज सिंह एक मैं हाँ, ठीक है अपने हो, एक जी इन्हों का बेटा है, अच्छा वो झोली में डालना है जो सीट वो वाले, हाँ एक तीसरे कैप्टन हरमिंदर सिंह, ये कहीं देखे लगते जी हुणे ही गए जी अकाली दल अपने होंगे वह गल ही आ आने चलो ये वैसे एडजस्टमेंट बड़ी कर रहे हैं कि सुखबीर बादल साहब जिदा हुण उन्होंने कल जे आपां दो इक्को टिकट की गल करते दो टिकटां की गल करनी होर चेता ही आया कुदरती मैनूं एक तो वड्डे बादल साहब देखो जी इस उम्र दे विच 93 साल की उम्र दे विच एक बार फिर तो लंबी तो उन्होंने कैंडीडेट बनाता गया पार्टी वालों, उधर भी जयकारे लगने सी। दूजा छज्जलवड्डी साहब नूं दोबारा पार्टी शामिल किया, पहलां भी वो अकाली दल च सी, फिर वो चले गए, फिर वो इधर उधर घूमते घुमाते कई थाई गए, उन्होंने पार्टी च शामिल किया। शामिल करद्या सारी टिकट लै भी जट्टा तू कहने हुंदे भी 48 घंटे टिकट 12 घंटे टिकट, हुण दसो किन्ने मिनटां दी टिकट नहीं, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਰਾਜਨੀਤੀ ਬਹੁਤ ਚੰਗੇ ਤਰੀਕੇ ਹੁਣ ਕਰਨ ਲੱਗ ਪਏ ਆ, ਜਾਨੀ ਇਸ ਤਰੀਕੇ ਦੇ ਨਾਲ ਐਡਜਸਟਮੈਂਟਾਂ ਤੁਸੀਂ ਦੇਖੋ। ਪਹਿਲਾਂ ਉਹ ਕਹਿੰਦੇ ਸੀ ਕਿ ਮੈਂ ਪੁੱਛਿਆ ਸੁਲਤਾਨਪੁਰ ਲੋਧੀ ਦੇ ਵਰਕਰਾਂ ਨੂੰ, ਉਹ ਕਹਿੰਦੇ ਜੀ ਕੈਪਟਨ ਸਾਹਿਬ ਹਰਮਿੰਦਰ ਸਿੰਘ ਹੋਰਾਂ ਤੋਂ ਚੰਗਾ ਬੰਦਾ ਕੋਈ ਨਹੀਂ, ਅਸੀਂ ਟਿਕਟ ਦੇ ਦਿੱਤੀ। ਹੁਣ ਵੀ ਜਿਹੜੇ ਤੋਂ ਜੰਡਿਆਲੇ ਨੂੰ ਟਿਕਟ ਦਿੱਤੀ ਨਾ, ਜੰਡਿਆਲੇ ਤੋਂ ਉਹਨਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਲਗਾਤਾਰ ਬਿਨਾਂ ਰੁਕੇ ਬਿਨਾਂ ਪਾਣੀ ਦਾ ਘੁੱਟ ਭਰੇ ਤੇ ਚਾਹ ਪੀਤਿਆਂ ਉਹਨਾਂ ਨੇ ਜੰਡਿਆਲਾ ਵਿਧਾਨ ਸਭਾ ਹਲਕੇ ਦੇ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ, ਉਹਨਾਂ ਦੀਆਂ ਭਾਵਨਾਵਾਂ ਨੂੰ ਜਾਣਿਆ, ਉਹਨਾਂ ਤੋਂ ਰਾਏ ਲਈ, ਫੇਰ ਛੱਜਲਵੱਡੀ ਪਰਿਵਾਰ ਜਿਹੜਾ ਅਕਾਲੀ ਦਲ ਸ਼ਾਮਲ ਕਰਕੇ ਫੇਰ ਕੈਂਡੀਡੇਟ ਬਣਾਇਆ। ਨਹੀਂ ਉਹਨਾਂ ਨੇ ਗੱਲ ਕਲੀਅਰ ਕੀਤੀ ਨਾ, ਕਲੀਅਰ ਕੀਤੀ ਉਹਨਾਂ ਨੇ ਕਲੀਅਰ ਕਰ ਦਿੱਤੀ ਗੱਲ। ਉਹ ਕਹਿੰਦੇ ਵੀ ਦੇਖੋ ਗੱਲ ਕਰਦਾ ਜਿੱਦਾਂ ਮਤਲਬ ਵੀ ਅਨਾਊਂਸਮੈਂਟ ਕਰਦੀ ਫਿਰ ਉਹਦੇ ਵੀ ਸ਼ਾਮਲ ਕਰ ਲਓ ਪਹਿਲਾਂ ਪ੍ਰਧਾਨ ਜੀ ਪਾਰਟੀ। ਅੱਛਾ ਚਲੋ ਮੈਂ ਪਹਿਲਾਂ ਫਿਰ ਪਾਰਟੀ ਸ਼ਾਮਲ ਕਰ ਲਾਂ, ਇਹਨਾਂ ਨੂੰ ਉਮੀਦਵਾਰ ਬਣਾ ਕੇ ਸ਼ਾਮਲ ਕਰ। ਇੱਕ ਹੋਰ ਦੇਖੋ ਵੈਸੇ ਇੱਕ ਗੱਲ ਹੈਗੀ, ਕਿਸੇ ਵੇਲੇ ਬੰਦਾ ਕਹਿੰਦਾ ਲੀਡਰ ਬੰਦੇ ਨਾਲ ਕਿਉਂ ਰੱਖਦੇ, ਉਹ ਨਾਲ ਕਿਸੇ ਵੇਲੇ ਰੱਖਣੇ ਪੈਂਦੇ ਹੁੰਦੇ ਕਿਉਂਕਿ ਗੇਅਰ ਟਾਪ ਲੱਗਾ ਹੁੰਦਾ, ਨਹੀਂ ਸਮਝ ਲੱਗਦੀ ਕਿਸੇ ਵੇਲੇ। ਹੁਣ ਜਿਸ ਹਿਸਾਬ ਨਾਲ ਉਹ ਫੁਰਤੀ 'ਚ ਪੜ੍ਹਦੇ, ਮੈਂ ਸੋਚਦਾ ਵੀ ਜੇ ਕੋਈ ਨਾ ਟੋਕਦਾ ਨਾ, ਉਹਨਾਂ ਕਹਿਣਾ ਵੀ ਅਸੀਂ ਫਿਰ ਜੰਡਿਆਲੇ ਤੋਂ ਵੀ, ਉਹ ਕਹਿੰਦੇ ਵੀ ਇੱਕ ਮਿੰਟ ਪ੍ਰਧਾਨ ਜੀ ਪਹਿਲਾਂ ਬੰਦਾ ਸ਼ਾਮਲ ਪਹਿਲਾਂ ਟਰਾਲੀ ਤਾਂ ਬਿਠਾ ਲਓ, ਸਟੀਅਰਿੰਗ ਬਣਾਉਣ ਫਿਰਦੇ ਵੀ ਉਹ ਵੈਸੇ ਵਾਰਡ ਸਾਹਿਬ ਤੁਹਾਡੀ ਫੁਰਤੀ, ਤੁਹਾਡਾ ਕੋਈ ਜਵਾਬ ਨਹੀਂ ਰਹਿਣਾ ਤੁਹਾਡੇ ਕੋਲ। ਤੁਸੀਂ ਬੜੀ ਵਾਰਾਂ ਕਿਹਾ ਕੋਈ 10 ਦਿਨਾਂ 'ਚ, ਕੋਈ 15 ਜਾਂ 48 ਘੰਟੇ 12 ਘੰਟੇ ਵਾਲੇ ਦਿਨ ਆਏ, ਰਿਕਾਰਡ ਹੀ ਟੁੱਟ ਜਾਣਾ, ਰਿਕਾਰਡ ਬਣ ਜਾਣਾ। ਟਿਕਟ ਦੇਣ ਤੋਂ ਬਾਅਦ ਬੰਦਾ ਸ਼ਾਮਲ ਕੀਤਾ ਜੀ। ਬਾਕੀ ਸੰਧਾਲੀਆ ਸਾਹਿਬ ਗੱਲ ਇੱਦਾਂ, ਜਦੋਂ ਕੇਜਰੀਵਾਲ ਸਾਹਿਬ ਆਉਣਗੇ ਕੱਲ੍ਹ ਨੂੰ, ਹਾਂਜੀ ਉਹਨਾਂ ਨੇ ਫਿਰ 3 ਦਿਨ ਇਕੱਠੇ ਰਹਿਣਾ ਇੱਥੇ, 3 ਦਿਨ। ਅਜੇ ਤਾਂ ਇੰਨਾ ਚੰਗਾ ਹੈ ਕਿ ਹੁਣ ਭਗਵੰਤ ਮਾਨ ਸਾਹਿਬ ਖੁਦ ਪ੍ਰੈਸ ਕਾਨਫਰੰਸ ਕਰਦੇ ਆ, ਇਕੱਲੇ ਕਰਦੇ ਆ। ਉਹਨਾਂ ਨੇ ਪੁਲਸੀਆ ਸੁਧਾਰਾਂ ਦੀ ਵੀ ਗੱਲ ਕੀਤੀ ਕਿ ਅਸੀਂ ਜਿਹਨਾਂ ਨੂੰ ਗਨਮੈਨ ਉੱਦਾਂ ਹੀ ਮਿਲੇ ਆ ਉਹ ਲੋਕਾਂ ਦੀ ਸੇਵਾ 'ਚ ਲਾਵਾਂਗੇ, ਅਸੀਂ ਫ੍ਰੀ ਹੈਂਡ ਪੁਲਿਸ ਨੂੰ ਦਿਆਂਗੇ, ਰਿਸ਼ਵਤਖੋਰੀ ਕੋਈ ਨਹੀਂ ਚੱਲੂ, ਬਦਲੀਆਂ ਤਬਾਦਲੇ ਨਿਯੁਕਤੀਆਂ ਦੇ ਪੈਸੇ ਧੇਲੇ ਕੁਛ ਨਹੀਂ ਚੱਲਣਗੇ, ਅਸੀਂ ਅੰਦਰੂਨੀ ਸੁਰੱਖਿਆ ਪੰਜਾਬ ਦੀ ਮਜ਼ਬੂਤ ਕਰਾਂਗੇ। ਚੰਗਾ ਲੱਗਿਆ। ਨਹੀਂ ਦਰਦ ਬੜਾ ਸੁਣਾਇਆ ਉਹਨਾਂ ਨੇ। ਹਾਂਜੀ ਉਹ ਕਹਿੰਦੇ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਜਿਹੜੇ ਬੰਦਿਆਂ ਕੋਲ ਕਿਤੇ ਪੁਰਾਣੇ ਗਨਮੈਨ ਲੱਗੇ ਆ ਨਾ, ਮੱਝਾਂ ਉਹਨਾਂ ਦੀਆਂ ਹੱਥਾਂ ਤੇ ਪੈ ਗਈਆਂ, ਕਹਿੰਦੇ ਉਹਨਾਂ ਦੇ ਉਹੀ ਸਾਹਿਬ ਦੀ ਮੱਝ ਗਨਮੈਨ ਦੇ ਹੱਥ ਤੇ ਪਈ, ਉਹ ਬੜੇ ਚਿਰ ਦਾ ਉਹੀ ਚੋਈ ਜਾਂਦਾ, ਦੁੱਧ ਚੋ ਕੇ ਤੇ ਰੱਖ ਜਾਂਦਾ, ਗੜ ਵੀ ਘਰ ਨੂੰ ਲੈ ਜਾਂਦਾ ਇੱਕ। ਨਿਆਣੇ ਕਹਿੰਦੇ ਉਹਨਾਂ ਨੇ ਛੱਡਣੇ, ਹੋਰ ਘਰ ਦੇ ਉੱਧਰ ਉੱਧਰ ਦੇ 100 ਕੰਮ ਕਹਿੰਦੇ ਉਹ ਬੰਦੇ ਕਰਦੇ ਆ, ਅਸੀਂ ਉਹਨਾਂ ਨੂੰ ਵਾਪਸ ਲਿਆ ਕੇ ਜਿਹੜੇ ਕੰਮ ਦੇ ਲਈ ਉਹ ਭਰਤੀ ਹੋਏ ਸੀ ਉਹ ਕੰਮ ਉਹਨਾਂ ਕੋਲੋਂ ਲੈਣਾ। ਨਹੀਂ ਚੰਗੀ ਗੱਲ ਹੈ। ਮਤਲਬ ਆਪਣੇ ਤੌਰ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਵੀ ਮਹਾਰਾਜ ਜਿਹੜਾ ਇਹ ਕਿਹਾ ਜਾਂਦਾ ਵੀ ਪੰਜਾਬ ਅਸੁਰੱਖਿਅਤ ਸੂਬਾ, ਸਰਹੱਦੀ ਸੂਬਾ, ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਬਣਾਉਣਾ। ਜੀ ਨਹੀਂ ਇਹ ਚੰਗਾ ਲੱਗਾ ਕਿ
ਅਰਵਿੰਦ ਕੇਜਰੀਵਾਲ ਹੋਰਾਂ ਨੇ ਖੁਦ ਪਿੱਛੇ ਰਹਿ ਕੇ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਕੰਮ ਕਰੋ। 3 ਦਿਨ ਹੁਣ ਜੇ ਅਰਵਿੰਦ ਕੇਜਰੀਵਾਲ ਸਾਹਿਬ ਆਉਣਗੇ ਵੀ ਵਧੀਆ, ਤੁਸੀਂ ਪਾਰਟੀ ਦੇ ਕੌਮੀ ਕਨਵੀਨਰ ਹੋ, ਠੋਕ ਵਜਾ ਕੇ ਆਓ, ਰੱਜ ਕੇ ਪ੍ਰਚਾਰ ਕਰੋ, ਪਰ ਹੁਣ ਅੱਗੇ ਭਗਵੰਤ ਮਾਨ ਨੂੰ ਰੱਖੋ, ਕਿਉਂਕਿ ਇੱਕ ਗੱਲ ਤਾਂ ਪੱਕੀ ਹੈ ਕਿ ਭਗਵੰਤ ਮਾਨ ਪੰਜਾਬ ਦੀਆਂ ਸਮੱਸਿਆਵਾਂ ਨੂੰ ਕੇਜਰੀਵਾਲ ਸਾਹਿਬ ਤੋਂ ਵੱਧ ਚੰਗੇ ਤਰੀਕੇ ਜਾਣਦੇ ਆ। ਭਾਸ਼ਾ ਉਹਨਾਂ ਦੇ ਕੋਲੇ ਤਕੜੀ ਹੈ। ਕੇਜਰੀਵਾਲ ਸਾਹਿਬ ਨੂੰ ਪੰਜਾਬੀ ਸਿੱਖ ਕੇ ਯਾਦ ਕਰਕੇ ਬੋਲਣੀ ਪੈਂਦੀ ਹੈ, ਤੇ ਭਗਵੰਤ ਮਾਨ ਨਾ ਵੀ ਬੋਲਣ ਤਾਂ ਵੀ ਪੰਜਾਬੀ ਬੋਲਦੇ ਹੁੰਦੇ ਆ, ਕਿਉਂਕਿ ਜਿੰਨਾ ਲੰਬਾ ਸਮਾਂ ਉਹ ਸਟੇਜ ਦੇ ਉੱਤੇ ਰਹੇ ਹੈ, ਜਿੱਦਾਂ ਉਹਨਾਂ ਨੇ ਮਸਲਿਆਂ ਨੂੰ ਐਡਰੈਸ ਕੀਤਾ ਹੈ, ਉਹਦੇ ਹਿਸਾਬ ਦੇ ਨਾਲ ਕੇਜਰੀਵਾਲ ਸਾਹਿਬ ਆਉਣ, ਸ਼ੁਭ ਸ਼ਾਮਾਂ ਸਾਰੇ ਹੀ ਆਉਂਦੇ ਆ। ਜਦੋਂ ਅਕਾਲੀ ਦਲ ਭਾਜਪਾ ਦਾ ਗੱਠਜੋੜ ਸੀ, ਉਦੋਂ ਕੇਂਦਰ ਤੋਂ ਬੜੇ ਲੀਡਰ ਆਉਂਦੇ ਹੁੰਦੇ ਸੀ ਪ੍ਰਚਾਰ ਕਰਨ। ਤੇ ਤੀਸਰੇ ਨੰਬਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ ਬੜੀ ਛੇਤੀ ਕੇਂਦਰ ਸਰਕਾਰ ਤੋਂ ਕੁਝ ਵੱਡੇ ਲੀਡਰ ਆਉਣਗੇ ਤੇ ਕੁਝ ਵੱਖਰੇ ਤਰ੍ਹਾਂ ਦੀਆਂ ਇਦਾਂ ਦੀਆਂ ਅਨਾਉਂਸਮੈਂਟਸ ਹੋ ਜਾਣਗੀਆਂ ਜਿਹੜੀਆਂ ਚੋਣ ਜ਼ਾਬਤੇ ਦੇ ਦਾਇਰੇ 'ਚ ਵੀ ਨਹੀਂ ਆਉਣੀਆਂ, ਪਰ ਪ੍ਰਭਾਵ ਵੀ ਪਾ ਜਾਣਗੀਆਂ। ਹਾਂ, ਕਿਉਂਕਿ ਚੋਣ ਜ਼ਾਬਤੇ ਦੇ ਦਾਇਰੇ 'ਚ ਤੇ ਉਹ ਆਉਣੀਆਂ ਜਿਹੜੀਆਂ ਪੰਜਾਬ 'ਚ ਹੋਣੀਆਂ, ਪਰ ਕੁਝ ਐਸੇ ਫੈਸਲੇ ਜਿਹੜੇ ਕੇਂਦਰ ਵੱਲੋਂ ਹੋਣੇ ਆ ਜੀ, ਜਿਹੜੇ ਕੇਂਦਰੀ ਸਰਕਾਰ ਨੇ ਕਰਨੇ ਆ, ਉਹ ਦੇਸ਼ ਦੇ ਫੈਸਲੇ ਨੇ, ਕਿਉਂਕਿ ਉੱਥੇ ਆਲਰੇਡੀ ਕਈ ਕੁਝ ਹੋਈ ਜਾਂਦਾ, ਉਹਨਾਂ ਦਾ ਇਨਡਾਇਰੈਕਟ ਪ੍ਰਭਾਵ ਪੈਣਾ। ਇੱਕ ਹੁੰਦਾ ਨਾ ਵੀ ਬਲਬ ਜਿਹੜਾ ਉਹ ਆਪਾਂ ਸਾਹਮਣੇ ਚੁਬਾਰੇ ਤੇ ਲਾਉਣਾ, ਚਾਨਣ ਵਿਹੜੇ ਜਾਵੇ ਉਹਦਾ ਜੀ, ਸੋ ਉਸ ਹਿਸਾਬ ਨਾਲ ਚੁਬਾਰੇ ਤੇ ਬਲਬ ਲਾਉਣ ਵਾਲਾ ਕੰਮ ਆਉਣ ਵਾਲੇ ਅਗਲੇ ਹਫ਼ਤੇ 'ਚ ਹੋ ਸਕਦਾ। ਨਹੀਂ, ਬਿਲਕੁਲ ਠੀਕ ਹੈ। ਇੱਕ ਤੋਂ ਵੱਧ ਬਲਬ ਵੀ ਲਾ ਸਕਦੇ ਆਪਾਂ, ਇਸ਼ਾਰਾ ਕਰ ਦਿੰਦੇ ਹਾਂ। ਨਹੀਂ, ਲੱਗ ਸਕਦੇ ਆ, ਸੰਭਾਵਨਾ ਬਹੁਤ ਹੈ ਜੀ ਪੂਰੀ। ਹਾਂ, ਕਲੀਅਰ ਹੋ ਜਾਣੀ ਉਹ ਵੀ ਗੱਲ। ਅਗਲੇ ਤਾਰ ਚੁੱਕੀ ਫਿਰਦੇ ਮੋਢੇ ਤੇ, ਉਦੋਂ ਦੀ ਪਾਈ ਫਿਰਦੇ। ਜਦੋਂ ਦੀ ਪਿਛਲੀ ਰੈਲੀ ਸੀ ਕਹਿੰਦੇ ਯਾਰ ਉਦੋਂ ਮਹਾਂ ਐ ਬਸ ਸੁੱਟਣ ਹੀ ਲੱਗਾ, ਮੈਂ ਕੁੰਡੀ ਤਾਰਾਂ ਦੇ ਨਾਲ ਹੀ ਕੰਮ ਵਿਗੜ ਗਿਆ। ਕਹਿੰਦੇ ਐਤਕੀ ਜਗਮਗ ਕਰਾ ਕੇ ਜਾਣੀ। ਹੁਣ ਇਹਦਾ ਮਤਲਬ ਸੰਧਾਲੀਆ ਸਾਹਿਬ, ਅਕਾਲੀ ਦਲ ਦੇ ਕੈਂਡੀਡੇਟ ਮੁਕੰਮਲ, ਬਸਪਾ ਦੇ 20 ਮੁਕੰਮਲ, ਆਮ ਆਦਮੀ ਪਾਰਟੀ ਦੇ ਮੁਕੰਮਲ, ਕਾਂਗਰਸ ਪਾਰਟੀ ਦੇ ਸਿਰਫ 8 ਰਹਿ ਗਏ। ਲੋਕ ਇਨਸਾਫ ਪਾਰਟੀ ਨੇ 34 ਕੈਂਡੀਡੇਟ ਦਿੱਤੇ ਆ, ਬਾਕੀ ਉਹ ਦੇਖ ਲੈਣ ਕਿ ਭਾਈ ਉਹਨਾਂ ਨੇ ਮੇਰੇ ਖਿਆਲ 86-87 ਰਹਿੰਦੇ ਆ। ਢੀਂਡਸਾ ਸਾਹਿਬ ਦੇ ਮੁਕੰਮਲ, ਉਹਨਾਂ ਦੇ ਵੀ ਮੁਕੰਮਲ, ਕੈਪਟਨ ਸਾਹਿਬ ਦੇ ਰਹਿ ਗਏ, ਉਹ ਤਾਂ ਉਹਨਾਂ ਨੇ ਹੁਣ ਭਾਜਪਾ ਦੇ ਰਹਿ ਗਏ, ਐਡਜਸਟ ਕਰ ਲੈਣੇ ਬੀਜੇਪੀ, ਉਹ ਤਾਂ ਕੋਈ ਗੱਠ ਜੋੜੀ ਹੈ। ਹਾਂ, ਤੇ ਕੁਝ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਰਹਿ ਗਏ। ਉਮੀਦ ਹੈ ਕਿ 2 ਦਿਨਾਂ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਦਾ ਮੈਨੀਫੈਸਟੋ ਆ ਜਾਣਾ। ਉਹ ਕਹਿੰਦੇ ਜੀ ਸਾਰਾ ਜ਼ੋਰ ਸਾਡਾ ਮੈਨੀਫੈਸਟੋ ਤਿਆਰ ਕਰਨ ਤੇ ਲੱਗਾ, ਕਿਉਂਕਿ ਸਾਡਾ ਮੈਨੀਫੈਸਟੋ ਪੜ੍ਹ ਕੇ ਲੋਕਾਂ ਨੇ ਵੋਟਾਂ ਪਾ ਦੇਣੀਆਂ। ਹੁਣ ਜੇ ਇਦਾਂ ਹੋ ਜਾਵੇ ਤਾਂ ਵੀ ਵਧੀਆ, ਜੇ ਚੰਗੇ ਮੈਨੀਫੈਸਟੋ ਨੂੰ ਲੋਕ ਦੇਖਣ, ਪਰ ਹੌਲੀ ਹੌਲੀ ਨਹੀਂ। ਪਰ ਇੱਕ ਗੱਲ ਹੈ ਵੀ ਮੈਨੀਫੈਸਟੋ ਪੜ੍ਹਨਾ ਜ਼ਰੂਰ ਲੋਕੀ। ਇਹ ਵੇਲੇ ਹੁੰਦਾ ਨਾ ਮੈਨੀਫੈਸਟੋ ਇੱਦਾਂ ਮੰਨ ਲਓ ਐ ਜੇ ਕਰਕੇ ਉੱਤੇ ਰੱਖਦੇ, ਕਹਿੰਦੇ ਆ ਵੇਖ ਕਿਰਨਾ ਜਾਵੇ ਐ ਕਰਕੇ। ਨਹੀਂ, ਦੇਖੋ ਸੰਧਾਲੀਆ ਸਾਹਿਬ ਗੱਲ ਪਤਾ ਕੀ ਆ। ਹਾਂ ਨਿੱਕਾ, ਹਾਂ, ਜਿਹਨੂੰ ਕਹਿ ਆਪਾਂ ਪਾ ਦੇਣੀ, ਕੋਈ ਗੱਲ ਨਹੀਂ, ਕਿਹਨੂੰ ਪਾਈਏ। ਹਾਂ, ਤੂੰ ਹੈਗਾ ਕਿਹਨਾਂ ਦੇ ਵਾਲਿਆਂ। ਇਹੋ ਗੱਲ ਇਹ ਹੈ ਕਿ ਉਹ ਨਾ ਕੰਮ ਚੱਲੇ। ਨਹੀਂ, ਉਹ ਨਹੀਂ, ਹੁਣ ਉਹ ਚੱਲਣਾ ਹੀ ਨਹੀਂਗਾ। ਉਹਦਾ ਕਾਰਨ ਕੀ ਹੈ ਕਿ ਲੋਕ ਤਾਂ ਹੁਣ ਪਿੰਡਾਂ 'ਚ ਆਪਣੇ ਮੈਨੀਫੈਸਟੋ ਲਿਖਣ ਲੱਗ ਪਏ। ਤੁਸੀਂ ਕਿਸੇ ਦੇ ਲਿਖੇ ਲਿਖਾਏ ਮੈਨੀਫੈਸਟੋ ਤੇ ਭੁਜੀਆ ਰਖਾਉਣ ਨੂੰ ਫਿਰਦੇ ਹੋ। ਤੇ ਭੁਜੀਆ ਦਾ ਨਾਂ ਨਹੀਂ, ਤੁਸੀਂ ਨਾਂ ਨਹੀਂ ਲਿਆ, ਕਿਉਂਕਿ ਤੁਸੀਂ ਲੀਡਰ ਨੂੰ ਪਤਾ ਹੀ ਹੈ ਤੁਸੀਂ ਕਿਹੜੀ ਗੱਲ ਕਰਨੀ ਹੈ। ਤੁਸੀਂ ਕਿਤਾਬ ਦੀ ਗੱਲ ਥੋੜੀ ਕਰਨੀ ਹੈ ਵੀ ਆਹ ਵਰਕੇ ਦੇ ਉੱਤੇ ਕਿਤਾਬ ਰੱਖ ਦੇਣਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਐਤਕੀ ਲੋਕ ਅਵੇਅਰ ਨੇ। ਨਹੀਂ ਤਾਂ ਭਗਵੰਤ ਮਾਨ ਹੋਰੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਅਸੀਂ ਤੁਹਾਨੂੰ ਆਹ ਮੁਫਤ ਦਿਆਂਗੇ, ਉਹ ਕਹਿੰਦੇ ਜੀ ਪੁਲਸੀਆ ਸੁਧਾਰ ਕਰਨੇ ਆ। ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਅਸੀਂ ਇੰਨੇ ਰੁਪਈਏ ਤੁਹਾਨੂੰ ਦੇ ਦਿਆਂਗੇ, ਉਹ ਕਹਿੰਦੇ ਜੀ ਅਸੀਂ ਦਾਲਾਂ ਤੇ ਤੇਲ ਬੀਜਾਂ ਦੀ ਘੱਟੋ ਘੱਟ ਕੀਮਤ ਦਿਆਂਗੇ, ਤੁਹਾਨੂੰ MSP ਦਿਆਂਗੇ। ਇਸੇ ਤਰੀਕੇ ਆਮ ਆਦਮੀ ਪਾਰਟੀ, ਕਿਸਾਨ ਕੀ ਕਹਿੰਦੇ ਆ, ਕਿਸਾਨ ਸੰਯੁਕਤ ਸਮਾਜ ਮੋਰਚਾ ਵਾਲੇ ਕਹਿੰਦੇ ਅਸੀਂ ਮੁਫਤ ਕੁਛ ਦੇਣਾ ਹੀ ਨਹੀਂ, ਅਸੀਂ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ। ਨਹੀਂ ਤਾਂ ਇਹਨਾਂ ਹੀ 3 ਬਿਆਨਾਂ ਦੀ ਥਾਂ ਦੇ ਉੱਤੇ ਬਿਆਨ ਪਤਾ ਕੀ ਹੁੰਦੇ ਸੀ, ਅਸੀਂ ਨਹੀਂ SYL ਨਿਕਲਣ ਦੇਣੀ, ਅਸੀਂ ਨਹੀਂ ਤੁਪਕਾ ਪਾਣੀ ਦਾ ਹਰਿਆਣੇ ਨੂੰ ਦੇਣਾ, ਅਸੀਂ ਚੰਡੀਗੜ੍ਹ ਘੜੀਸ ਕੇ ਲੈ ਆਉਣਾ ਪੰਜਾਬ 'ਚ, ਪੰਜਾਬੀ ਬੋਲਦੇ ਇਲਾਕੇ ਸਾਡੀ ਸਰਕਾਰ ਆ ਗਈ ਤਾਂ ਤੀਜੇ ਮਹੀਨੇ ਤੁਸੀਂ ਪੰਜਾਬ 'ਚ ਲਿਓ। ਉਹ ਤਿੰਨੋਂ ਬਿਆਨ ਤੁਸੀਂ ਕਿਸੇ ਪਾਰਟੀ ਦੇ ਲੀਡਰ ਦੇ ਮੂੰਹੋਂ ਸੁਣੇ ਆ? ਨਹੀਂ ਸੁਣੇ। ਉਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਲੋਕ ਹੁਣ ਸਵਾਲ ਕਰਦੇ ਆ ਕਿ ਭਾਈ ਸਾਡੇ ਮੁੱਦਿਆਂ ਤੇ ਆਓ। ਤੁਹਾਡੇ ਚਿੱਥੇ ਹੋਏ, ਐਨ ਚੰਗੇ ਤਰੀਕੇ ਮਧੋਲੇ ਹੋਏ, ਮਿੱਟੀ 'ਚ ਲਵੇੜੇ ਹੋਏ, ਛੱਜ 'ਚ ਪਾ ਕੇ ਛੱਟੇ ਹੋਏ ਪੁਰਾਣੇ ਜਿਹੜੇ ਬਿਆਨ ਨੇ ਉਹ ਤੁਸੀਂ ਘਰੇ ਰੱਖ ਕੇ ਆਇਆ ਕਰੋ। ਚਲੋ ਆਸ ਕਰਦੇ ਹਾਂ ਵੀ ਇਦਾਂ ਹੋ ਜਾਵੇ। ਕੋਈ ਗੱਲ ਨਹੀਂ, ਇਹ ਸਾਰੀਆਂ ਉਮੀਦਵਾਰੀਆਂ ਇੱਕ ਵਾਰ ਕਲੀਅਰ ਹੋ ਲੈਣ ਦਿਓ, ਸ਼ਰਤ ਲਾਈ ਜਾਵੇਗੀ ਤੁਹਾਡੇ ਨਾਲ WhatsApp। ਕੋਈ ਗੱਲ ਨਹੀਂ। ਪਰ ਮਾੜੀ ਗੱਲ ਇਹ ਵੀ ਆ, ਜਿਹੜੀ ਇਲੈਕਸ਼ਨ ਕਮਿਸ਼ਨ ਵਾਲੇ ਪਾਸੋਂ ਰਿਪੋਰਟ ਆਈ, ਹੁਣ ਉਹਨਾਂ ਨੇ ਦੇਖੋ ਵੀ ਵਿਦੇਸ਼ ਮੰਤਰਾਲੇ ਕੋਲੋਂ ਪੁੱਛਿਆ ਨਾ ਵੀ, ਉਹ ਕਹਿੰਦੇ ਵੀ ਸਾਨੂੰ ਦੱਸੋ ਵੀ ਮਹਾਰਾਜ ਜਦੋਂ ਨੌਜਵਾਨ ਨੇ ਰਿਕਾਰਡ ਬੋਲਦਾ ਵੀ ਮੁੰਡੇ ਕੁੜੀਆਂ ਸੁੱਖ ਨਾਲ 18 ਸਾਲ ਦੇ ਹੋਏ, 18 ਸਾਲ ਤੋਂ ਵਧੇਰੇ ਉਮਰ ਦੇ ਹੋਏ, ਹੁਣ ਨਾ ਬੋਲਦਾ ਆਬਾਦੀ 'ਚ ਹੈਗੀ, ਸਾਰਾ ਕੁਛ ਹੈਗਾ, ਪਰ ਜਦੋਂ ਆਪਾਂ ਵੋਟ ਦੀ ਗੱਲ ਕਰਦੇ ਹਾਂ ਵੋਟ ਬਣੀ ਨਹੀਂ, ਵੀ ਵੋਟ ਉਹ ਬਣਾਉਣੀ ਨਹੀਂ ਚਾਹੁੰਦੇ ਜਾਂ ਉਹ ਬਾਹਰ ਚਲੇ ਗਏ, ਕਾਰਨ ਕੀ ਬਣਿਆ? ਸੰਧਾਲੀਆ ਸਾਹਿਬ, ਇਹ ਬਹੁਤ ਵੱਡਾ ਮੁੱਦਾ ਜਿਹੜਾ ਇੱਕ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਨਹੀਂ, ਕਿਉਂਕਿ ਇਲੈਕਸ਼ਨ ਕਮਿਸ਼ਨ ਦੇਖਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਿੰਨੇ ਲੋਕ ਵੋਟ ਬਣਾਉਣ ਦੀ ਉਮਰ ਸੀਮਾ ਤੋਂ ਉੱਪਰ ਆ ਗਏ, ਜਿਹੜੇ ਪਹਿਲਾਂ ਥੱਲੇ ਸੀ। ਉਹਦੀ ਗਿਣਤੀ ਉਹਨਾਂ ਨੇ 9 ਲੱਖ ਤੋਂ ਵੀ ਵੱਧ ਦੱਸੀ। ਵੋਟਾਂ ਪਾਉਣੀ ਤੋਂ 3 ਲੱਖ ਦੇ ਕਰੀਬ ਬਣੀਆਂ।
ਹੁਣ ਉਹ 6 ਲੱਖ ਵੋਟਾਂ ਤੋਂ ਭਾਵ ਕੀ ਆ ਜਿਹੜੇ ਰਜਿਸਟਰਡ ਹੀ ਨਹੀਂ ਹੋਏ। ਉਹ 6 ਲੱਖ ਵੋਟਾਂ ਤੋਂ ਭਾਵ ਹੈ ਜੇ 2 ਕਰੋੜ 12 ਲੱਖ ਵੋਟਰ ਨੇ ਤਾਂ ਇਹਦਾ ਮਤਲਬ ਹੈ ਕਿ ਤਕਰੀਬਨ 3% ਵੋਟਰ ਰਜਿਸਟਰਡ ਹੀ ਨਹੀਂ ਹੋਇਆ। ਉਹਦੇ ਵਿੱਚੋਂ ਕੁਝ ਬਾਹਰ ਚਲੇ ਗਏ ਹੋਣਗੇ ਪਰ 6 ਲੱਖ ਨਹੀਂ ਜਾ ਸਕਦਾ, ਇਹ ਗੱਲ ਕਲੀਅਰ ਹੈ। ਹੁਣ ਜਿਹੜੇ ਬਾਹਰ ਚਲੇ ਗਏ ਉਹ ਕਦੋਂ ਦੇ ਗਏ ਨੇ, ਕਿਉਂ ਗਏ ਨੇ, ਮਜਬੂਰੀ 'ਚ ਗਏ ਨੇ, ਇਹ ਵੀ ਪਤਾ ਲੱਗਣਾ ਚਾਹੀਦਾ। ਜਿਹੜੇ ਨਹੀਂ ਗਏ ਉਹਨਾਂ ਨੇ ਵੋਟਾਂ ਕਿਉਂ ਨਹੀਂ ਬਣਾਈਆਂ, ਕਿਉਂਕਿ ਇਹ ਤਾਂ ਸਾਰੇ ਹੀ ਕਹੀ ਜਾਂਦੇ ਅਸੀਂ ਪੰਜਾਬ ਨੂੰ ਪੈਰਾਂ ਸਿਰ ਲਿਆਉਣਾ, ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਯੂਥ ਦਾ ਭਰੋਸਾ ਹੀ ਨਹੀਂ ਰਿਹਾ ਲੋਕਤੰਤਰ 'ਚ। ਕੀ ਤੁਹਾਡੇ ਝੂਠੇ ਸੱਚੇ ਵਾਅਦਿਆਂ ਦੇ ਕਰਕੇ ਉਹ ਕਹਿੰਦੇ ਕਿ ਵੋਟ ਪਾਉਣ ਦਾ ਫਾਇਦਾ ਹੀ ਨਹੀਂ। 2002 ਦੇ ਵਿੱਚ 1% ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ ਸਰਕਾਰ ਬਦਲ ਗਈ ਸੀ ਸੰਧਾਲੀਆ ਸਾਹਿਬ। ਕਾਂਗਰਸ ਦੀ ਕੈਪਟਨ ਸਾਹਿਬ ਦੀ ਸਰਕਾਰ 1% ਤੋਂ ਵੀ ਘੱਟ ਵੋਟਾਂ ਨਾਲ ਬਣ ਗਈ ਸੀ ਤੇ ਐਤਕੀ 3% ਵੋਟਰ ਰਜਿਸਟਰਡ ਹੀ ਨਹੀਂ ਹੈ। ਬਹੁਤੀ ਵਾਰ 2% ਤੋਂ 4% ਵੋਟਾਂ ਫਲਕਚੁਏਟ ਕਰਦੀਆਂ, ਇੱਧਰ ਚਲ ਗਈਆਂ ਉੱਧਰ ਚਲ ਗਈਆਂ, ਸਰਕਾਰ ਬਦਲ ਜਾਂਦੀ ਹੈ। ਸੋ ਕਿਤੇ ਨਾ ਕਿਤੇ ਇਹ ਤਾਂ ਕਹੀ ਜਾਂਦੀਆਂ ਸਿਆਸੀ ਪਾਰਟੀਆਂ ਅਸੀਂ ਆਇਲਟਸ ਕਰਾਵਾਂਗੇ, ਅਸੀਂ ਵਿਦੇਸ਼ ਜਾਣਾ, ਕਿਸੇ ਬੱਚੇ ਨੇ 10 ਲੱਖ ਦਾ ਲੋਨ ਬਿਨਾਂ ਇੰਟਰਸਟ ਦੇ ਦੇਵਾਂਗੇ, ਵਿਦੇਸ਼ ਜਾਣ ਦੇ ਲਈ ਅਸੀਂ ਪ੍ਰਬੰਧ ਆਪ ਕਰਕੇ ਦੇਵਾਂਗੇ। ਉਹ ਪਰ ਜਾਂਦੇ ਕਿਉਂ ਆ, ਵੋਟਾਂ ਬਣਾਉਂਦੇ ਕਿਉਂ ਨਹੀਂ, ਲੋਕਤੰਤਰ ਖੋਖਲਾ ਕਿਉਂ ਹੋਈ ਜਾਂਦਾ, ਇਧਰਲੇ ਪਾਸੇ ਕਿਸੇ ਸਿਆਸੀ ਪਾਰਟੀ ਦਾ ਧਿਆਨ ਹੀ ਨਹੀਂ। ਨਹੀਂ, ਇਹ ਧਿਆਨ ਮੇਰੇ ਖਿਆਲ ਨਾਲ ਦੇ ਸਲਾਹਕਾਰ ਜ਼ਰੂਰ ਦਿਵਾਉਣ, ਕਿਉਂਕਿ ਉਹ ਜ਼ਰੂਰ ਕਹਿਣ ਵੀ ਹਾਂਜੀ ਸਰਦਾਰ ਸਾਹਿਬ ਹੁਣ ਤੁਸੀਂ ਆਪ ਐਡਜਸਟ ਹੋ ਗਏ ਹੋਗਾ, ਕਾਕਾ ਇੱਧਰ ਉੱਧਰਲਾ ਰਿਸ਼ਤੇਦਾਰ ਆਉਣ ਵਾਲੀ ਪੀੜ੍ਹੀ ਤਾਂ ਐਡਜਸਟ ਕਰੀ ਜਾਣਾ ਵੀ ਨਹੀਂ ਨਹੀਂ ਇਹਨੂੰ ਇੱਥੋਂ ਟਿਕਟ ਜ਼ਰੂਰ ਦਿਓ, ਨਹੀਂ ਤਾਂ ਫਿਰ ਅਸੀਂ ਆਜ਼ਾਦ ਲੜਾਵਾਂਗੇ। ਕਾਰਨ ਹੈ ਵੀ ਉਹ ਬੰਦਿਆਂ ਨੂੰ ਵੋਟਾਂ ਜਿਨ੍ਹਾਂ ਨੇ ਪਾਉਣੀਆਂ ਨੇ ਉਹ ਗਾਂ, ਯਾਨੀ ਕਿ ਉਹਨਾਂ ਵੋਟਰਾਂ ਦੀ ਅਗਲੀ ਪੀੜ੍ਹੀ ਜਿਹੜੀ ਆ ਉਹ ਤੁਹਾਡੀ ਵੋਟਰ ਬਣਨ ਨੂੰ ਹੀ ਰਾਜ਼ੀ ਨਹੀਂ ਹੈਗੀ। ਮਤਲਬ ਲੱਖਾਂ ਦੀ ਗਿਣਤੀ ਹੋਵੇ ਤੇ ਜੇ ਉਹ ਵੋਟਰ ਬਣਨ ਨੂੰ ਰਾਜ਼ੀ ਨਹੀਂ ਹੈਗੀ ਤਾਂ ਕੋਈ ਕਾਰਨ ਤਾਂ ਹੋਊਗਾ ਨਾ ਵੀ ਉਹ ਬੰਦੇ ਨਾ ਤਾਂ ਹੁਣ ਤੁਹਾਡੇ ਨਾਲ ਗੱਲ ਹੀ ਕਰਨੀ ਚਾਹੁੰਦੇ ਆ, ਨਾ ਉਹਨਾਂ ਨੂੰ ਤੁਹਾਡੇ ਤੋਂ ਕੋਈ ਆਸ ਹੀ ਹੈ ਜੀ ਵੀ ਇਹਦੇ ਤੋਂ ਵੱਧ ਚੁੱਪ ਚਪੀਤੀ ਚਪੇੜ ਕੀ ਹੋ ਸਕਦੀ। ਸੰਧਾਲੀਆ ਸਾਹਿਬ ਬਾਕੀ ਚਲੋ ਟਾਈਮ ਮੁੱਕ ਚੱਲਿਆ, ਮੁੱਕ ਦੀ ਗੱਲ ਇੰਨੀ ਕੁ ਹੈ ਨਾ ਹੁਣ ਪੰਜਾਬ 'ਚ ਕੋਈ ਭੁੱਖ ਹੈ, ਖੇਤੀਬਾੜੀ ਵਧੀਆ ਹੋ ਗਈ ਹੈ, ਪਾਣੀ ਉੱਪਰ ਆ ਗਿਆ ਜੀ, ਸਾਡੇ ਸਕੂਲਾਂ ਦੇ ਵਿੱਚ ਅਧਿਆਪਕ ਤੇ ਹਸਪਤਾਲਾਂ 'ਚ ਡਾਕਟਰ ਪੂਰੇ ਹੈ। ਉਹ ਮੁੱਦੇ ਹੁਣ ਇੱਕ ਪਾਸੇ ਰੱਖ ਦਿਓ ਕਿਉਂਕਿ ਵੱਡਾ ਮੁਕਾਬਲਾ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ 'ਚ ਹੋਣ ਲੱਗਾ, ਹੁਣ ਖੁਲਾਸੇ ਵੱਡੇ ਵੱਡੇ ਹੋਣਗੇ। ਨਹੀਂ ਇਹ ਤਾਂ ਕੁਛ ਪਤਾ ਨਹੀਂ, ਅੱਜ ਖਬਰ ਸ਼ਾਮ ਤੱਕ ਆ ਜਾਂਦਿਆਂ ਕੋਈ ਇਹ ਵੀ ਬਣ ਜਾਵੇ ਵੀ ਵੱਡਾ ਮੁਕਾਬਲਾ ਜਲਾਲਾਬਾਦ ਵੀ ਹੋ ਗਈ। ਫਿਰ ਚਲਿਏ ਹੁਣ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਲਾਈਕ ਵਾਲਾ ਬਟਨ ਦੱਬ ਦਿਓ, ਅੱਗੇ ਸ਼ੇਅਰ ਕਰ ਦਿਓ, ਉਹਦੇ ਲਈ ਬੜੇ ਧੰਨਵਾਦੀ ਹਾਂ। ਸੋ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।